ਖਟਕੜ ਕਲਾਂ ਦੇ ਵਿੱਚ ਹੋ ਰਹੀ ਜਿਹੜੀ ਕਿਸਾਨ ਮਹਾਸਭਾ ਉਹਦੇ ਵਿੱਚ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਇਸ ਵਕਤ ਸਾਡੇ ਨਾਲ ਖੜੇ ਨੇ। ਇਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਨੌਜਵਾਨੀ ਦਾ ਬਹੁਤ ਵੱਡਾ ਰੋਲ ਹੈ ਜੋ ਸੰਘਰਸ਼ ਹੋ ਰਿਹਾ ਕਿਸਾਨੀ ਮੋਰਚਿਆਂ ਦੇ ਪ੍ਰਥਾਏ। ਸੋ ਵੀਰ ਕੀ ਨਾਂ ਤੁਹਾਡਾ ਜੀ? ਗੁਰਪ੍ਰੀਤ ਸਿੰਘ ਜੀ। ਅੱਛਾ, ਤੇ ਕਿਵੇਂ ਦੇਖਦੇ ਅੱਜ ਦਾ ਜਿਹੜਾ ਇਕੱਠ ਹੋ ਰਿਹਾ, ਕੀ ਕਹਿਣਾ ਚਾਹੁੰਦੇ ਇਹਦੇ ਬਾਰੇ? ਅੱਜ ਦਾ ਇਕੱਠ ਜੀ ਅਸੀਂ ਭਗਤ ਸਿੰਘ ਨੂੰ ਸਮਰਪਿਤ ਕਰਿਆ ਕਿ ਜਿਵੇਂ ਸਾਡਾ ਕਿਸਾਨੀ ਦਾ ਚੱਲ ਰਿਹਾ ਦਿੱਲੀ ਤੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੀ ਜਿਵੇਂ ਪੰਜਾਬ ਦੇ ਵਿੱਚ ਚੱਲੇ ਰਿਹਾ ਤੁਹਾਨੂੰ ਪਤਾ ਹੀ ਹੈ। ਅੱਜ ਇੱਥੇ ਸਾਰੇ ਸੰਯੁਕਤ ਮੋਰਚੇ ਦੀ ਟੀਮ ਸਾਡੀ ਸੀਨੀਅਰ ਲੀਡਰਸ਼ਿਪ ਸਾਰੇ ਲੀਡਰ ਸਾਹਿਬਾਨ ਆ ਰਹੇ ਆ ਤੇ ਨੌਜਵਾਨਾਂ ਨੇ ਇਹ ਸਾਰਾ ਅਰੇਂਜਮੈਂਟ ਕਰਿਆ। ਪਹਿਲਾਂ ਅਸੀਂ ਉੱਥੇ ਖਟਕੜ ਕਲਾਂ ਕਰਿਆ ਸੀ ਪਰ ਚਲੋ ਬਾਰਿਸ਼ ਹੋਣ ਕਰਕੇ ਮੌਸਮ ਖਰਾਬ ਹੋਣ ਕਰਕੇ ਅਸੀਂ ਉੱਥੇ ਨਹੀਂ ਕਰ ਸਕੇ, ਪਰ ਹੁਣ ਇੱਥੇ ਪੂਰਾ ਵਧੀਆ ਅਸੀਂ ਅਰੇਂਜਮੈਂਟ ਕਰ ਲਿਆ ਤੇ ਡਿਊਟੀਆਂ ਸਾਡੀਆਂ ਲੱਗ ਚੁੱਕੀਆਂ। ਸਾਰਿਆਂ ਨੂੰ ਅਸੀਂ ਇਹ ਆਈ ਕਾਰਡ ਵਗੈਰਾ ਪ੍ਰੋਵਾਈਡ ਕਰਵਾਤੇ हैं। सारे ने ਜਿਹੜੇ ਨੇ ਅਸੀਂ ਸੇਵਾ ਨਿਭਾਣੀ ਹੈ ਇੱਥੇ ਡਿਊਟੀਆਂ ਨੇ ਪੂਰੀ ਮੈਨੇਜਮੈਂਟ ਕਰਕੇ ਚੱਲਾਂਗੇ ਜੀ। ਕਿੰਨੇ ਕੁ ਪ੍ਰਬੰਧਕ ਨੇ ਤੁਹਾਡੇ ਵਾਂਗੂ ਜਿਹੜੇ ਸੇਵਾ ਨਿਭਾ ਰਹੇ ਨੇ? ਦੇਖੋ ਜਿਹੜੀ ਸਾਡੀ ਟੀਮ ਆਈ ਹੈ ਜੀ ਉਹ ਮੋਹਾਲੀ ਤੋਂ ਜਤਿੰਦਰਪਾਲ ਸਿੰਘ ਜੀ, ਰਾਣਾ ਸਿੱਧੂ ਦੀ ਅਗਵਾਈ 'ਚ ਜਾਂ ਕਮਲਜੀਤ ਸਿੰਘ ਗਿੱਲ ਇਹ ਸੋਹਾਣੇ ਤੋਂ ਹੈ, ਇਹਨਾਂ ਦੀ ਅਗਵਾਈ 'ਚ ਆਈ ਹੈ। ਅਸੀਂ ਤਕਰੀਬਨ 55-60 ਮੁੰਡੇ ਉੱਧਰੋਂ ਆਏ ਹਾਂ, ਬਾਕੀ ਟੀਮ ਇਹਨਾਂ ਦੀ ਇੱਥੇ ਦੀ ਵੀ ਹੈਗੀ ਹੈ। ਸੋ ਬਿਲਕੁਲ ਬੜਾ ਵੱਡਾ ਲੰਮਾ ਚੌੜਾ ਪ੍ਰਬੰਧ ਹੈ। ਇਹ ਵੀ ਗੱਲ ਸਹੀ ਹੈ ਕਿ ਮੌਸਮ ਦੀ ਖਰਾਬੀ ਕਰਕੇ ਥੋੜਾ ਜਿਹਾ ਫਰਕ ਪਿਆ। ਸੋ ਕਿਵੇਂ ਦੇਖਦੇ ਹੋ ਜਿਹੜੀ ਹੁਣ ਇੱਥੇ ਇਕੱਤਰਤਾ ਕਿੱਦਾਂ ਦੀ ਅੱਜ ਰਹਿਣ ਦੀ ਉਮੀਦ ਹੈ? ਨਹੀਂ, ਸਾਨੂੰ ਤਾਂ ਵਧੀਆ ਉਮੀਦ ਹੈ ਜੀ। ਹੁਣ ਵਧੀਆ ਇਕੱਠ ਹੋ ਗਿਆ। ਪਹਿਲਾਂ ਚਲੋ ਮੌਸਮ ਦੀ ਖਰਾਬੀ ਕਾਰਨ ਸਾਨੂੰ ਸਥਾਨ ਚੇਂਜ ਕਰਨਾ ਪੈ ਗਿਆ, ਕੋਈ ਗੱਲ ਨਹੀਂ, ਜਿੱਦਾਂ ਪਰਮਾਤਮਾ ਨੂੰ ਮਨਜ਼ੂਰ ਸੀ ਵਧੀਆ ਕੰਮ ਚੱਲ ਰਿਹਾ ਜੀ ਸਾਡਾ। ਸ਼ਹੀਦ ਆਜ਼ਮ ਭਗਤ ਸਿੰਘ ਦੇ ਵਾਸਤੇ ਨੌਜਵਾਨਾਂ ਦੇ ਦਿਲਾਂ 'ਚ ਤਾਂ ਪਹਿਲਾਂ ਹੀ ਬਹੁਤ ਜੋਸ਼ ਹੁੰਦਾ ਹੈ ਤੇ ਅੱਜ ਨਾਲ ਕਿਸਾਨੀ ਦਾ ਮੋਰਚਾ ਵੀ ਜੁੜ ਚੁੱਕਾ ਹੈ। ਤੇ ਕੀ ਦੇਖਦੇ ਹੋ ਕਿ ਇਹਦਾ ਕੀ ਅਸਰ ਹੋਏਗਾ ਪੰਜਾਬ? ਇਸੇ ਗੱਲ ਕਰਕੇ ਤਾਂ ਗਵਰਨਮੈਂਟ ਡਰ ਰਹੀ ਹੈ ਜੀ ਕਿ ਨੌਜਵਾਨਾਂ 'ਚ ਭਗਤ ਸਿੰਘ ਵਾਲਾ ਜੋਸ਼ ਆ ਚੁੱਕਿਆ ਹੈ ਕਿ ਹੁਣ ਇਹ ਆਪਣੀ ਆਜ਼ਾਦੀ ਆਪਣੇ ਹੱਕ ਦੱਬ ਕੇ ਨਹੀਂ ਰਹਿਣਗੇ, ਆਪਣੇ ਹੱਕ ਲੈ ਕੇ ਰਹਿਣਗੇ। ਜਿਹੜਾ ਗਵਰਨਮੈਂਟ ਸਾਡੇ ਤੇ ਜ਼ੁਲਮ ਕਰਨਾ ਚਾਹੁੰਦੀ ਹੈ, ਕਾਨੂੰਨ ਥੋਪਣਾ ਚਾਹੁੰਦੀ ਹੈ, ਕਿ ਅਸੀਂ ਇਹ ਨਹੀਂ ਥੋਪਣ ਦੇਵਾਂਗੇ, ਅਸੀਂ ਇਹਨਾਂ ਦਾ ਸਾਹਮਣਾ ਕਰਾਂਗੇ। ਬਿਲਕੁਲ ਨੌਜਵਾਨ ਸਾਰੀ ਗੱਲ ਸਮਝ ਚੁੱਕੇ ਨੇ ਤੇ ਬਲਕਿ ਸਮਝਾਉਣ ਦੇ ਰੌਂ ਦੇ ਵਿੱਚ ਨੇ ਕਿਉਂਕਿ ਨੌਜਵਾਨ ਜਿਹੜੇ ਨੇ ਉਹ ਪ੍ਰਬੰਧਕਾਂ ਦੇ ਤੌਰ ਦੇ ਉੱਤੇ ਵੀ ਸੇਵਾਵਾਂ ਨਿਭਾ ਰਹੇ ਨੇ ਤੇ ਬੜਾ ਵਧੀਆ ਢੰਗ ਦੇ ਨਾਲ। ਇੱਧਰ ਵੀ ਸਾਡੇ ਨਾਲ ਪ੍ਰਬੰਧਕ ਸਾਹਿਬਾਨ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਨਾਮ ਸਿੰਘ ਜੀ। ਤੁਸੀਂ ਕਿਸਾਨ ਯੂਨੀਅਨ ਵੱਲੋਂ ਜਾਂ ਵੈਸੇ ਵਲੰਟੀਅਰ ਕਰਦੇ ਪਏ ਉੱਥੇ? ਅਸੀਂ NRI ਵੱਲੋਂ। ਅੱਛਾ ਜੀ। ਅਸੀਂ ਇੱਥੇ ਆਏ ਹਾਂ, ਪਹਿਲੇ ਦਿਨ ਤੋਂ ਹੀ ਸਪੋਰਟ ਕਰ ਰਹੇ ਹਾਂ ਇਸ ਮਹਾ ਜੋ ਸੰਮੇਲਨ ਹੋ ਰਿਹਾ ਜੀ ਜੀ। ਤੇ ਦਿੱਲੀ ਵੀ ਗਏ ਸੀਗੇ ਪਹਿਲਾਂ, ਦਸੰਬਰ ਵਿੱਚ ਵੀ ਦੁਬਾਰਾ 2 ਗੇੜੇ ਲਾਏ। ਸੋ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ। ਠੀਕ ਹੈ। ਫਾਈਨੈਂਸ਼ੀਅਲ ਤੌਰ ਤੇ ਵੀ ਤੇ ਆਪਣੇ ਵੀ ਸਾਰੇ ਜਿੰਨੇ ਵੀ ਸਾਡੇ ਵਿਦੇਸ਼ਾਂ ਵਿੱਚ ਭਰਾ ਬੈਠੇ ਆ। ਹਾਂਜੀ, ਵਿਦੇਸ਼ਾਂ ਵਾਲੇ NRI ਦਾ ਬਹੁਤ ਵੱਡਾ ਯੋਗਦਾਨ ਸ਼ੁਰੂ ਤੋਂ ਇਸ ਕਿਸਾਨ ਸੰਘਰਸ਼ ਦੇ ਵਿੱਚ ਰਿਹਾ। ਤੇ ਤੁਸੀਂ ਕਿਹੜੇ ਕੰਟਰੀ ਤੋਂ ਆਏ ਜੀ? ਮੈਂ ਲੰਡਨ ਤੋਂ ਆਇਆ ਜੀ। ਲੰਡਨ ਤੋਂ ਆਏ ਹੋ ਤਾਂ ਫਿਰ ਤਾਂ ਤੁਹਾਨੂੰ ਲੰਡਨ ਵਾਲੇ ਸਾਰੇ ਦੇਖ ਕੇ ਅਸੀਂ ਬਹੁਤ ਫੈਨ ਹਾਂ ਸਿੰਘ ਟੀਵੀ ਦੇ ਬਹੁਤ। ਹਾਂਜੀ, ਤੇ ਕੀ ਮਹਿਸੂਸ ਕਰਦੇ ਹੋ ਇਹ ਕਿਸਾਨੀ ਮੋਰਚਾ ਹੁਣ ਕਿੱਦਾਂ ਦਾ ਭਖਿਆ ਪਿਆ ਜੀ? ਇਹ ਬੜਾ ਬੁਲੰਦੀਆਂ ਤੇ ਜਾ ਰਿਹਾ ਜੀ। ਜੀ। ਤੇ ਇਹਦੇ ਨਾਲ ਖੜੇ ਆ, ਕੁਝ ਕਾਰਨਾਂ ਕਰਕੇ ਥੋੜਾ ਜਿਹਾ ਢਿੱਲਾ ਪਿਆ ਸੀ ਪਰ ਦੁਬਾਰਾ ਫਿਰ ਇਸ ਨੂੰ ਬੜਾ ਹੰਗਾਰਾ ਮਿਲ ਰਿਹਾ ਤੇ ਮੈਂ ਆਸ ਕਰਦਾ ਵੀ ਜੋ ਅੱਜ ਦਾ ਮਹਾ ਇਕੱਠ ਆ ਜੋ ਦੁਆਬੇ ਦੇ ਵਿੱਚ ਬਹੁਤ ਹੀ ਬੁਲੰਦੀਆਂ ਤੇ ਜਾਵੇਗਾ ਤੇ ਇਹਦੇ ਨਾਲ ਹੋਰ ਸਾਡੇ ਜਿੰਨੇ ਯੂਥ ਨੇ ਉਹ ਇਹਦੇ ਨਾਲ ਜੁੜਨਗੇ ਤਾਂ ਕਿ ਅਸੀਂ ਦੁਬਾਰਾ ਫਿਰ ਦਿੱਲੀ ਨੂੰ ਬਿਹਰਾ ਘੱਤੀਏ ਤਾਂ ਕਿ ਇਹਦੀ ਮੋਰਚੇ ਦੀ ਫਤਿਹ ਹੋਵੇ। NRI ਦੇ ਬਾਹਰ ਵਿਦੇਸ਼ਾਂ 'ਚ ਮਨਾਂ ਦੇ ਵਿੱਚ ਕਿੰਨਾ ਦਾ ਜੋਸ਼ ਜਾਂਦਾ ਹੈ? ਉਹ ਤਾਂ ਪਹਿਲੇ ਦਿਨ ਤੋਂ ਜੀ ਪੰਜਾਬ ਦੀ ਮਿੱਟੀ ਦੇ ਨਾਲ ਖੜੇ ਨੇ, ਪਹਿਲੇ ਦਿਨ ਤੋਂ ਹੀ ਉਹਦਾ ਸਪੋਰਟ ਹੋ ਰਹੀ ਆ ਤੇ ਰੋਜ਼ ਫੋਨ ਆ ਰਿਹਾ। ਜਿੰਨੇ ਅਸੀਂ ਇੱਥੇ ਬੈਠੇ ਆ ਸਟਕ ਹੋਏ ਆ ਜਾਂ ਕਿਸੇ ਕਾਰਨਾਂ ਕਰਕੇ ਬੈਠੇ ਆ, ਅਸੀਂ ਉਹਨਾਂ ਦਾ ਸਾਡਾ ਤਾਲਮੇਲ ਰੋਜ਼ ਦਾ ਆ। ਜਿਹੜੇ ਵੀ ਕੰਟਰੀਆਂ 'ਚ ਬੈਠੇ ਨੇ ਸਾਡੇ ਵੀਰ ਤੇ ਉਹਨਾਂ ਦਾ ਅਪ ਟੂ ਡੇਟ ਉਹਨਾਂ ਨੂੰ ਦੇ ਰਹੇ ਆ ਅਸੀਂ ਆਪਣੀ, ਤਾਂ ਕਿ ਇਸ ਸਪੈਸ਼ਲੀ ਇਸ ਜੋ ਸਾਡਾ ਸੰਘਰਸ਼ ਚੱਲ ਰਿਹਾ ਇਹ ਅਸੀਂ ਸੈਂਟਰ ਦੀ ਸਰਕਾਰ ਨੂੰ ਹਰ ਵੇਲੇ ਬੜੇ ਜ਼ੋਰ ਸ਼ਬਦਾਂ ਨਾਲ ਕਹਿੰਦੇ ਆ ਵੀ ਇਹਨੂੰ ਫਤਿਹ ਕੀਤੀ ਜਾਵੇ ਤਾਂ ਕਿ ਇਹ ਛੇਤੀ ਛੇਤੀ ਇਸ ਗੱਲ ਦਾ ਨਿਪਟਾਰਾ ਹੋਵੇ। ਬਿਲਕੁਲ, ਮੈਂ ਸਮਝਦਾ ਕਿ ਜਿੱਥੇ ਪੰਜਾਬ ਦੇ ਨੌਜਵਾਨ ਜਿਹੜੇ ਨੇ ਉਹ ਬੜੇ ਜੋਸ਼ ਦੇ ਨਾਲ ਜੁੜੇ ਹੋਏ ਨੇ, NRI ਭਰਾ ਜਿਹੜੇ ਸਾਡੇ ਵਿਦੇਸ਼ਾਂ 'ਚੋਂ ਆ ਕੇ ਇੱਥੇ ਡਟੇ ਹੋਏ ਨੇ। ਸੋ ਸਾਰਾ ਪੰਜਾਬੀ ਭਾਈਚਾਰਾ ਇਸ ਵਕਤ ਇਸ ਕਿਸਾਨੀ ਮੋਰਚੇ ਦੇ ਉੱਤੇ ਇਕਜੁੱਟ ਹੈ ਤੇ ਨੌਜਵਾਨ ਪੀੜ੍ਹੀ ਤੇ ਖਾਸ ਤੌਰ ਤੇ ਅੱਜ ਜੋ ਸ਼ਹੀਦਾਂ ਦਾ ਦਿਹਾੜਾ ਹੈ, ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ, ਉਹਨਾਂ ਦੇ ਕੁਰਬਾਨੀ ਦੇ ਦਿਹਾੜੇ ਦੇ ਮੌਕੇ ਤੇ ਮਹਾਸਭਾ ਜਿਹੜੀ ਹੈ ਖਟਕੜ ਕਲਾਂ ਦੇ ਵਿੱਚ ਹੋ ਰਹੀ ਹੈ। ਸੋ ਬੜੀ ਵੱਡੀ ਤਾਦਾਦ ਦੇ ਵਿੱਚ ਨੌਜਵਾਨ ਇੱਥੇ ਜੁਟੇ ਹੋਏ ਨੇ। ਵੇਖੋ ਟੀ-ਸ਼ਰਟਾਂ ਬੜੀਆਂ ਸੋਹਣੀਆਂ ਪਾਈਆਂ ਸ਼ਹੀਦ ਭਗਤ ਸਿੰਘ ਦੀ, ਬੜੀ ਸੋਹਣੀ ਤਸਵੀਰ ਆ ਉੱਤੇ ਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਇਹ ਜਿਹੜੇ ਨੌਜਵਾਨ ਨੇ ਸਾਡੇ ਨਾਲ ਜੁੜੇ ਨੇ। ਕਿੱਦਾਂ ਦਾ ਅੱਜ ਜੋਸ਼ ਸਮਝਦੇ ਹੋ ਨੌਜਵਾਨੀ ਦੇ ਵਿੱਚ ਇੱਥੇ?
ਅੱਜ ਦੇ ਮੇਲੇ ਨੂੰ ਲੈ ਕੇ ਜਿਹੜਾ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਨ ਤੇ ਆਪਾਂ ਜੋੜ ਮੇਲਾ ਕੀਤਾ ਇਸ ਨੌਜਵਾਨਾਂ 'ਚ ਬਹੁਤ ਉਤਸ਼ਾਹ ਵਾ, ਜੋਸ਼ ਵਾ। ਖਾਸ ਕਰ ਕਿਸਾਨੀ ਸੰਘਰਸ਼ ਨੂੰ ਇਹਦੇ ਨਾਲ ਜੋੜ ਕੇ ਜਿਹੜੀ ਕਿਸਾਨ ਮਹਾ ਰੈਲੀ ਕੀਤੀ ਗਈ ਆ, ਉਹਦੇ ਵਿੱਚ ਇਲਾਕੇ ਦੀਆਂ ਸੰਗਤਾਂ ਦੇ ਵਿੱਚ ਤੇ ਬਾਹਰੋਂ ਵੀ ਲੋਕ ਬਹੁਤ ਆ ਰਹੇ ਆ। ਬਿਲਕੁਲ, ਬਹੁਤ ਵੱਡੀ ਤਾਦਾਦ ਦੇ ਵਿੱਚ ਨੌਜਵਾਨ ਆ ਰਹੇ ਨੇ। ਸੋ ਇਹ ਟੀ-ਸ਼ਰਟਾਂ ਜਿਹੜੀਆਂ ਖਾਸ ਤੌਰ ਤੇ ਤਿਆਰ ਕੀਤੀਆਂ ਲੱਗਦੀਆਂ ਨੇ। ਵੇਖੋ ਜੀ ਆ ਸ਼ਹੀਦ ਭਗਤ ਸਿੰਘ ਦੀ ਆਹ ਵਾਲੀ ਫੋਟੋ ਜਿਹੜੀ ਹੈ ਨਾ, ਪਿੱਛੇ ਦੇ ਕੁਝ ਦਹਾਕੇ ਪਹਿਲਾਂ ਇਹਨੂੰ ਦੱਬ ਦਿੱਤਾ ਸੀ, ਫਿਰ ਨੌਜਵਾਨਾਂ ਨੇ ਇਹਨੂੰ ਉੱਪਰ ਲੈ ਕੇ ਆਂਦਾ। ਸੋ ਕਿਵੇਂ ਦੇਖਦੇ ਹੋ ਜੀ ਅੱਜ ਦਾ ਜਿਹੜਾ ਜੋਸ਼ ਆ ਨੌਜਵਾਨਾਂ ਦਾ, ਇੱਥੇ ਵੀਰਾਂ ਘੱਟ ਕੇ ਪਹੁੰਚਦੇ ਪਏ ਨੇ? ਨੌਜਵਾਨਾਂ ਵਿੱਚ ਬਹੁਤ ਜ਼ਿਆਦਾ ਹੀ ਜੋਸ਼ ਹੈ ਜੀ, ਦੇਖਣ ਨੂੰ ਮਿਲਿਆ। ਜਿਸ ਤਰ੍ਹਾਂ ਮੌਸਮ ਥੋੜੀ ਜਿਹੀ ਖਰਾਬੀ ਹੋਣ ਕਾਰਨ ਬੰਗਿਆ ਪ੍ਰੋਗਰਾਮ ਤਬਦੀਲ ਕਰਨਾ ਪਿਆ, ਉਹਦੇ ਹਿਸਾਬ ਨਾਲ ਬਹੁਤ ਜ਼ਿਆਦਾ ਹੈ। ਆਉਣ ਵਾਲੇ ਟਾਈਮ ਤੁਹਾਨੂੰ ਆਪਣੇ ਪਤਾ ਲੱਗ ਜਾਊਗਾ ਨੌਜਵਾਨਾਂ ਵਿੱਚ ਕਿੰਨਾ ਕੁ ਜੋਸ਼ ਹੈ ਜੀ, ਬਹੁਤ ਜ਼ਿਆਦਾ ਜੋਸ਼ ਹੈ। ਬਿਲਕੁਲ, ਨੌਜਵਾਨ ਜਿਹੜੇ ਨੇ ਹਰ ਪੱਖ ਤੋਂ ਤਿਆਰ ਨੇ, ਕਿਸੇ ਵੀ ਜਿੱਦਾਂ ਦੇ ਵੀ ਹਾਲਾਤ ਬਣਦੇ ਪਏ ਨੇ। ਸੋ ਦਿੱਲੀ ਮੋਰਚੇ ਦੇ ਵੱਲ ਨੂੰ ਜਿਹੜਾ ਥੋੜਾ ਜਿਹਾ ਲੱਗਦਾ ਸੀ ਵੀ ਥੋੜਾ ਘਟਿਆ ਵਾ, ਹੁਣ ਕਿਵੇਂ ਦਾ ਮਹਿਸੂਸ ਕਰਦੇ ਹੋ ਦਿੱਲੀ ਦੀਆਂ ਮੀਟਿੰਗਾਂ? ਮਹਿਸੂਸ ਮੈਂ ਤੁਹਾਡੇ ਚੈਨਲ ਦੇ ਰਾਹੀਂ ਇੱਕ ਗੱਲ ਕਹਿਣੀ ਚਾਹੁੰਦਾ। ਹੁਣ ਜਿੱਦਾਂ ਬਾਕੀ ਟੀਵੀ ਤੇ ਅਸੀਂ ਦੇਖਦੇ ਆ, ਅੱਜ ਤੱਕ ਹੋ ਗਿਆ, ਜੀ ਨਿਊਜ਼ ਵਾਲੇ ਹੋ ਗਏ, ਇਹ ਉਹਦੇ ਲੋਕਾਂ ਨੂੰ ਦਿਖਾਈ ਜਾਂਦੇ ਆ ਵੀ ਉੱਥੋਂ ਮੋਰਚਾ ਚੱਕ ਹੋ ਗਿਆ। ਉਹ ਰਿਐਲਿਟੀ ਕਿਉਂ ਨਹੀਂ ਦਿਖਾ ਰਹੇ? ਉਹਨਾਂ ਦੀਆਂ ਮਜਬੂਰੀਆਂ ਨੇ। ਨਹੀਂ, ਮਜਬੂਰੀ ਤਾਂ ਹੈਗੀ, ਫਿਰ ਬੰਦ ਕਰ ਦੇਣ। ਠੀਕ ਹੈ ਨਾ, ਇਹ ਥੋੜੀ ਵੀ ਕਿਸੇ ਨੂੰ ਜਨਤਾ ਨੂੰ ਝੂਠਾ ਕਰਕੇ ਆਪਾਂ ਰੋਟੀ ਖਾਈਏ। ਜਿਹੜਾ ਮੇਨ ਕਿਸਾਨ ਆਂਦਾ ਤਾਂ ਰੈਲੀ ਉੱਥੇ ਬੈਠਾ ਵਾ, ਰੈਲੀ ਅੰਦੋਲਨ ਕਰ ਰਿਹਾ ਵਾ, ਉਹਨੂੰ ਕਹਿ ਰਹੇ ਆ ਵੀ ਇਹ ਤਾਂ ਉੱਥੋਂ ਜੀ ਧਰਨਾ ਚੱਕ ਕੇ ਹਟ ਗਏ ਆ। ਫਿਰ ਝੂਠ ਬੋਲ ਕੇ ਇਹ ਤਾਂ ਹੋਈ ਗੱਲ, ਉਹ ਵੀ ਝੂਠ ਬੋਲ ਕੇ ਕਮਾਈ ਕਰ ਰਹੇ ਆ ਨਾ। ਸੋ ਬਿਲਕੁਲ, ਮੀਡੀਆ ਦੇ ਉੱਤੇ ਵੀ ਸਵਾਲ ਚੁੱਕ ਰਹੀ ਆ ਨੌਜਵਾਨ ਪੀੜ੍ਹੀ, ਖਾਸ ਤੌਰ ਤੇ ਕਿਸਾਨੀ ਮੋਰਚੇ ਦੇ ਵਿੱਚ ਇਹ ਗੱਲ ਬੜੀ ਉੱਭਰ ਕੇ ਸਾਹਮਣੇ ਆਈ ਕਿ ਗੋਦੀ ਮੀਡੀਆ ਦੇ ਬਾਰੇ ਗੱਲ ਜਿਹੜੀ ਹੈ ਨਾ ਬੜੀ ਖੁੱਲ ਕੇ, ਥੋੜੀ ਦੱਬੀ ਤਾਂ ਪਹਿਲਾਂ ਵੀ ਗੱਲ ਹੁੰਦੀ ਸੀ, ਪਰ ਇਸ ਮੋਰਚੇ ਦੇ ਦੌਰਾਨ, ਕਿਸਾਨ ਅੰਦੋਲਨ ਦੇ ਦੌਰਾਨ ਇਹ ਇੱਕ ਬਿਲਕੁਲ ਲਕੀਰ ਖਿੱਚੀ ਗਈ ਆ ਕਿ ਕਿਹੜੇ ਝੂਠੀਆਂ ਖਬਰਾਂ ਦਿਖਾਉਂਦੇ ਨੇ ਤੇ ਕਿਹੜਾ ਸੱਚਾ ਮੀਡੀਆ। ਸੋ ਇਹ ਨੌਜਵਾਨ ਜਿਹੜੇ ਨੇ ਇਸ ਗੱਲ ਨੂੰ ਲੈ ਕੇ ਪੂਰੇ ਸੁਚੇਤ ਨੇ। ਦੇਖੋ ਜੀ, ਆਪਾਂ ਮੀਡੀਆ ਨੂੰ ਲੋਕਤੰਤਰ ਦਾ ਚੌਥਾ ਸਤੰਭ ਕਹਿੰਦੇ ਆ। ਜਿੰਨੀ ਵਾਰ ਹੁਣ ਮੋਦੀ ਨੂੰ ਹਰੇਕ ਚੈਨਲ ਤੇ ਮੋਦੀ ਹੋ ਰਹੀ ਆ, ਕੋਈ ਕਿਸਾਨਾਂ ਦੇ ਸੰਘਰਸ਼ ਬਾਰੇ ਕੋਈ ਨਹੀਂ ਦਿਖਾ ਰਿਹਾ, ਕੋਈ ਦਿਖਾ ਰਿਹਾ ਸਿਰਫ ਇੱਕ ਉਹ NDTV ਦਿਖਾ ਰਹੇ ਆ, ਬਾਕੀ ਦਾ ਕੋਈ ਚੈਨਲ ਦਿਖਾਈ ਨਹੀਂ ਰਿਹਾ। ਇਹਦਾ ਮਤਲਬ ਕਿ ਜਾਨੀ ਕਿ ਮੀਡੀਆ ਸਹੀ ਹੋ ਗਿਆ ਤੇ ਬਾਕੀ ਜੋ ਕਿਸਾਨ ਉਹ ਝੂਠਾ ਵਾ, ਜਿਹੜਾ ਇੰਨੇ ਲੋਕ ਕਰ ਰਹੇ ਆ। ਤੇ ਮੀਡੀਆ ਇਹ ਕਿਉਂ ਨਹੀਂ ਦਿਖਾ ਰਿਹਾ ਵੀ ਐਡਾ ਅੰਦੋਲਨ ਕਰਨੇ ਦੀ ਲੋੜ ਕਿਉਂ ਪਈ? ਬਿਲਕੁਲ, ਇਹੀ ਤਾਂ ਗੱਲ ਕਿ ਅਸੀਂ ਸੰਘਰਸ਼ ਕਰ ਰਹੇ ਹਾਂ, ਮੰਨ ਲਿਆ ਅਸੀਂ ਇੱਕ ਮਿੰਟ ਆ ਵੀ ਅਸੀਂ ਗਲਤ ਵਾ, ਬਟ ਇਹ ਥੋੜੀ ਵੀ ਇਹ ਗਲਤ ਕਿਉਂ ਹੋਇਆ, ਇਹ ਤਾਂ ਦੱਸਣ ਵੀ ਹਾਂ ਵੀ ਇਹ ਅੰਦੋਲਨ ਕਰਨ ਦੀ ਲੋੜ ਕਿਉਂ ਪਈ ਆਪਾਂ ਨੂੰ। ਸੋ ਬਿਲਕੁਲ ਇਹ ਗੱਲ ਜਿਹੜੀ ਦਰਸਾਉਣੀ, ਇਹ ਗੱਲ ਦਾ ਜਵਾਬ ਜਿਹੜਾ ਵਾ ਲੋਕ ਮਨਾਂ ਦੇ ਵਿੱਚ ਹੁਣ ਲੋਕ ਮੰਗਦੇ ਪਏ ਨੇ। ਗੱਲ ਇਹ ਹੈ ਕਿ ਸੰਘਰਸ਼ ਬਹੁਤ ਵੱਡੇ ਪੱਧਰ ਤੇ ਅੱਗੇ ਵੱਧ ਚੁੱਕਾ ਹੈ। ਪੂਰਾ ਮੈਂ ਸਮਝਦਾ ਨਾਰਥ ਇੰਡੀਆ ਨਹੀਂ, ਹੁਣ ਤਾਂ ਸਾਰਾ ਇੰਡੀਆ ਹੀ ਇਸ ਸੰਘਰਸ਼ ਦੇ ਨਾਲ ਜੁੜ ਚੁੱਕਾ ਹੈ। ਕਿਵੇਂ ਦੇਖਦੇ ਹੋ ਵੈਸਟ ਬੰਗਾਲ, ਜਿੱਥੇ ਚੋਣਾਂ ਜਾਂ ਸਾਰਾ ਨਾਰਥ ਇੰਡੀਆ ਦਾ ਪੂਰਾ ਹੀ ਉਹ ਤਾਂ ਜੀ ਥੋੜਾ ਟਾਈਮ ਤੁਸੀਂ ਦੇਖੋ, ਤੁਹਾਡੇ ਸਾਹਮਣੇ ਆ ਜਾਣਾ, ਤੁਹਾਡੇ ਮੀਡੀਆ ਤੋਂ ਆਉਣੀਆਂ ਖਬਰਾਂ ਵੀ ਆਹ ਕਿਸਾਨਾਂ ਨੇ ਆਹ ਕਰਤਾ। ਹੁਣ ਤਾਂ ਉੱਥੇ ਦੱਸ ਰਿਹਾ ਜੀ ਕਿਸਾਨਾਂ ਨੂੰ ਆਹ ਹੋਇਆ। ਮੇਨ ਗੱਲ ਰਿਐਲਿਟੀ ਆ। ਹੁਣ ਉੱਥੇ ਜਿਹੜੇ ਲੋਕ ਗਏ ਹੋਏ ਆ, ਉਹਨਾਂ ਨਾਲ ਇੰਨੇ ਲੋਕ ਕਿਉਂ ਜੁੜ ਰਹੇ ਆ? ਇੱਕ ਪਿੱਛੇ ਨਿਊਜ਼ ਤੇ ਖੜੇ, ਇੱਕ ਮੁੰਡਾ ਰੋਡ ਤੇ ਖੜ ਕੇ ਉੱਤੇ ਸਪੀਚ ਕਰਨ ਲੱਗ ਪਿਆ, ਤੇ ਉੱਥੇ ਘੱਟੋ ਘੱਟ ਵੀ 5-6 ਹਜ਼ਾਰ ਬੰਦਾ ਇਕੱਠਾ ਹੋ ਗਿਆ। ਉਹ ਗੱਲ ਕਰਕੇ ਉੱਥੇ ਗਏ ਆ ਕੁਝ। ਹੁਣ ਇੰਨਾ ਕੋਈ ਆਪਾਂ ਇੱਥੋਂ ਉੱਠ ਕੇ ਦਿੱਲੀ ਗਏ ਆ, ਆਪਾਂ ਨੂੰ ਕੋਈ ਗੱਲ ਆਪਣੇ ਦਿਲ ਨੂੰ ਲੱਗੀ, ਕੋਈ ਆਪਣਾ ਹੱਕ ਖੋਇਆ ਗਿਆ, ਆਪਾਂ ਤਦੇ ਗਏ ਆ। ਹੋਰ ਇੱਥੇ ਸਾਰੇ ਬੈਠੇ ਘਰ ਰੋਟੀ ਮਿਲਦੀ ਬੜੇ ਵੀ ਦਿਖਾਈ ਜਾਂਦੇ ਆ। ਠੀਕ ਹੈ ਜੀ, ਬਿਲਕੁਲ। ਹਾਂਜੀ, ਇਹ ਤਾਂ ਗੱਲ ਹੈ। ਸੋ ਬਿਲਕੁਲ, ਕੋਈ ਮਜਬੂਰੀ ਆ, ਕੋਈ ਦੁੱਖ ਹੈ, ਕੋਈ ਜਿਹੜੀ ਉਹ ਮਜਬੂਰੀ ਲੈ ਕੇ ਕਿਸਾਨਾਂ ਨੂੰ ਉੱਥੇ ਗਈ ਆ। ਤੇ ਮੀਡੀਆ ਨੂੰ ਵੀ ਆਖਰਕਾਰ ਸੱਚ ਤੇ ਆਉਣਾ ਹੀ ਪੈਣਾ ਹੈ। ਕਿੰਨਾ ਕੁ ਚਿਰ ਇਹ ਸਾਰਾ ਕੁਝ ਚੱਲਦਾ ਰਹੇਗਾ? ਸੋ ਮੈਂ ਸਮਝਦਾ ਕਿ ਨੌਜਵਾਨਾਂ ਦੇ ਮਨਾਂ ਦੇ ਵਿੱਚ ਜਿਹੜੇ ਸਵਾਲ ਨੇ, ਉਹਦਾ ਜਵਾਬ ਵੀ ਆਉਂਦੇ ਸਮੇਂ ਵਿੱਚ ਮੀਡੀਆ ਨੂੰ ਦੇਣਾ ਪਏਗਾ। ਸੋ ਅੱਜ ਦੀ ਇਸ ਮਹਾ ਸਭਾ ਦੇ ਵਿੱਚ ਨੌਜਵਾਨਾਂ ਦਾ ਜੋਸ਼ ਜਿਹੜਾ ਬਹੁਤ ਵੱਡੇ ਪੱਧਰ ਤੇ ਹੈ, ਉਹਦੇ ਨਾਲ ਅਸੀਂ ਤੁਹਾਡੀ ਲਗਾਤਾਰ ਸਾਂਝ ਪਾਉਂਦੇ ਰਵਾਂਗੇ। ਸੋ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸ਼੍ਰੀ ਗੁਰੂ ਰਵਿਦਾਸ ਚੈਰੀਟੇਬਲ ਮਿਸ਼ਨ ਹਸਪੀਟਲ ਜੋ ਹੈ ਬੰਗਾ, ਉੱਥੇ ਪੇਸ਼ੈਂਟਸ ਦੇ ਵਾਸਤੇ ਤੇ ਅਟੈਂਡੈਂਟਸ ਵਾਸਤੇ ਲੰਗਰ ਦੀ ਆਰੰਭਤਾ ਅੱਜ ਪੇਸ਼ੈਂਟਸ ਵਾਸਤੇ ਤੇ ਅਟੈਂਡੈਂਟਸ ਵਾਸਤੇ ਲੰਗਰ ਦੀ ਆਰੰਭਤਾ ਜਿਹੜੀ ਹੈ ਹੋਣ ਜਾ ਰਹੀ ਹੈ। ਸੋ ਮੈਂ ਸਮਝਦਾ ਕਿ ਐਸੇ ਜਿਹੜੀਆਂ ਚੈਰੀਟੇਬਲ ਸੰਸਥਾਵਾਂ ਉਹਨਾਂ ਦਾ ਸਮਾਜ ਦੇ ਵਿੱਚ ਬੜਾ ਵੱਡਾ ਮੁੱਲਾ ਯੋਗਦਾਨ ਹੈ, ਕਿਉਂਕਿ ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਬਹੁਤ ਮਹਿੰਗਾ ਇਲਾਜ ਜਿਹੜਾ ਅੱਜ ਕੱਲ੍ਹ ਹੋ ਚੁੱਕਾ ਹੈ। ਸੋ ਐਸੀਆਂ ਸੰਸਥਾਵਾਂ ਜਿੱਥੇ ਇਲਾਜ ਜਿਹੜਾ ਦੂਸਰੇ ਪ੍ਰਾਈਵੇਟ ਹਸਪਤਾਲ ਦੇ ਮੁਕਾਬਲੇ ਸਸਤਾ ਹੁੰਦਾ, ਉੱਥੇ ਨਾਲ ਹੀ ਐਸੀਆਂ ਸੇਵਾਵਾਂ। ਸੋ ਮੈਂ ਸਮਝਦਾ ਕਿ ਬੜਾ ਇੱਕ ਅਹਿਮ ਕਾਰਜ ਹੁੰਦਾ, ਕਿਉਂਕਿ ਜਿਹੜੇ ਪੇਸ਼ੈਂਟਸ ਦੇ ਨਾਲ ਅਟੈਂਡੈਂਟਸ ਆਏ ਹੁੰਦੇ ਨੇ, ਉਹਨਾਂ ਦੇ ਵਾਸਤੇ ਫਿਰ ਆਲੇ ਦੁਆਲੇ ਰਿਸ਼ਤੇਦਾਰਾਂ ਕੋਲੋਂ ਲੰਗਰ ਪ੍ਰਸ਼ਾਦਾ ਮੰਗਾਉਣਾ ਜਾਂ ਹੋਰ ਕਈ ਸਾਰੀਆਂ ਖੇਚਲਾਂ ਜਿਹੜੀਆਂ ਕਰਨੀਆਂ ਪੈਂਦੀਆਂ ਨੇ। ਪਰ
ਇੱਥੇ ਜਿਹੜਾ ਹੈ ਇਹ ਲੰਗਰ ਦਾ ਪ੍ਰਬੰਧ ਅੱਜ ਕੀਤਾ ਗਿਆ ਹੈ। ਜਿਹੜੇ ਮਰੀਜ਼ਾਂ ਦੇ ਨਾਲ ਅਟੈਂਡੈਂਟ ਆਉਂਦੇ ਨੇ ਉਹਨਾਂ ਨੂੰ ਇੱਥੇ ਲੰਗਰ ਵਰਤਾਉਣਾ ਸ਼ੁਰੂ ਕੀਤਾ ਜਾ ਰਿਹਾ। ਸੋ ਲੰਗਰ ਸੇਵਾ ਦੀ ਜੋ ਆਰੰਭਤਾ ਹੋਈ ਉਸ ਬਾਰੇ ਆਪਾਂ ਥੋੜੀ ਜਾਣਕਾਰੀ ਹਾਸਲ ਕਰਦੇ ਹਾਂ। ਸਾਡੇ ਨਾਲ ਸੁਖਜੀਤ ਸਿੰਘ ਖਟਕੜ ਮੌਜੂਦ ਨੇ। ਸੋ ਅੱਜ ਦੀ ਇਸ ਸੇਵਾ ਦੇ ਬਾਰੇ ਕੁਝ ਵਿਚਾਰ ਸਾਂਝੇ ਕਰਦੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸ੍ਰੀ ਗੁਰੂ ਰਵਿਦਾਸ ਚੈਰੀਟੇਬਲ ਹਸਪੀਟਲ ਐਂਡ ਐਜੂਕੇਸ਼ਨਲ ਟਰਸਟ ਜੋ ਹੈ ਪਿੰਡ ਥਾਂਦੀਆਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਇੱਥੇ ਸੰਸਥਾ ਵੱਲੋਂ ਸਾਡੀ ਸੰਸਥਾ ਹੈ ਵਤਨ ਦੇ ਵਾਰਸ ਯੂਥ ਅਵੇਅਰਨੈਸ ਵੈਲਫੇਅਰ ਐਂਡ ਕਲਚਰਲ ਸੁਸਾਇਟੀ। ਸਾਰੀ ਸੰਸਥਾ ਵੱਲੋਂ ਅੱਜ ਇਸ ਹਸਪਤਾਲ ਦੇ ਵਿੱਚ ਜਿਹੜਾ ਹਸਪਤਾਲ ਬਹੁਤ ਹੀ ਸਾਡੇ ਇਲਾਕੇ ਦਾ ਮਾਣ ਹੈ, ਜਿੱਥੇ ਬਹੁਤ ਹੀ ਘੱਟ ਰੇਟਾਂ ਦੇ ਉੱਤੇ ਲੋਕਾਂ ਨੂੰ ਸਿਹਤ ਸਹੂਲਤਾਂ ਜਿਹੜੀਆਂ ਉਹ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਉੱਥੇ ਹੀ ਸਾਡੀ ਸੰਸਥਾ ਨੇ ਇਹ ਉਪਰਾਲਾ ਕੀਤਾ ਕਿ ਇਸ ਹਸਪਤਾਲ ਦੇ ਵਿੱਚ ਅਸੀਂ ਲੰਗਰ ਜਿਹੜਾ ਉਹ ਮਰੀਜ਼ਾਂ ਅਤੇ ਉਹਨਾਂ ਦੇ ਨਾਲ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਵਾਸਤੇ ਲੰਗਰ ਦੀ ਜਿਹੜੀ ਹੈ ਸੇਵਾ ਸ਼ੁਰੂ ਕੀਤੀ ਗਈ ਅੱਜ। ਕਿਉਂਕਿ ਸਾਡੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ 20 ਰੁਪਏ ਦਾ ਲੰਗਰ ਜਿਹੜਾ ਲਾਇਆ ਸੀ, ਉਹਦਾ ਇੱਕ ਕਨਸੈਪਟ ਸੀਗਾ, ਉਹਨਾਂ ਨੇ ਲੋੜਵੰਦਾਂ ਵਾਸਤੇ ਜਿਹੜਾ ਲੰਗਰ ਸ਼ੁਰੂ ਕੀਤਾ ਸੀ। ਅੱਜ ਦੀ ਡੇਟ ਦੇ ਵਿੱਚ ਪੂਰੇ ਵਿਸ਼ਵ ਦੇ ਵਿੱਚ ਜਿਹੜਾ ਲੰਗਰ ਬਾਬੇ ਨਾਨਕ ਦਾ ਜਿਹੜਾ ਉਹ ਚੱਲ ਰਿਹਾ ਹੈ, ਨਿਰੰਤਰ ਚੱਲਦਾ ਰਹੇਗਾ। ਇਹ ਸਾਡੀ ਸੰਸਥਾ ਦੀ ਵੀ ਕੋਸ਼ਿਸ਼ ਹੈ ਕਿ ਸਤਿਗੁਰੂ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੋ ਸਾਨੂੰ ਰਸਤਾ ਦੱਸਿਆ ਹੈ, ਅਸੀਂ ਸੰਸਥਾ ਦੇ ਸਾਰੇ ਮੈਂਬਰ ਜਿੰਨੇ ਵੀ ਹਾਂ ਉਸ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਅੱਜ ਉਸ ਹੀ ਇੱਕ ਕਦਮ ਜਿਹੜਾ ਅੱਗੇ ਅਸੀਂ ਮਨੁੱਖਤਾ ਦੀ ਸੇਵਾ ਲਈ ਇੱਕ ਹੋਰ ਕਦਮ ਉਹ ਅਸੀਂ ਅੱਜ ਇੱਕ ਹੋਰ ਕਦਮ ਜਿਹੜਾ ਹੈ ਉਹ ਸ਼ੁਰੂ ਕੀਤਾ ਹੈ। ਸਭ ਤੋਂ ਪਹਿਲਾਂ 2017 ਦੇ ਵਿੱਚ ਵੀ ਅਸੀਂ ਸਿਵਲ ਹਸਪੀਟਲ ਨਵਾਂ ਸ਼ਹਿਰ ਵਿਖੇ ਮਰੀਜ਼ਾਂ ਵਾਸਤੇ ਜਿਹੜਾ ਲੰਗਰ ਚਲਾਇਆ ਸੀ। ਉਸ ਤੋਂ ਬਾਅਦ ਅੱਜ ਲੜੀ ਜਿਹੜੀ ਹੈ ਸਾਡੀ ਇਹ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਯਾਦ ਵਿੱਚ ਜਿਹੜਾ ਹਸਪੀਟਲ ਬਣਿਆ ਹੈ ਥਾਂਦੀਆਂ ਪਿੰਡ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ, ਉੱਥੇ ਅੱਜ ਜਿਹੜੀ ਹੈ ਇਹ ਲੰਗਰ ਦੀ ਜਿਹੜੀ ਪ੍ਰਥਾ ਹੈ ਮਰੀਜ਼ਾਂ ਵਾਸਤੇ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਵਾਸਤੇ ਸ਼ੁਰੂ ਕੀਤੀ ਗਈ ਹੈ ਜੀ। ਬਿਲਕੁਲ, ਮੈਂ ਸਮਝਦਾ ਕਿ ਅੱਜ ਦਾ ਦਿਹਾੜਾ ਜਿੱਥੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਜਿਹੜਾ ਇਹ ਸੇਵਾ ਤੁਸੀਂ ਆਰੰਭ ਕੀਤੀ ਹੈ, ਸੋ ਉਹਨਾਂ ਸ਼ਹੀਦਾਂ ਨੂੰ ਵੀ ਹਾਂਜੀ ਪ੍ਰਣਾਮ। ਇਹ ਅੱਜ ਦਾ ਜਿਹੜਾ ਇਹ ਅਸੀਂ ਦਿਨ ਰੱਖਿਆ ਸੀਗਾ 23 ਮਾਰਚ ਅੱਜ 2021। ਅੱਜ ਦੀ ਡੇਟ ਦੇ ਵਿੱਚ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਜਿਨ੍ਹਾਂ ਨੇ ਭਾਰਤ ਮਾਤਾ ਦੇ ਗਲੋਂ ਗੁਲਾਮੀ ਦੀਆਂ ਜੰਜੀਰਾਂ ਲਾਉਣ ਵਾਸਤੇ ਹੱਸ ਕੇ ਰੱਸੇ ਜਿਹੜੇ ਫਾਂਸੀ ਦੇ ਆਪਣੇ ਗਲਾਂ ਵਿੱਚ ਪਾਏ ਨੇ, 90 ਸਾਲ ਦਾ ਅੱਜ ਉਹਨਾਂ ਨੂੰ ਸਮਾਂ ਹੋ ਗਿਆ ਪੂਰਾ। ਅੱਜ ਉਹਨਾਂ ਦੀ ਪਵਿੱਤਰ ਯਾਦ ਨੂੰ ਅਸੀਂ ਤਾਜ਼ਾ ਕਰਦੇ ਹਾਂ, ਆਪਣੇ ਹਿਰਦਿਆਂ ਵਿੱਚ ਵਸਾਉਂਦਿਆਂ ਹੋਇਆਂ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਹੋਇਆਂ ਇਹ ਸੱਚੀ ਸ਼ਰਧਾਂਜਲੀ ਜਿਹੜੀ ਹੈ ਉਹ ਅਸੀਂ ਅਰਪਣ ਕਰ ਰਹੇ ਹਾਂ ਸ਼ਹੀਦਾਂ ਦੀ ਨਿੱਘੀ ਯਾਦ ਦੇ ਅੰਦਰ। ਅੱਜ ਜਿਹੜਾ ਇਹ ਅਸੀਂ ਸ੍ਰੀ ਗੁਰੂ ਰਵਿਦਾਸ ਚੈਰੀਟੇਬਲ ਹਸਪਤਾਲ ਵਿਖੇ ਇਹ ਲੰਗਰ ਸ਼ੁਰੂ ਕੀਤਾ। ਉਹਨਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ ਹੈ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਅੱਜ ਦੀ ਜਿਹੜੀ ਲੰਗਰ ਦੀ ਸੇਵਾ ਅਸੀਂ ਅੱਜ ਦਾ ਇਹ ਵਿਸ਼ੇਸ਼ ਦਿਨ ਇਸੇ ਕਰਕੇ ਚੁਣਿਆ ਕਿ 23 ਮਾਰਚ 1931 ਨੂੰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਨੂੰ ਜ਼ਾਲਮ ਸਰਕਾਰਾਂ ਨੇ ਫਾਂਸੀ ਦੇ ਰੱਸੇ ਤੇ ਲਟਕਾਇਆ ਸੀ। ਅੱਜ ਆਪਾਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਉਹਨਾਂ
ਨੌਜਵਾਨ ਗੱਭਰੂਆਂ ਦੀ ਬਦੌਲਤ ਜਿਨ੍ਹਾਂ ਨੇ ਹੱਸ ਕੇ ਫਾਂਸੀ ਦੇ ਰੱਸੇ ਆਪਣੇ ਗਲ ਵਿੱਚ ਪਵਾਏ, ਅੱਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਇਹ ਲੰਗਰ ਦੀ ਜਿਹੜੀ ਸੇਵਾ ਅਸੀਂ ਸ਼ੁਰੂ ਕੀਤੀ ਹੈ। ਸੋ ਸਾਡੇ ਨਾਲ ਪ੍ਰਬੰਧਕ ਸਾਹਿਬਾਨ ਮੌਜੂਦ ਨੇ, ਸੋ ਤੁਸੀਂ ਵੀ ਇਸ ਮੌਕੇ ਕੁਝ ਆਪਣੇ ਵੱਲੋਂ ਵਿਚਾਰ ਸਾਂਝੇ ਕਰਦੇ ਜੀ। परम सत्कारयोग संत जोत प्रकाश जी वतन दे वारिस वैलफेयर एसोसीएशन सोसाइटी मंगूवाल वालों अज दे शुभ दिहाड़े ते संगतां लई लंगर दी प्रथा शुरू की गई है। अज पूरा देश कौम दे शहीदां नूं श्रद्धांजलि दे रहा है और इस सुसाइटी वालों भी उन्होंने शहीदों को श्रद्धांजलि प्रदान करदे अज के दिन ते इत्थे लंगर शुरू किया है। असी संतां दा इत्थे पहुंचण ते और इस सुसाइटी के सभी मानयोग मैंबरां दा इत्थे पहुंचण ते बहुत बहुत धन्नवाद करदे हां, वैलकम करदे हां। तुसीं एक बहुत ही वधिया उपराला कीता है जो साडे गुरुआं पीरां ने संतां महात्मा ने सानू सदियां तो ये सिखाया है कि कुछ दान अपने हथों दिओ। सो साडे नाल अज साडे मित्र ने प्रेम मल्होत्रा जी, ये भी नवें पिछले साल तो हॉस्पिटल रले ने ते ये अपने वालों काफ़ी दान इन्हों ने भी अरेंज किया है। अज इन्हों का 65वां जन्मदिन है। सो असी सारे ही इस खुशी के मौके ते उन्होंने बहुत बहुत बधाई पेश करते हैं, उन्होंने दिंदे हैं 65वें जन्मदिन ते परमात्मा उन्होंने बहुत राजी खुशी रखे, आगे की उम्र जी है बड़ी खुशियां नाल बिताउण। उन्होंने अपने वालों जन्मदिन की खुशी ते 5 कंबल ते हस्पताल नूं और कुछ चीनी दी एक पैकेट लिया के दिता है चाह पत्ती का। सो उन्होंने भी बहुत बहुत धन्यवाद कि उन्होंने अपने जन्मदिन ते हॉस्पिटल नूं इस तरह दान दिता हैगा। सो इस तरह ही संस्थावां जो है सानू आशीर्वाद दिंदियां रहणगियां ते इत्थे डॉक्टर भी अपने समाज की सेवा लई इस तरह ही तत्पर रहणगे। इन्ने क लफ्ज़ कहंदा होया मैं खेवां दा जज गया। थैंक यू। सो ये हॉस्पिटल जो है मैं समझदा कि ਇਹਦੇ ਵਿੱਚ ਜਿਹੜੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਉਸ ਦੇ ਬਾਰੇ ਵੀ ਆਪਾਂ ਜਾਣਕਾਰੀ ਹਾਸਲ ਕਰਦੇ ਹਾਂ। ਸਰ ਕਿਹੜੀ ਇੱਥੇ ਫੈਸਿਲਿਟੀ ਅਵੇਲੇਬਲ ਹੈ ਜੀ ਹਸਪੀਟਲ? ਅਸੀਂ ਜੀ ਮੈਂ ਪ੍ਰਧਾਨ ਡਾਕਟਰ ਨਾਮਦੇਵ ਵੰਗਰ ਟਰਸਟ ਦੇ ਪ੍ਰਧਾਨ ਹੈ ਤੇ ਤਕਰੀਬਨ ਅਸੀਂ ਹਰ ਫੈਸਿਲਿਟੀ ਸਿਹਤ ਜਿਹੜੀ ਆ ਅਸੀਂ ਕੋਸ਼ਿਸ਼ ਕੀਤੀ ਹੈ ਵੀ ਤੇ ਦਿੱਤੀ ਜਾਵੇ, ਲੇਕਿਨ ਕੁਝ ਜਿਹੜੀ ਆ ਫੰਡ ਦੀ ਘਾਟ ਕਰਕੇ ਜਿਹੜੀਆਂ ਵੱਡੀਆਂ ਮਸ਼ੀਨਾਂ ਜਿਹੜੀਆਂ ਸਾਡੀ ਪਹੁੰਚ ਤੋਂ ਥੋੜ੍ਹੀਆਂ ਬਾਹਰ ਹੈ ਤੇ ਉਹ ਨਹੀਂ ਹੈ। ਬਾਕੀ ਸਾਡੇ ਕੋਲ ਐਕਸਰੇ ਆ, ਅੱਖਾਂ ਦੇ ਚੈੱਕਅਪ ਲਈ ਆ, ਜਨਰਲ ਮੈਡੀਕਲ ਚੈੱਕਅਪ, ਹਰ ਤਰ੍ਹਾਂ ਦੀ ਸਰਜਰੀ, ਗਾਇਨੇਕੋਲੋਜੀ ਦੀ, ਦੂਸਰੇ ਹੈ ਲੈਬ ਦੇ ਤੇ ਐਕਸਰੇ ਤੇ ਹਰ ਤਰ੍ਹਾਂ ਦਾ ਅਸੀਂ ਹਾਂਜੀ ਦੰਦਾਂ ਦੀ ਪੂਰੀ ਬ੍ਰਾਂਚ ਸਾਡੇ ਕੋਲ ਵੱਡੀ ਮਸ਼ੀਨ ਹੈ ਤੇ ਇਹ ਸਰਵਿਸਿਜ਼ ਸਾਡੇ ਕੋਲ ਹਰ ਵੇਲੇ ਮੌਜੂਦ ਹੁੰਦੀਆਂ ਔਰ ਐਮਰਜੈਂਸੀ ਡਿਊਟੀ ਜਿਹੜੀ ਇੱਥੇ ਹੈਗੀ 24 ਘੰਟੇ ਸਰਵਿਸਿਜ਼ ਦਿੱਤੀਆਂ ਜਾ ਰਹੀਆਂ। ਐਂਬੂਲੈਂਸ ਹੈ, ਸਾਰਾ ਕੁਛ ਹੈ, ਬੱਤੀ ਦੀ ਸਾਡੇ ਕੋਈ ਪ੍ਰੋਬਲਮ ਨਹੀਂ, ਜਨਰੇਟਰ ਸਾਡੇ ਕੋਲ ਹੈ। ਬਾਕੀ ਅਸੀਂ ਆ ਜਿਹੜੇ ਅੱਜ ਦੇ ਦਿਨ ਤੇ ਕੱਟੜ ਸਾਹਿਬ ਨੇ ਸੰਤਾਂ ਮਹਾਤਮਾ ਦੇ ਮਤਲਬ ਸਹਿਯੋਗ ਦੇ ਨਾਲ ਦੁਪਹਿਰ ਦੇ ਜਿਹੜਾ ਖਾਣਾ ਹੈਗਾ ਫ੍ਰੀ ਸੇਵਾ ਵਤਨ ਦੇ ਵਾਰਸ ਵੱਲੋਂ ਸ਼ੁਰੂ ਕੀਤੀ ਗਈ ਆ। ਇਹਨਾਂ ਦਾ ਅਸੀਂ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ ਕਿਉਂਕਿ ਸ਼ਹਿਰ ਤੋਂ ਦੂਰ ਬੈਠੇ ਹਾਂ। ਇਹ ਜਿਹੜੇ ਖਾਣੇ ਦਾ ਪ੍ਰੋਗਰਾਮ ਹੈ ਜਿਹੜੇ ਆਮ ਮਰੀਜ਼ਾਂ ਨੂੰ ਔਰ ਉਹਨਾਂ ਦੇ ਅਟੈਂਡੈਂਟ ਨੂੰ ਇਹ ਫੈਸਿਲਿਟੀ ਜਿਹੜੀ ਮੁਹੱਈਆ ਹੋ ਗਈ ਹੈ। ਤੇ ਬਾਕੀ ਹੋਰ ਜਿਹੜੀਆਂ ਨਾਲ ਮੈਂ ਇਹ ਵੀ ਬੇਨਤੀ ਕਰਨਾ ਚਾਹੂੰਗਾ NRI ਭਰਾਵਾਂ ਨੂੰ ਜਨਰਲ ਬਈ ਇੱਥੇ ਵਧੀਆ ਸੇਵਾਵਾਂ ਲੈਣ ਵਾਸਤੇ ਜਿੰਨੀ ਵੱਧ ਚੜ੍ਹ ਕੇ ਮਾਇਕ ਮਤਲਬ ਜਿਹੜੀ ਮਦਦ ਹੋ ਜਾਵੇ ਤਾਂ ਬਹੁਤ ਅੱਛਾ ਹੈ। ਇਸ ਏਰੀਏ ਦੇ ਵਿੱਚ ਇਸ ਤਰ੍ਹਾਂ ਦਾ ਚੈਰੀਟੇਬਲ ਹਸਪੀਟਲ ਆਪਣੇ ਨਵਾਂਸ਼ਹਿਰ ਜ਼ਿਲ੍ਹੇ ਦੇ ਵਿੱਚ ਨਹੀਂ ਹੈ। ਸੋ ਇਸ ਤਰ੍ਹਾਂ ਮੈਂ ਲਾਸਟ ਵਿੱਚ ਸਾਰਿਆਂ ਦੇ ਵਤਨ ਦੇ ਵਾਰਸ ਜਿਹੜੇ ਜਥੇਬੰਦੀ ਉਹਨਾਂ ਦਾ ਤੇ NRI ਵੀਰਾਂ ਦਾ ਆਪਣੇ ਸਹਿਯੋਗੀਆਂ ਦਾ ਖਾਸ ਤੌਰ 'ਤੇ ਕਰਨਲ ਗਿਆਨ ਸਿੰਘ ਜੀ ਜਿਹੜੇ ਰਿਟਾਇਰਡ ਹੈਗੇ ਆ ਵੀ ਬਹੁਤ ਮਦਦ ਕੀਤੀ ਹੈ। ਮੈਂ ਇਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਹੈ ਜੀ। ਬਿਲਕੁਲ ਸਾਰੇ ਰਲ ਮਿਲ ਕੇ ਜਿਹੜੇ ਕਾਰਜ ਨੇ ਕਿਉਂਕਿ ਹੱਥੋਂ ਦੇ ਕਰ ਭਲਾ ਮਨਾਵੇ ਵਾਲੀ ਜਿਹੜੀ ਸਾਨੂੰ ਗੁਰੂ ਸਾਹਿਬ ਨੇ ਸਿੱਖਿਆ ਦਿੱਤੀ ਹੈ ਉਸ ਦੇ ਅਨੁਸਾਰ ਸਾਰੇ ਮਿਲ ਕੇ ਸੇਵਾਵਾਂ ਜਿਹੜੀਆਂ ਨੇ ਕਰਦੇ ਨੇ ਤੇ ਇਸ ਢੰਗ ਦੇ ਨਾਲ ਇਹ ਲੋਕਾਈ ਦੇ ਭਲੇ ਦੇ ਵਾਸਤੇ ਇੱਦਾਂ ਦੀਆਂ ਸੇਵਾਵਾਂ ਜਿਹੜੀਆਂ ਨੇ ਹੋ ਰਹੀਆਂ ਨੇ। ਸੋ ਅੱਜ ਦੇ ਇਸ ਖਾਸ ਮੌਕੇ ਦੇ ਉੱਤੇ ਸ਼ਹੀਦ ਸਰਦਾਰ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਅਸੀਂ ਉਹਨਾਂ ਦੇ ਜਿਹੜਾ ਜੱਦੀ ਘਰ ਆਪਾਂ ਕਹਿ ਸਕਦੇ ਹਾਂ ਤੇ ਉਹਨਾਂ ਦੇ ਵੱਡੇ ਵਡੇਰਿਆਂ ਦਾ ਘਰ ਸੋ ਖਟਕੜ ਕਲਾਂ ਦੇ ਵਿੱਚ ਇਹ ਘਰ ਜੋ ਹੈ
ਉਹਨਾਂ ਦਾ ਮੌਜੂਦ ਹੈ ਪੁਰਾਤਨ, ਉੱਥੇ ਅਸੀਂ ਪਹੁੰਚੇ ਹਾਂ। ਅੱਜ ਬਹੁਤ ਸਾਰੇ ਜਿਹੜੇ ਨੇ ਉਹਨਾਂ ਨੂੰ ਪਿਆਰ ਸਤਿਕਾਰ ਭੇਟ ਕਰਨ ਵਾਲੀਆਂ ਸ਼ਖਸੀਅਤਾਂ ਜਿਹੜੀਆਂ ਅੱਜ ਆਪਾਂ ਦੇਖ ਸਕਦੇ ਹਾਂ ਕਿ ਇਹ ਜੋ ਉਹਨਾਂ ਦਾ ਜੱਦੀ ਘਰ ਹੈ ਜਿੱਥੇ ਉਹਨਾਂ ਦੇ ਵੱਡੇ ਵਡੇਰੇ ਰਹਿੰਦੇ ਸੀ, ਕਿਉਂਕਿ ਉਹਨਾਂ ਦਾ ਜਨਮ ਸਥਾਨ ਜਿਹੜਾ ਹੈ ਜਾਂ ਘਰ ਜੋ ਹੈ ਉਹ ਤਾਂ ਹੁਣ ਮੌਜੂਦਾ ਪਾਕਿਸਤਾਨ ਦੇ ਵਿੱਚ ਰਹਿ ਗਿਆ। ਸੋ ਇਹ ਕੁਝ ਯਾਦਗਾਰਾਂ ਜਿਹੜੀਆਂ ਨੇ ਆਪਾਂ ਦੇਖ ਸਕਦੇ ਹਾਂ। ਸੋ ਪੁਰਾਣੀ ਜੋ ਹੈ ਸੋ ਇੱਧਰ ਪੁਰਾਣੇ ਉਹਨਾਂ ਦੇ ਮੰਜੇ ਵਗੈਰਾ, ਸੋ ਉਹ ਇੱਥੇ ਸਾਨੂੰ ਜਿਹੜੀਆਂ ਚੀਜ਼ਾਂ ਇੱਥੇ ਮੌਜੂਦ ਨੇ। ਸੋ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਜਦੋਂ ਕੋਈ ਇਸ ਕਾਰਜ ਵਾਸਤੇ ਆਪਣੀ ਜ਼ਿੰਦਗੀ ਲਿਖੇ ਲਾਉਂਦਾ ਤੇ ਫਿਰ ਉਹਦੇ ਨਾਲ ਸੰਬੰਧਿਤ ਹਰ ਚੀਜ਼ ਯਾਦਗਾਰ ਬਣ ਜਾਂਦੀ ਹੈ। ਇੱਥੇ ਇੱਕ ਚੱਕੀ ਜਿਹੜੀ ਆਟਾ ਪੀਣ ਵਾਲੀ ਉਹ ਆਪਾਂ ਦੇਖ ਸਕਦੇ ਹਾਂ। ਸੋ ਪੁਰਾਣੀਆਂ ਜਿਹੜੀਆਂ ਘਰਾਂ ਦੀਆਂ ਵਰਤੋਂ ਵਾਲੀਆਂ ਚੀਜ਼ਾਂ ਕੋਈ ਇੱਧਰ ਸਾਨੂੰ ਦਿਖਦੀ ਪਈ ਹੈ। ਇੱਧਰ ਵੀ ਕੁਛ ਉਹਨਾਂ ਦੇ ਪੁਰਾਣੇ ਗਲਾਸ, ਹੋਰ ਜਿਹੜੀਆਂ ਵਸਤੂਆਂ ਨੇ ਆਪਾਂ ਦੇਖ ਸਕਦੇ ਹਾਂ। ਇੱਥੇ ਲੱਕੜ ਦੀਆਂ ਮਾਰੀਆਂ ਕਈ ਸਾਰੀਆਂ ਜਿਹੜੀਆਂ ਪਹਿਲਾਂ ਵਰਤੀਆਂ ਜਾਣ ਵਾਲੀਆਂ, ਜਿਹਦੇ ਚ ਪ੍ਰੈਸ ਮੌਜੂਦ ਹੈ, ਇੱਕ ਛੋਟੀ ਲਾਲਟੈਨ, ਚਿੱਕੂ ਹੈ। ਸੋ ਨਿੱਕੀਆਂ ਨਿੱਕੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੱਕੜੀ, ਵੱਟੇ ਵਗੈਰਾ ਪੁਰਾਣੇ ਜਿਹੜੇ ਨੇ ਉਹ ਵੀ ਇੱਥੇ ਪਏ ਹੋਏ ਨੇ। ਸੋ ਇੱਧਰ ਇੱਕ ਚੁੱਲ੍ਹੇ ਬਣਾਏ ਗਏ ਨੇ ਦੋ। ਮੈਂ ਸਮਝਦਾ ਕਿ ਉਸ ਯਾਦਗਾਰ ਦੇ ਨਾਲ ਨਾਲ ਜੋ ਹੈ ਇੱਥੇ ਇੱਥੇ ਇੱਕ ਤਸਵੀਰ ਪਈ ਹੋਈ ਹੈ। ਚਰਖਾ ਵੀ ਪਿਆ, ਚਾਹੇ ਚਰਖਾ ਮਹਾਤਮਾ ਗਾਂਧੀ ਨਾਲ ਜ਼ਿਆਦਾ ਸੰਬੰਧਿਤ ਰਿਹਾ, ਪਰ ਇੱਥੇ ਕਿਉਂਕਿ ਪੂਣੀਆਂ ਕੱਤਣੀਆਂ ਤੇ ਚਰਖੇ ਦੇ ਨਾਲ ਸੂਤ ਆਪਣਾ ਜਿਹੜਾ ਉਹ ਬਣਾਉਣਾ। ਸੋ ਗੜਵੀਆਂ, ਸੁਰਾਹੀਆਂ, ਕਈ ਸਾਰੀਆਂ ਪੁਰਾਣੀਆਂ ਵਸਤੂਆਂ ਜਿਹੜੀਆਂ ਨੇ ਇੱਥੇ ਮੌਜੂਦ ਨੇ, ਜਿਨ੍ਹਾਂ ਤੋਂ ਆਪਾਂ ਇੱਥੇ ਵੀ ਗਾਗਰਾਂ ਤੇ ਗਲਾਸ, ਥਾਲੀਆਂ, ਪਰਾਤਾਂ, ਸੋ ਪੁਰਾਣੇ ਬਰਤਨ ਜਿਹੜੇ ਨੇ ਉਹ ਇੱਥੇ ਰੱਖੇ ਹੋਏ ਨੇ। ਸੋ ਮੈਂ ਸਮਝਦਾ ਕਿ ਇੱਕ ਯਾਦਗਾਰ ਦੇ ਤੌਰ ਦੇ ਉੱਤੇ ਚਾਹੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਇੱਥੇ ਆਉਣ ਦਾ ਕੋਈ ਬਹੁਤ ਜ਼ਿਆਦਾ ਵੱਡਾ ਹਵਾਲਾ ਨਹੀਂ, ਪਰ ਉਹਨਾਂ ਦੇ ਵੱਡੇ ਵਡੇਰੇ ਪਹਿਲਾਂ ਇੱਥੇ ਰਹਿੰਦੇ ਸਨ। ਇਸ ਤੋਂ ਬਾਅਦ ਉਹ ਉੱਥੇ ਚਲੇ ਗਏ ਪਾਕਿਸਤਾਨ, ਤੇ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਨਮ ਜਿਹੜਾ ਸੀ ਉੱਧਰ ਹੀ ਹੋਇਆ। ਸੋ ਇੱਕ ਪੁਰਾਣੀ ਖੋਈ ਦਾ ਵੀ ਇੱਥੇ ਇਹ ਸਾਨੂੰ ਮਿਲਦਾ ਹੈ। ਇਹਦੇ 'ਚ ਹੁਣ ਪਾਣੀ ਤਾਂ ਨਹੀਂ ਹੈ, ਪਰ ਸਾਨੂੰ ਇੱਕ ਦਿੱਖ ਜਿਹੜੀ ਹੈ ਜ਼ਰੂਰ ਪ੍ਰਾਪਤ ਹੁੰਦੀ ਹੈ। ਸੋ ਅੱਜ ਸਰਦਾਰ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਕਾਫੀ ਸਾਰੇ ਜਿਹੜੇ ਲੋਕ ਨੇ ਉਹ ਇੱਥੇ ਆ ਰਹੇ ਨੇ ਇਹ ਸਾਰਾ ਕੁਝ ਦੇਖਣ ਦੇ ਵਾਸਤੇ। ਤੇ ਅਸੀਂ ਵੀ ਤੁਹਾਨੂੰ ਇਸ ਉਹਨਾਂ ਦੇ ਜੱਦੀ ਘਰ ਦੇ ਖਟਕੜ ਕਲਾਂ, ਜਿਹੜਾ ਕਿ ਆਪਣੇ ਆਪ ਦੇ ਵਿੱਚ ਬੜੀ ਇੱਕ ਮਹੱਤਵਪੂਰਨ ਜਗ੍ਹਾ ਜਿਹੜੀ ਬਣ ਚੁੱਕੀ ਹੈ ਇਸ ਨਗਰ ਦੀ। ਬੰਗੇ ਤੋਂ ਜਦੋਂ ਆਪਾਂ ਸ਼ਹੀਦ ਭਗਤ ਸਿੰਘ ਨਗਰ ਜਾਂ ਨਵਾਂ ਸ਼ਹਿਰ ਜਿਹਨੂੰ ਆਪਾਂ ਪਹਿਲਾਂ ਕਹਿੰਦੇ ਸੀ, ਸੋ ਉਸ ਰਸਤੇ ਦੇ ਉੱਤੇ ਇਹ ਜੋ ਹੈ ਨਗਰ ਹੈ। ਸੋ ਅੱਜ ਕਾਫੀ ਤਾਦਾਦ ਦੇ ਵਿੱਚ ਜਿਹੜੇ ਨੇ ਇੱਥੇ ਲੋਕ ਪਹੁੰਚੇ ਹੋਏ ਨੇ। ਸੋ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ ਦੇ ਵਾਸਤੇ ਜਿੱਥੇ ਅੱਜ ਕਿਸਾਨ ਮਜ਼ਦੂਰ ਏਕਤਾ ਮਹਾਸਭਾ ਜਿਹੜੀ ਹੋ ਰਹੀ ਹੈ, ਜਿਹੜੀ ਕਿ ਪਹਿਲਾਂ ਇੱਥੇ ਹੀ ਨਜ਼ਦੀਕ ਹੋਣੀ ਸੀ, ਪਰ ਕੁਝ ਕਾਰਨਾਂ ਕਰਕੇ ਇੱਥੋਂ ਕਿਉਂਕਿ ਮੌਸਮ ਜ਼ਿਆਦਾ ਖਰਾਬ ਹੋ ਗਿਆ ਸੀ ਤੇ ਟੈਂਟ ਜਿਹੜੇ ਲੱਗੇ ਸਨ ਉਹ ਸਾਰਾ ਢਾਂਚਾ ਡਿਸਟਰਬ ਹੋਣ ਕਰਕੇ ਉਹ ਬੰਗੇ ਦੀ ਅਨਾਜ ਮੰਡੀ ਦੇ ਵਿੱਚ ਜਿੱਥੇ ਉਹ ਸਭਾ ਹੋ ਰਹੀ ਹੈ ਉਹਦੇ ਨਾਲ ਵੀ ਅਸੀਂ ਆਪ ਜੀਆਂ ਨੂੰ ਜੋੜਿਆ। ਤੇ ਅੱਜ ਦੇ ਇਸ ਮੌਕੇ ਤੇ ਇਸ ਉਹਨਾਂ ਦੇ ਘਰ ਦੇ ਵੀ ਤੁਹਾਨੂੰ ਅਸੀਂ ਇੱਥੇ ਦਰਸ਼ਨ ਕਰਵਾ ਰਹੇ ਹਾਂ, ਜਿੱਥੇ ਕਿ ਉਹਨਾਂ ਦੇ ਵੱਡੇ ਵਡੇਰੇ ਰਹਿੰਦੇ ਸੀ। ਛੋਟੀ ਉਮਰ ਦੇ ਵਿੱਚ ਸ਼ਹੀਦ ਭਗਤ ਸਿੰਘ ਦੇ ਇੱਥੇ ਆਉਣ ਦਾ ਕੁਝ ਹਵਾਲਾ ਮਿਲਦਾ। ਸੋ ਇਹ ਯਾਦਗਾਰ
ਜਿਹੜੀ ਕਿ ਇੱਥੇ ਇੰਡੀਆ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਨਾਲ ਸੰਬੰਧਿਤ ਮੁੱਖ ਯਾਦਗਾਰ ਹੈ। ਉਹਨਾਂ ਦੀ ਜਿਹੜੀ ਵਿਰੋਧਤਾ ਇੱਥੇ ਵੀ ਇੱਕ ਆਪਣੇ ਢੰਗ ਦੇ ਨਾਲ ਇਹ ਕਰਦੇ ਪਏ ਨੇ। ਸ਼ਹੀਦ ਭਗਤ ਸਿੰਘ ਦੇ ਸੋ क्या मैसेज मैडम आप दे रहे हैं यहाँ पे खड़े होकर? मैं जनता को ये मैसेज देना चाहूँगी कि ज़्यादा से ज़्यादा इकट्ठे हो कि आज जो कानून है वो ये जिस हिसाब से लेकर आए हैं, हमारी जब यूनिटी होएगी तभी ये कानून वापस होगा। तो ज़्यादा से ज़्यादा यही मैसेज दूंगी कि सभी जो आज मैंने जो देखा है कि महिलाओं की जो गिनती है वो बहुत ही कम है, तो आज महिलाओं को घरों में बैठने की ज़रूरत नहीं है, ज़्यादा से ज़्यादा बाहर निकले और हमारे साथ में शामिल हो ताकि ये कानून वापस हो सके और हम भगत सिंह जी के सपनों को पूरा कर सके। ये तभी पॉसिबल होगा जब हम सब एक होंगे। बस ही मैसेज ਬਿਲਕੁਲ ਏਕਾ ਹੀ ਜਿਹੜਾ ਉਹ ਸਰਕਾਰਾਂ ਨੂੰ ਝੁਕਾਉਂਦਾ ਹੈ ਤੇ ਅੱਜ ਜਿਹੜੀ ਕੇਂਦਰ ਸਰਕਾਰ ਹੈ ਉਹਨੇ ਜਿਹੜਾ ਇੱਕ ਪੰਜਾਬ ਦੇ ਸਿਰ ਦੇ ਉੱਤੇ ਇਹ ਬੜਾ ਵੱਡਾ ਮੈਂ ਸਮਝਦਾ ਭਾਜੀ ਪਾਈ ਹੋਈ ਹੈ ਤੇ ਭਾਜੀਆਂ ਮੋੜਦੀਆਂ ਪੰਜਾਬੀਆਂ ਨੂੰ ਬਖੂਬੀ ਆਉਂਦੀਆਂ ਵੀ ਨੇ। ਸੋ ਇਸੇ ਵਾਸਤੇ ਹੀ ਅੱਜ ਜਿਹੜੀ ਹੈ ਇਹ ਮਹਾਂ ਸਭਾ ਜਿਹੜੀ ਰੱਖੀ ਗਈ ਹੈ ਤੇ ਜਿਹਦੇ ਵਿੱਚ ਕਿਸਾਨ ਤੇ ਕਿਸਾਨ ਆਗੂ ਤੇ ਨੌਜਵਾਨ ਸਾਰੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਆਪਣਾ ਹੱਕ ਜਿਹੜਾ ਉਹਦੇ ਵਾਸਤੇ ਜੂਝਦੇ ਪਏ ਨੇ, ਉਹਦੇ ਵਾਸਤੇ ਆਵਾਜ਼ ਬੁਲੰਦ ਕਰਦੇ ਪਏ ਨੇ। ਸੋ ਅੱਜ ਉਹਨਾਂ ਦੀ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਮੈਡੀਕਲ ਪ੍ਰੈਕਟੀਸ਼ਨਰਸ ਐਸੋਸੀਏਸ਼ਨ ਸ਼ਹੀਦ ਭਗਤ ਸਿੰਘ ਨਗਰ ਦੇ ਐਸੋਸੀਏਸ਼ਨ ਵੱਲੋਂ ਤੇ ਵਿਸ਼ੇਸ਼ ਰੂਪ ਵਿੱਚ ਪਹੁੰਚ ਕੇ ਸ਼ਹੀਦਾਂ ਨੂੰ ਪੰਜਾਬ ਜਿੰਦਾਬਾਦ 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 ਸਿੰਘ ਦੇ ਸ਼ਹੀਦੋਂ ਤੁਹਾਡੀ ਸੋਚ ਤੇ ਫਹਿਰਾ ਦੇਾਂਗੇ ਠੋਕ ਕੇ ਸ਼ਹੀਦੋਂ ਤੁਹਾਡੀ ਸੋਚ ਤੇ ਫਹਿਰਾ ਦੇਾਂਗੇ ਠੋਕ ਕੇ ਸ਼ਹੀਦ ਭਗਤ ਸਿੰਘ ਸਾਡਾ ਨਾਮ ਇਸ ਢੰਗ ਦੇ ਨਾਲ ਵੱਖ-ਵੱਖ ਜਥੇਬੰਦੀਆਂ ਜੋ ਹਨ ਸੋ ਆਪਣਾ ਢੰਗ ਦੇ ਨਾਲ ਸ਼ਹੀਦਾਂ ਨੂੰ ਆਪਣੀ ਸ਼ਰਧਾਂਜਲੀ ਭੇਟ ਕਰ ਰਹੀਆਂ ਨੇ ਤੇ ਨਾਲ ਹੀ ਨਾਲ ਜੋ ਵੱਡਾ ਅੱਜ ਪ੍ਰੋਗਰਾਮ ਇਸ ਜਗ੍ਹਾ ਤੇ ਹੋ ਰਿਹਾ ਉਹ ਕਿਸਾਨਾਂ ਦੀ ਜੋ ਮਹਾਂ ਸਭਾ ਹੋ ਰਹੀ ਹੈ ਉਹਦੇ ਨਾਲ ਆਪ ਜੀਆਂ ਨੂੰ ਫਿਰ ਦੁਬਾਰਾ ਜੋੜਨਾ ਕਰਾਂਗੇ। ਤੇ ਖਟਕੜ ਕਲਾਂ ਵਿਖੇ ਹੀ ਜੋ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਉਹਨਾਂ ਦੀ ਯਾਦ ਦੇ ਵਿੱਚ ਮੈਮੋਰੀਅਲ ਬਣਿਆ ਹੋਇਆ ਤੇ ਪਹੁੰਚੇ ਆ ਸੋ ਤੁਹਾਨੂੰ ਦਿਖਾਉਂਦੇ ਆ ਇੱਥੇ ਅੱਜ ਇਸ ਢੰਗ ਦੀਆਂ ਰੌਣਕਾਂ ਨੇ। ਇੱਧਰ ਜੋ ਹੈ ਸੋਨਾ ਪਰਿਵਾਰ ਦੀ ਜਿਹੜੀ ਹੈ ਸਾਰੀ ਹਿਸਟਰੀ ਇੱਥੇ ਦਿੱਤੀ ਹੋਈ ਹੈ। ਸਰਦਾਰ ਕਿਸ਼ਨ ਸਿੰਘ, ਸਰਦਾਰ ਅਜੀਤ ਸਿੰਘ, ਸਰਦਾਰ ਸਵਰਨ ਸਿੰਘ ਇੱਥੇ ਅੱਜ ਇਸ ਢੰਗ ਦੇ ਨਾਲ ਜੋ ਲੋਕ ਆ ਕੇ ਯਾਦਗਾਰੀ ਤਸਵੀਰਾਂ ਖਿਚਵਾ ਰਹੇ ਨੇ। ਕਾਫੀ ਸ਼ਹੀਦ ਭਗਤ ਸਿੰਘ ਦੇ ਨਾਲ ਲਗਾਵ ਪਿਆਰ ਰੱਖਣ ਵਾਲੇ ਲੋਕ ਅੱਜ ਇੱਥੇ ਪਹੁੰਚੇ ਹੋਏ ਨੇ ਤੇ ਇੱਧਰ ਅੱਗੇ ਉਹਨਾਂ ਦਾ ਇੱਕ ਆਤਮਕਦ ਬੁੱਤ ਜਿਹੜਾ ਉਹ ਲੱਗਾ ਹੋਇਆ ਸੋ ਤੁਹਾਨੂੰ ਉਸ ਪਾਸੇ ਵੀ ਲੈ ਕੇ ਚੱਲਦੇ ਹਾਂ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਇੱਕ ਆਤਮਕਦ ਬੁੱਤ ਜਿਹੜਾ ਇੱਥੇ ਲੱਗਾ ਹੋਇਆ ਜਿੱਥੇ ਕਿ ਅੱਜ ਉਹਨਾਂ ਨੂੰ ਬੜੀ ਵੱਡੀ ਗਿਣਤੀ 'ਚ ਸ਼ਰਧਾਂਜਲੀ ਜੋ ਹੈ ਭੇਟ ਕੀਤੀ ਜਾ ਰਹੀ ਹੈ। ਸੋ ਆਪਾਂ ਦੇਖ ਸਕਦੇ ਸਰਦਾਰ ਭਗਤ ਸਿੰਘ ਇੱਕ ਐਸੀ ਸ਼ਖਸੀਅਤ ਨੇ ਜਿਹਨਾਂ ਨੂੰ ਕਿ ਸਾਰੇ ਹੀ ਪੰਜਾਬੀ ਬੜੇ ਮਾਣ ਨਾਲ ਯਾਦ ਕਰਦੇ ਨੇ। ਇੱਥੇ ਜੋ ਹੈ ਸੋ ਸਾਰੇ ਹੀ ਆਣ ਕੇ ਅੱਜ ਯਾਦਗਾਰੀ ਤਸਵੀਰ ਖਿਚਵਾ ਰਹੇ ਨੇ। ਸੋ ਇਹ ਸਰਦਾਰ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ, ਕਿੱਥੋਂ ਆਏ ਤੁਸੀਂ ਜੀ? ਇਹ ਟਾਂਡਾ ਉੜਮੁੜ ਜੀ। ਅੱਛਾ ਜੀ, ਤੇ ਅੱਜ ਖਾਸ ਤੌਰ ਤੇ ਹਾਂਜੀ ਖਾਸ ਤੌਰ ਤੇ ਅੱਜ ਭਗਵੰਤ ਆਪਣੇ ਸ਼ਹੀਦ ਭਗਤ ਸਿੰਘ ਜੀ ਦਾ ਸ਼ਹੀਦੀ ਦਿਨ ਉਹਨਾਂ ਨੂੰ ਸਜਦਾ ਕਰਨ ਲਈ ਅੱਜ ਆਏ ਆ। ਸਾਡੇ ਪਾਰਟੀ ਪ੍ਰਧਾਨ ਆਮ ਆਦਮੀ ਪਾਰਟੀ ਦੇ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਵੀ ਆ ਰਹੇ ਤੇ ਅਸੀਂ ਉਹਨਾਂ ਨੂੰ ਪਹਿਲਾਂ ਸਾਡੇ ਕਿਸਾਨ ਸੈੱਲ ਵੱਲੋਂ
ਕਲਤਾਰ ਸਿੰਘ ਸੰਧਵਾ MLA ਸਾਹਿਬ ਵੱਲੋਂ ਡਿਊਟੀ ਲੱਗੀ ਸੀ ਵੀ ਤੁਸੀਂ ਉੱਥੇ ਜ਼ਰੂਰ ਪਹੁੰਚਣਾ, ਤੇ ਅਸੀਂ ਪਹੁੰਚੇ ਹਾਂ ਤੇ ਸ਼ਹੀਦਾਂ ਨੂੰ ਸਜਦਾ ਕਰਦੇ ਹਾਂ। ਨੌਜਵਾਨਾਂ ਦਾ ਉਤਸ਼ਾਹ ਦੇਖਣ ਵਾਲਾ ਹੈ ਅੱਜ, ਕਿਉਂਕਿ ਉਸ ਭਗਤ ਸਿੰਘ ਦੀ ਸੋਚ ਨੂੰ ਸਮਰਪਿਤ ਆ ਸਾਰੇ। ਜੇ ਉਹਦੀ ਸੋਚ ਨੂੰ ਅਸੀਂ ਤੁਰੇ ਰਵਾਂਗੇ ਤਾਂ ਸ਼ਾਇਦ ਇੱਕ ਦਿਨ ਇਨਕਲਾਬ ਜ਼ਰੂਰ ਆਊਗਾ। ਜਿਹੜਾ ਅੱਜ ਕਿਸਾਨੀ ਸਭਾ ਹੋ ਰਹੀ ਹੈ ਇੱਥੇ ਵੀ ਕਾਫੀ ਕੇਜਰੀਵਾਲ ਸਾਹਿਬ ਨੇ ਵੀ ਸਭਾ ਕੀਤੀ ਹੈ, ਕਿਸਾਨ ਮਹਾਸਭਾ ਜਿਹੜੀ ਹੈ। ਹਾਂਜੀ ਕਿਸਾਨ ਇਹ ਕਿਸਾਨੀ ਦਾ ਜਿਹੜਾ ਰੰਗ ਪੰਜਾਬ ਨੂੰ ਚੜਿਆ ਇਸ ਵੇਲੇ, ਇਹਨੂੰ ਕਿਵੇਂ ਵੇਖਦੇ ਹੋ? ਦੇਖੀ ਜੋ ਪੰਜਾਬ ਨੇ ਇਸ ਟਾਈਮ ਇੱਕ ਕਿਸਾਨੀ 'ਚ ਨਵਾਂ ਇਨਕਲਾਬ ਲਿਆਂਦਾ ਨਾ, ਉਹ ਪੂਰਾ ਦੇਸ਼ ਇਸ ਟਾਈਮ ਕਰਜ਼ਾਈ ਹੋ ਗਿਆ ਪੰਜਾਬ ਦਾ, ਕਿਉਂਕਿ ਅੱਜ ਤੱਕ ਇਹਨਾਂ ਦੇ ਮੋਦੀਆਂ ਦੇ ਖਿਲਾਫ ਜਿੰਨੇ ਵੀ ਇਹਨੇ ਕਾਨੂੰਨ ਲਿਆਂਦੇ ਆ ਕੋਈ ਖੜਾ ਹੀ ਨਹੀਂ ਹੋਇਆ। ਇਹ ਪੰਜਾਬੀ ਆ ਜਿਹੜੇ ਆ ਸਦਾ ਹੀ ਜਦੋਂ ਵੀ ਕੋਈ ਲਹਿਰ ਸ਼ੁਰੂ ਹੋਈ ਆ ਤਾਂ ਪੰਜਾਬ ਤੋਂ ਸ਼ੁਰੂ ਹੋਈ ਆ, ਔਰ ਪੰਜਾਬੀਆਂ ਨੇ ਦਿਖਾਤਾ ਆ ਕਿ ਅਸੀਂ ਵਾਪਸ ਮੁੜਨ ਵਾਲੇ ਨਹੀਂ ਹੈਗੇ। ਅਸੀਂ ਤੇਰੇ ਤਿੰਨੇ ਕਾਨੂੰਨ ਰੱਦ ਕਰਾ ਕੇ ਜਾਵਾਂਗੇ। ਜੇਕਰ ਗਾਂ ਕੋਈ ਹੋਰ ਵੀ ਤੂੰ ਇਦਾਂ ਦਾ ਗਲਤ ਕਾਨੂੰਨ ਲਿਆ ਉਹ ਵੀ ਸੋਚ ਸਮਝ ਕੇ ਲਿਆਏਗਾ। ਸੋ ਬਿਲਕੁਲ ਪੰਜਾਬੀ ਜਿਹੜੇ ਨੇ ਉਹ ਡਟ ਗਏ ਨੇ ਤੇ ਇਹਨਾਂ ਦਾ ਡਟਣਾ ਜਿਹੜਾ ਵਾ ਉਹ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਇਤਿਹਾਸ ਹੈ ਤੇ ਉਹਦਾ ਇਤਿਹਾਸ ਦਾ ਇੱਕ ਰੂਪ ਆ ਪਿੱਛੇ ਵੀ ਅਸੀਂ ਦੇਖਦੇ ਪਏ ਆ, ਕਿਉਂਕਿ ਜਿੱਥੇ ਡਟ ਜਾਂਦੇ ਨੇ ਫਿਰ ਉੱਥੇ ਡਟ ਜਾਂਦੇ ਨੇ, ਉੱਥੋਂ ਪਿੱਛੇ ਨਹੀਂ ਹਟਦੇ। ਸੋ ਇੱਥੇ ਸ਼ਹੀਦ ਭਗਤ ਸਿੰਘ ਦੇ ਉਹਨਾਂ ਦੇ ਮੈਮੋਰੀਅਲ ਦੇ ਉੱਪਰ ਇਸ ਵਕਤ ਅਸੀਂ ਪਹੁੰਚੇ ਹੋਏ ਹਾਂ, ਜਿੱਥੇ ਕਿ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਜੀ ਵੀ ਉਹ ਵੀ ਆ ਰਹੇ ਨੇ ਤੇ ਹੋਰ ਵੀ ਜਿਹੜੇ ਨੇ ਇੱਥੇ ਉੱਥੋਂ ਨੇਤਾ ਜਿਹੜੇ ਨੇ ਵੱਖ-ਵੱਖ ਜਿਹੜੀਆਂ ਪਾਰਟੀਆਂ ਉਹਨਾਂ ਦੇ ਪਹੁੰਚੇ ਨੇ। ਪਹਿਲਾਂ ਵੀ ਇੱਥੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾ ਚੁੱਕੀ ਹੈ। ਹੋਰ ਵੀ ਵੱਖ-ਵੱਖ ਢੰਗ ਦੇ ਨਾਲ ਜਿਹੜੀਆਂ ਨੇ ਸਭਾ ਸੁਸਾਇਟੀਆਂ ਤੇ ਹੋਰ ਜਿਹੜੀਆਂ NGOs ਨੇ ਉਹ ਇੱਥੇ ਪਹੁੰਚ ਕੇ ਆਪਣੀ ਹਾਜ਼ਰੀ ਲਗਵਾ ਰਹੀਆਂ ਨੇ। ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਪਹਿਲੀ ਵਾਰ ਹੈ ਕਿ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਤੇ ਸਟਾਲ ਦੇ ਨਾਲ ਜਪਿਆ ਜਾ ਰਿਹਾ। ਕਈ ਮਾਸਟਰ ਸ਼ਹੀਦੀ ਜੁਗਾਦ ਸੱਚ ਇਹ ਇਕੱਠ ਜਿਹੜਾ ਸੱਚ ਹੋਇਆ, ਨਾਨਕ ਹੋਸੀ ਵੀ ਸੱਚ। ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ।
ਐਸੀ ਬਾਣੀ ਜੋ ਮਰੇ ਮੋਹਰ ਨਾ ਮਰਨਾ ਹੋਵੇ। ਇਹਦੇ ਸਾਡਾ ਜਾਣ ਵਾਲਾ ਮਾਹੌਲ ਸ਼ਹੀਦਾਂ ਸਿੰਘਾਂ ਨੂੰ ਸ਼ਬਦਾਂ ਦੇ ਫੁੱਲ ਅਰਪਣ ਕਰਦਾ ਹੋਇਆ ਸਾਧ ਸੰਗਤ ਜੀ ਬੇਨਤੀ ਕਰਦਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਪੁੱਛਿਆ, ਪਾਤਸ਼ਾਹ ਸਾਡੇ ਸਨਾਤਨ ਮਤ ਵਾਲੇ ਵੀਰ 33 ਕਰੋੜ ਦੇਵਤਾ ਮੰਨਦੇ ਹਨ, ਆਪ ਜੀ ਦੱਸਣ ਦੀ ਕਿਰਪਾਲਤਾ ਕਰੋ, ਸਭ ਤੋਂ ਸ਼੍ਰੋਮਣੀ ਦੇਵਤਾ ਕਿਹੜਾ? ਸਾਰੇ ਦੇਵਤੇ ਪੀਰ ਮੁਕੰਦਰ ਮਹਾਂਪੁਰਸ਼ ਪੂਜਨੀਕ ਹਨ, ਸਤਿਕਾਰਯੋਗ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ, ਕਹਿਣ ਲੱਗੇ ਗੁਰ ਸਿੱਖੋ ਰਹੀਆਂ ਨੇ ਬੜਾ ਲੋਕਾਂ ਦੇ ਮਨਾਂ ਤੋਂ ਉਤਸ਼ਾਹ ਵਾ ਕਿ ਪੰਜਾਬ ਦੇ ਵਿੱਚ ਏਡੇ ਵੱਡੇ ਇਕੱਠ ਹੋ ਰਹੇ ਨੇ। ਤੁਸੀਂ ਕੀ ਦੇਖਦੇ ਹੋ, ਕਿੱਥੇ ਤੱਕ ਪਹੁੰਚ ਗਿਆ ਕਿਸਾਨ ਮੋਰਚਾ ਇਸ ਵੇਲੇ ਪੰਜਾਬ ਦੇ ਵਿੱਚ? ਕੀ ਜੋਸ਼ ਹੈ ਇਸ ਨੌਜਵਾਨੀ ਦਾ? ਦੇਖੋ, ਪੰਜਾਬ ਹਰ ਅੰਦੋਲਨ ਦਾ ਮੋਹਰੀ ਰਿਹਾ ਹੈ, ਇੱਥੇ ਵੀ ਮੋਹਰੀ ਰਿਹਾ ਹੈ, ਲੇਕਿਨ ਜਿਸ ਤਰ੍ਹਾਂ ਅੰਦੋਲਨ ਬਾਹਰਲੀਆਂ ਸਟੇਟਾਂ 'ਚ ਫੈਲ ਰਿਹਾ ਹੈ ਉਹਦੇ ਤੋਂ ਸਿੱਧ ਹੋ ਰਿਹਾ ਹੈ ਕਿ ਅੰਦੋਲਨ ਬਹੁਤ ਅੱਗੇ ਵਧ ਗਿਆ, ਦੇਸ਼ ਲੈਵਲ 'ਚ ਫੈਲ ਗਿਆ, ਬਾਹਰਲੇ ਕੰਟਰੀਆਂ 'ਚ ਅੰਦੋਲਨ ਜਾ ਚੁੱਕਿਆ। ਔਰ ਉਹਦੇ ਵਿੱਚ ਹਰ ਹਾਲ 'ਚ ਸਰਕਾਰ ਨੂੰ ਕਿਸਾਨਾਂ ਦੀ ਇਸ ਲੜਾਈ ਦੇ ਸਾਹਮਣੇ ਝੁਕਣਾ ਪੈਣਾ, ਔਰ ਉਹ ਝੁਕਾਉਣ ਦੇ ਵਿੱਚ ਅਸੀਂ ਦਿਨ ਬ ਦਿਨ ਸਫਲ ਵੀ ਹੋ ਰਹੇ ਹਾਂ। ਤੁਸੀਂ ਦੇਖ ਰਹੇ ਹੋ, ਕਦੇ ਕਿਸੇ ਬੀਜੇਪੀ ਦੇ ਲੀਡਰ ਦਾ ਬਿਆਨ ਕਿਸਾਨਾਂ ਦੇ ਹੱਕ 'ਚ ਆ ਜਾਂਦਾ ਹੈ, ਕਦੇ ਕਿਸੇ ਦਾ ਬਿਆਨ ਕਿਸਾਨਾਂ ਦੇ ਹੱਕ 'ਚ ਆਉਂਦਾ ਹੈ। ਇਹਦਾ ਮਤਲਬ ਇਹ ਹੈ ਕਿ ਬੀਜੇਪੀ ਅੰਦਰੋਂ ਅੰਦਰੀ ਕਿਸਾਨਾਂ ਦੇ ਪੱਖ 'ਚ ਆਉਣ ਲਈ ਸੋਚ ਰਹੀ ਹੈ ਔਰ ਹਿੱਲੀ ਹੋਈ ਹੈ। ਤੇ ਅੱਜ ਜਿੱਦਾਂ ਨੌਜਵਾਨਾਂ ਦਾ ਇਕੱਠ ਇੱਕ ਬੜੀ ਵੱਡੀ ਪੱਧਰ ਦੇ ਉੱਤੇ, ਕਿਉਂਕਿ ਕਿਤੇ ਨਾ ਕਿਤੇ ਬਜ਼ੁਰਗਾਂ ਦੀ ਤੇ ਨੌਜਵਾਨਾਂ ਦੀ ਦੂਰੀ ਜਿਹੜੀ ਆ ਪਿਛਲੇ ਦਿਨਾਂ ਦੇ ਵਿੱਚ ਦੇਖਣ ਨੂੰ ਜਿਹੜੀ ਮਿਲੀ, ਉਹਨੂੰ ਤੁਸੀਂ ਕੀ ਦੇਖਦੇ? ਅੱਜ ਦੀ ਰੈਲੀ ਕੀ ਸਿੱਧ ਕਰਦੀ ਪਈ ਹੈ? ਦੇਖੋ, ਮੈਂ ਤੁਹਾਨੂੰ ਦੱਸਦਾ, ਤੁਸੀਂ ਮੈਨੂੰ ਇਹ ਦੱਸਿਓ, ਨੌਜਵਾਨਾਂ ਦੀ ਤੇ ਬਜ਼ੁਰਗਾਂ ਦੀ ਕਦੇ ਦੂਰੀ ਹੋ ਸਕਦੀ ਹੈ? ਹਰ ਨੌਜਵਾਨ ਦਾ ਇੱਕ ਦਾਦਾ ਹੈ, ਇੱਕ ਬਾਪ ਹੈ, ਹਰ ਦਾਦੇ ਦਾ ਇੱਕ ਘਰੇ ਬੱਚਾ ਹੈ, ਇੱਕ ਪੋਤਰਾ ਹੈ। ਮੈਨੂੰ ਠੀਕ ਹੈ, ਮੇਰਾ ਪੁੱਤ ਥੋੜੇ ਸਮੇਂ ਲਈ ਮੇਰੇ ਨਾਲ ਨਾਰਾਜ਼ ਹੋ ਸਕਦਾ ਹੈ। ਕੀ ਇਹ ਹੋ ਸਕਦਾ ਹੈ ਵੀ ਉਹ ਮੇਰੇ ਤੋਂ ਦੂਰ ਹੀ ਦੂਰ ਚਲੇ ਜਾਵੇ? ਕੀ ਇਹ ਹੋ ਸਕਦਾ ਹੈ ਕਿ ਦਾਦਾ ਆਪਦੇ ਪੋਤਰੇ ਨੂੰ ਭਾਵੇਂ ਕਿੰਨੀ ਵੀ ਗਲਤੀ ਕਰ ਲੇ ਉਹਨੂੰ ਕਲਾਵੇ 'ਚ ਲੈ ਕੇ ਰੁਕ ਜੂਗਾ? ਇਹ ਨਹੀਂ ਹੋ ਸਕਦਾ। ਅਸੀਂ ਸਾਰੇ ਇੱਕ ਹਾਂ, ਇੱਕ ਹੋ ਕੇ ਲੜਾਈ ਲੜਾਂਗੇ, ਇੱਕ ਹੋ ਕੇ ਲੜਾਈ ਜਿੱਤੀ ਜਾਣੀ ਹੈ। ਸਾਡਾ ਦੁਸ਼ਮਣ ਬਹੁਤ ਸ਼ਾਤਰ ਹੈ, ਬਹੁਤ ਤੇਜ਼ ਹੈ, ਉਹ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਵਰਤ ਰਿਹਾ ਔਰ ਉਹਦੇ ਅਸੀਂ ਕਿਸੇ ਹੱਥ ਕੰਡੇ ਨੂੰ ਸਫਲ ਨਹੀਂ ਹੋਣ ਦੇਵਾਂਗੇ। ਸਾਡਾ ਨੌਜਵਾਨ ਅਸੀਂ ਸਾਰੇ ਰਲ ਕੇ ਇਸ ਲੜਾਈ ਨੂੰ ਜਿੱਤਾਂਗੇ। ਅੱਜ ਦੇ ਇਸ ਰੈਲੀ ਦੇ ਵਿੱਚ ਵਿਸ਼ੇਸ਼ ਤੌਰ ਤੇ ਧਾਰਮਿਕ ਹਸਤੀਆਂ ਵੱਡੀ ਗਿਣਤੀ 'ਚ ਪਹੁੰਚੀਆਂ, ਨਿਹੰਗ ਸਿੰਘ ਜਥੇਬੰਦ ਬਾਬਾ ਸੇਵਾ ਸਿੰਘ ਕਾਰ ਸੇਵਾ ਵਾਲੇ ਹੋਰ ਸਾਰੇ ਪਹੁੰਚੇ ਨੇ। ਸੋ ਆਮ ਤੌਰ ਤੇ ਸ਼ਹੀਦ ਭਗਤ ਸਿੰਘ ਦੇ ਦਿਹਾੜੇ ਦੇ ਮੌਕੇ ਤੇ ਧਾਰਮਿਕ ਹਸਤੀਆਂ ਘੱਟ ਆਉਂਦੀਆਂ ਨੇ। ਅੱਜ ਕੋਈ ਵਿਸ਼ੇਸ਼ ਰੂਪ ਵਿੱਚ ਉਹਨਾਂ ਨੂੰ ਸੱਦਿਆ ਗਿਆ ਜਾਂ ਕਿਸ ਢੰਗ ਦੇ ਨਾਲ ਵਿਉਂਤਬੰਦੀ ਕੀਤੀ ਗਈ ਹੈ? ਦੇਖੋ, ਮੈਨੂੰ ਲੱਗਦਾ ਸੋ ਖੁੱਲਾ ਸੱਦਾ ਜੀ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਸ਼ਹੀਦੀ ਦਿਨ ਹੈ, ਇਹ ਹਰ ਵਾਸਤੇ ਹੈ। ਭਗਤ ਸਿੰਘ ਦੀ ਅਹਿਮੀਅਤ ਸਾਡੇ ਇਕੱਲੇ ਕਿਸਾਨਾਂ ਵਾਸਤੇ ਨਹੀਂ ਹੈ, ਉਹ ਸਿੱਖ ਜਥੇਬੰਦੀਆਂ ਲਈ ਵੀ ਹੈ, ਧਾਰਮਿਕ ਸ਼ਖਸੀਅਤਾਂ ਲਈ ਵੀ ਹੈ, ਹਰ ਵਿਅਕਤੀ ਲਈ ਹੈ, ਹਰ ਬਜ਼ੁਰਗ ਲਈ ਹੈ, ਹਰ ਨੌਜਵਾਨ ਲਈ। ਉਹਨੇ ਦੇਸ਼ ਨੂੰ ਆਜ਼ਾਦ ਕਰਵਾਇਆ ਹੈ ਔਰ ਦੇਸ਼ ਦੇ ਵਿੱਚ ਵਸਦੇ ਹਰ ਨਾਗਰਿਕ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨੂੰ ਨਤਮਸਤਕ ਹੋਣਾ, ਉਹਨੂੰ ਸਲੂਟ ਕਰਨਾ, ਉਹ ਹਰ ਇੱਕ ਦੀ ਜ਼ਿੰਮੇਵਾਰੀ ਬਣਦੀ ਹੈ। ਹਰ ਇੱਕ ਆਪਦੀ ਜ਼ਿੰਮੇਵਾਰੀ ਨਿਭਾ ਰਿਹਾ ਹੈ ਔਰ ਉਹ ਚੰਗੀ ਗੱਲ ਲੱਗੀ ਹੈ ਮੈਨੂੰ ਕਿ ਇੱਥੇ ਸਾਰੇ ਰੰਗ ਇਕੱਠੇ ਨਜ਼ਰ ਆਏ ਆ। ਦੇਸ਼ ਦੀ ਏਕਤਾ ਹੋਰ ਮਜ਼ਬੂਤ ਹੁੰਦੀ ਨਜ਼ਰ ਆ ਰਹੀ ਹੈ ਔਰ ਇਹ ਏਕਤਾ ਸਾਨੂੰ ਜਿੱਤ ਵੱਲ ਲੈ ਕੇ ਜਾਊਗੀ। ਆਮ ਆਦਮੀ ਪਾਰਟੀ ਨੇ ਵੀ ਕਿਸਾਨ ਮਹਾਸਭਾ ਜਿਹੜੀ ਕੀਤੀ ਹੈ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ? ਆਮ ਤੌਰ ਤੇ ਤੁਸੀਂ ਪੋਲੀਟੀਕਲ ਪਾਰਟੀਆਂ ਤੋਂ ਦੂਰ ਹੋ, ਪਰ ਉੱਥੇ ਕਿਸਾਨਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ। ਮੈਂ ਇੱਕ ਬੇਨਤੀ ਕਰਾਂ, ਅੱਜ ਕਿਸਾਨਾਂ ਦਾ ਨਾਂ ਲੈ ਕੇ ਕਿਤੇ ਵੀ ਕੋਈ ਇਕੱਠ ਕਰ ਲੇ, ਕਿਸਾਨੀ ਦਾ ਨਾਂ ਹੋਣ ਦੀ ਢੇਰ ਹੈ, ਕਿਸਾਨ ਇਕੱਠੇ ਹੋਣਗੇ, ਕੋਈ ਦੋਰਾਵਾਂ ਨਹੀਂ। ਪਰ ਇਹਨਾਂ ਪੋਲੀਟੀਕਲ ਪਾਰਟੀਆਂ ਨੂੰ ਮੈਂ ਪੁੱਛਣਾ ਚਾਹੁੰਦਾ ਹੈ ਕਿ ਜਦੋਂ ਇਹ ਕਾਨੂੰਨ ਬਣ ਰਹੇ ਸੀ, ਜਦੋਂ ਇਹ ਆਰਡੀਨੈਂਸ ਬਣ ਰਹੇ ਸੀ, ਅਗਰ ਤੁਹਾਡੇ ਅੰਦਰ ਕਿਸਾਨੀ ਪ੍ਰਤੀ ਜਾਗਰਤੀ ਹੁੰਦੀ ਤਾਂ ਤੁਸੀਂ ਉਸ ਵੇਲੇ ਜਾਗਦੇ। ਪਹਿਲਾ ਅੰਦੋਲਨ ਤੁਸੀਂ ਕਰਦੇ, ਅਸੀਂ ਤੁਹਾਡਾ ਸਾਥ ਦਿੰਦੇ, ਫਿਰ ਤਾਂ ਮੰਨ ਲਿਆ ਵੀ ਤੁਹਾਡੇ ਅੰਦਰ ਕਿਸਾਨਾਂ ਦਾ ਪਿਆਰ ਹੈ। ਤੇ ਇਹ ਤਾਂ ਅੱਜ ਕਿਸਾਨਾਂ ਦੀ ਜਦੋਂ ਮੂਵਮੈਂਟ ਉੱਠੀ ਹੈ, ਜਦੋਂ ਪਤਾ ਲੱਗਿਆ, ਪਿੱਛੇ ਇਲੈਕਸ਼ਨ ਹੋਈ ਪੰਜਾਬ ਦੇ ਵਿੱਚ,
ਚੋਣ ਕਮਿਸ਼ਨ ਤੋਂ ਉਹਨਾਂ ਨੇ ਬਹੁਤ ਸਾਰੇ ਲੀਡਰਾਂ ਨੇ ਮੰਗਿਆ ਕਿ ਸਾਨੂੰ ਜੀ ਕਿਸਾਨੀ ਨਾਲ ਸੰਬੰਧਿਤ ਕੋਈ ਸੰਦ ਉਹ ਨਿਸ਼ਾਨ ਦਿੱਤਾ ਜਾਏ। ਇਹਦਾ ਮਤਲਬ ਹੈ ਇਸ ਅੰਦੋਲਨ ਦਾ ਫਾਇਦਾ ਚੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਰੀਆਂ ਪੋਲੀਟੀਕਲ ਪਾਰਟੀਆਂ ਵੱਲੋਂ। ਇਸ ਤੋਂ ਸਿਵਾ ਕੁਝ ਨਹੀਂ ਹੈ, ਰਾਜਨੀਤੀ ਕਰ ਰਹੇ ਨੇ। ਅਗਲੇ ਸਾਲ ਜਿਹੜੀਆਂ ਆਮ ਚੋਣਾਂ ਪੰਜਾਬ 'ਚ ਹੋਣ ਜਾ ਰਹੀਆਂ ਨੇ ਉਹਦੇ ਵਿੱਚ ਕਿਸਾਨ ਮੋਰਚੇ ਦਾ ਕੀ ਰੋਲ ਹੋਏਗਾ? ਦੇਖੋ, ਲੋਕਾਂ ਦੀ ਅਵੇਅਰਨੈਸ ਜ਼ਰੂਰ ਆਏਗੀ, ਲੋਕ ਜਾਗਰੂਕ ਜ਼ਰੂਰ ਹੋਣਗੇ, ਲੋਕ ਸੋਚ ਕੇ ਸਮਝ ਕੇ ਆਪਦੀ ਵੋਟ ਦਾ ਇਸਤੇਮਾਲ ਕਰਨਗੇ। ਲੇਕਿਨ ਸੰਯੁਕਤ ਮੋਰਚਾ, ਜੋ ਮੈਂ ਆਪਣੀ ਗੱਲ ਕਰਾਂ ਖਾਸ ਕਰਕੇ, ਸੰਯੁਕਤ ਮੋਰਚਾ ਕੇਵਲ 3 ਕਾਨੂੰਨਾਂ ਲਈ ਬਣਿਆ ਹੈ। ਰਾਜਨੀਤੀ ਨਾਲ ਕੋਈ ਮਤਲਬ ਨਹੀਂ ਸੰਯੁਕਤ ਮੋਰਚੇ ਦਾ। ਅਗਰ ਸੰਯੁਕਤ ਮੋਰਚਾ ਇਹ 3 ਕਾਨੂੰਨ ਰੱਦ ਹੋ ਜਾਂਦੇ ਹੈ, ਉਸ ਦਿਨ ਤੋਂ ਬਾਅਦ ਸੰਯੁਕਤ ਮੋਰਚੇ ਦੀ ਕੋਈ ਵਜੂਦ ਨਹੀਂ। ਕਿਸੇ ਦੀ ਕੀ ਸੋਚ ਹੈ ਇਹ ਵੱਖਰੀ ਹੈ, ਲੇਕਿਨ ਮੈਂ ਆਪਣੀ ਸੋਚ ਕਲੀਅਰ ਕਰਾਂ ਕਿ ਮੈਂ ਨਾ ਜ਼ਿੰਦਗੀ 'ਚ ਅੱਜ ਤੱਕ ਮੈਂਬਰੀ ਦਾ ਇਲੈਕਸ਼ਨ ਲੜਿਆ, ਨਾ ਸਰਪੰਚੀ ਦਾ ਇਲੈਕਸ਼ਨ ਲੜਿਆ, ਤੇ ਨਾ ਮੈਂ ਕਦੇ ਅੱਗੇ ਹੀ ਸੋਚਦਾ ਕਿ ਸਾਨੂੰ ਕੋਈ ਹੋਰ ਇਲੈਕਸ਼ਨ ਲੜਨ ਦੀ ਲੋੜ ਹੈ। ਅਸੀਂ ਇਹ ਸੋਚਦੇ ਹਾਂ ਕਿ ਦੇਸ਼ ਨੂੰ ਇਕੱਠੇ ਕਰਨ ਦੀ ਲੋੜ ਹੈ, ਔਰ ਦੇਸ਼ ਇਕੱਠਾ ਤਾਂ ਹੀ ਰਹੇਗਾ ਜੇ ਅਸੀਂ ਗੈਰ ਰਾਜਨੀਤਿਕ ਰਹਾਂਗੇ ਤਾਂ, ਔਰ ਗੈਰ ਰਾਜਨੀਤਿਕ ਰਹਿੰਦੇ ਹੋਏ ਦੇਸ਼ ਨੂੰ ਇਕੱਠੇ ਕਰਕੇ, ਜਿਸ ਤਰ੍ਹਾਂ ਅੱਜ ਗੈਂਟ ਵਰਗੇ ਹਮਲੇ ਸਾਡੇ ਦੇਸ਼ ਤੇ ਹੋ ਰਹੇ ਨੇ, ਉਹਨਾਂ ਤੋਂ ਬਚਾਉਣ ਵਾਸਤੇ ਸਾਨੂੰ ਹੋਰ ਲੜਾਈ ਅਜੇ ਲੜਨ ਦੀ ਲੋੜ ਹੈ। ਉਹਦੇ ਤੇ ਅਸੀਂ ਇਕੱਠੇ ਹੋਣਾ। ਬੰਗਾਲ ਦੇ ਵਿੱਚ ਤੁਸੀਂ ਬੀਜੇਪੀ ਦਾ ਖੁੱਲ੍ਹ ਕੇ ਵਿਰੋਧ ਕੀਤਾ ਸੰਯੁਕਤ ਮੋਰਚੇ ਨੇ, ਕਿ ਕੱਲ ਨੂੰ ਪੰਜਾਬ ਦੀਆਂ ਇਲੈਕਸ਼ਨਾਂ 'ਚ ਕਿਸੇ ਪਾਰਟੀ ਦਾ ਵਿਰੋਧ ਕੀਤਾ ਜਾਏਗਾ? ਮੈਂ ਬੇਨਤੀ ਕਰਾਂ ਕਿ ਅਸੀਂ ਬੀਜੇਪੀ ਦੇ ਵਿਰੋਧ ਵਾਲੀ ਗੱਲ ਨਹੀਂ ਹੈ, ਮੈਂ ਪਹਿਲਾਂ ਵੀ ਗੱਲ ਕੀਤੀ ਹੈ। ਸਾਡਾ ਨਿਸ਼ਾਨਾ ਕਿਸਾਨਾਂ ਨੂੰ ਜਗਾਉਣਾ, ਸਾਡਾ ਨਿਸ਼ਾਨਾ ਲੋਕਾਂ ਨੂੰ ਜਗਾਉਣਾ, ਕਿ ਜਦੋਂ ਲੋਕਾਂ ਨੂੰ ਜਗਾਉਣ ਨਿਕਲਾਂਗੇ। ਹੁਣ ਤੁਸੀਂ ਗੱਲ ਕੀਤੀ ਉੱਥੇ ਬੀਜੇਪੀ ਦੇ ਖਿਲਾਫ ਗੱਲ ਹੋਈ ਹੈ, ਇੱਥੇ ਜਦੋਂ ਗੱਲ ਹੁੰਦੀ ਹੈ, ਜੋ ਜਿਵੇਂ ਅੱਜ ਲੈ ਲਓ ਗੱਲ ਹੁਣੇ ਤਾਜੀ ਕੈਪਟਨ ਅਮਰਿੰਦਰ ਸਿੰਘ ਨੇ ਇੱਥੇ ਲੋਕਾਂ ਨੂੰ, ਅਸੀਂ ਤਾਂ ਰਿਲਾਇੰਸ ਦਾ ਵਿਰੋਧ ਕਰ ਰਹੇ ਹਾਂ, ਅਸੀਂ ਕਹਿ ਰਹੇ ਹਾਂ ਵੀ ਬਿਲਕੁਲ ਇਹਦਾ ਬਾਈਕਾਟ ਕਰੋ, ਔਰ ਇਹਨਾਂ ਨੇ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਕਹਿਤਾ ਕਿ ਤੁਸੀਂ ਰਿਲਾਇੰਸ ਦੇ ਸਿਮ ਯੂਜ਼ ਕਰਾਓ। ਕੀ ਇਹ ਛਿੱਤਰ ਦੇ ਕਾਬਿਲ ਨਹੀਂ ਗਏ? ਸਭ ਇੱਕੋ ਨੇ, ਇਹਨਾਂ ਦਾ ਕੋਈ ਮਤਲਬ ਦੂਰੀ ਨਹੀਂ ਆਪਸ ਵਿੱਚ। ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਇਹ ਸਾਰੇ ਦਾਅਵੇ ਗੱਲਾਂ ਬਾਤਾਂ ਕਰਦੇ ਆ, ਔਰ ਇਹ ਲੋਕਾਂ ਲਈ ਇੱਕੋ ਹੀ ਦੋਨਾਂ ਦਾ ਕੰਮ ਹੈ। ਔਰ ਅਸੀਂ ਸਾਰਿਆਂ ਦਾ ਮਤਲਬ ਚਿਹਰਾ ਪਛਾਣਦੇ ਆ, ਸਾਡਾ ਕਿਸੇ ਨਾਲ ਕੋਈ ਮਿੱਤਰਤਾ। ਤੁਸੀਂ ਭਵਿੱਖ ਕੀ ਵੇਖਦੇ ਹੋ? ਮਤਲਬ ਅੱਜ ਇਹ ਕਾਲੇ ਕਾਨੂੰਨ ਆ ਗਏ, ਕੱਲ ਨੂੰ ਕੋਈ ਹੋਰ ਆ ਜਾਣਗੇ, ਤੁਸੀਂ ਸਿਰਫ ਸੰਘਰਸ਼ ਕਰਦੇ ਰਹੋਗੇ ਜਾਂ ਕੋਈ ਦਿਸ਼ਾ ਵੀ ਦਿਓ? ਭਵਿੱਖ ਕੀ ਹੈ? ਲੋਕਾਂ ਨੂੰ ਇੱਕ ਬਹੁਤ ਵੱਡਾ ਪ੍ਰੈਸ਼ਰ ਗਰੁੱਪ ਕ੍ਰੀਏਟ ਕਰਨਾ ਪੈਣਾ ਹੈ, ਬਹੁਤ ਵੱਡਾ। ਇੱਕ ਸੁਨੇਹਾ ਆਵੇ ਦਿੱਲੀ ਸਰਕਾਰ ਨੂੰ, ਇਹ ਫਿਕਰ ਪਵੇ ਕਿ ਇੱਥੇ 10 ਲੱਖ ਲੋਕ ਇੱਕ ਸੁਨੇਹੇ ਦੇ ਕੋਲ ਤੇ ਹੋਣਗੇ। ਬਸ ਸਮਝੋ ਸਾਡਾ ਭਵਿੱਖ ਉਹਦੇ ਚ ਹੈ। ਕਿਸੇ ਸਰਕਾਰ ਦੀ ਕੋਈ ਤਾਕਤ ਨਹੀਂ ਬਣੇਗੀ ਕਿ ਕਿਸਾਨਾਂ ਦੇ, ਗਰੀਬਾਂ ਦੇ, ਮਜ਼ਦੂਰਾਂ ਦੇ, ਛੋਟੇ ਦੁਕਾਨਦਾਰ ਦੇ ਖਿਲਾਫ ਕੋਈ ਅਜਿਹਾ ਕਾਨੂੰਨ ਲਿਆ ਸਕਣ। ਬਸ ਇਸ ਚੀਜ਼ ਦੀ ਲੋੜ ਹੈ। ਸੋ ਬਿਲਕੁਲ ਕਿਸਾਨਾਂ ਨੂੰ ਦਿਸ਼ਾ ਦੇਣ ਦੇ ਵਾਸਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜੀ ਸੰਘਰਸ਼ ਆਰੰਭਿਆ ਗਿਆ, ਉਹਦੇ ਸੰਬੰਧੀ ਅਸੀਂ ਜਗਜੀਤ ਸਿੰਘ ਡੱਲੇਵਾਲ ਸੀਨੀਅਰ ਜੋ ਨੇਤਾ ਨੇ ਸੰਯੁਕਤ ਮੋਰਚੇ ਦੇ, ਉਹਨਾਂ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਪਿੱਛੇ ਬੜਾ ਵੱਡਾ ਇਕੱਠ ਹੋ ਚੁੱਕਾ ਹੈ, ਸਵੇਰ ਤੋਂ ਹੀ ਬੜੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ, ਬੱਚੇ, ਬਜ਼ੁਰਗ ਸਾਰੇ ਇੱਥੇ ਇਸ ਸੰਘਰਸ਼ ਦੇ ਵਿੱਚ ਪਹੁੰਚ ਰਹੇ ਨੇ। ਇੱਥੋਂ ਪਤਾ ਲੱਗਦਾ ਕਿ ਜਾਗਰੂਕਤਾ ਵੱਧ ਰਹੀ ਹੈ। ਨੌਜਵਾਨ ਜਿਹੜਾ ਕਿਸਾਨੀ ਸੰਘਰਸ਼ ਦੇ ਨਾਲ ਪੂਰਾ ਚਟਾਨ ਵਾਂਗ ਖੜਾ, ਤੇ ਜਿਹੜੀ ਕਿਤੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਜ਼ਿਆਦਾ ਗੱਲਾਂ ਕੀਤੀਆਂ ਜਾਂਦੀਆਂ ਕਿ ਨੌਜਵਾਨ ਦੂਰ ਹੋ ਗਿਆ ਜਾਂ ਇਦਾਂ ਦੀ ਗੱਲ ਇੱਥੇ ਦੇਖਣ ਨੂੰ ਨਹੀਂ ਮਿਲ ਰਹੀ। ਨੌਜਵਾਨ ਪੂਰੀ ਵੱਡੀ ਗਿਣਤੀ ਵਿੱਚ ਆਇਆ, ਹਰ ਉਮਰ ਦਾ ਨੌਜਵਾਨ ਜਿਹੜਾ ਇੱਥੇ ਮੌਜੂਦ ਹੈ। ਟਰੈਕਟਰਾਂ ਤੇ ਚੜ੍ਹ ਕੇ, ਟਰਾਲੀਆਂ ਤੇ ਨਾਅਰੇ ਮਾਰਦੇ ਹੋਏ ਇੱਥੇ ਆਉਂਦੇ ਨੌਜਵਾਨ ਜਿਹੜੇ ਨੇ ਅਸੀਂ ਦੇਖੇ ਨੇ, ਤੇ ਵੱਡੀ ਤਾਦਾਦ ਦੇ ਵਿੱਚ ਇੱਥੇ ਜਵਾਨੀ ਵੀ ਮੌਜੂਦ ਹੈ। ਸੋ ਸਭ ਤੋਂ ਵੱਡੀ ਗੱਲ ਜਿਹੜੀ ਆ, ਮੈਂ ਸਮਝਦਾ ਸੰਯੁਕਤ ਮੋਰਚੇ ਦੇ, ਕਿਸਾਨ ਮੋਰਚੇ ਦੇ ਵਿੱਚੋਂ ਜਿਹੜੀ ਪਨਪ ਕੇ ਬਾਹਰ ਆਈ ਹੈ, ਆਮ ਤੌਰ ਤੇ ਜਿਹੜਾ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਇਸ ਸ਼ਹੀਦੀ ਦਿਹਾੜੇ ਦੇ ਉੱਤੇ ਇਕੱਠ ਹੁੰਦਾ ਸੀ, ਉਹ ਆਮ ਤੌਰ ਤੇ ਕਮਿਊਨਿਸਟ ਜਾਂ ਦੂਸਰੇ ਜਿਹੜੇ ਲੋਕ ਨੇ, ਕਾਮਰੇਡ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ, ਸੋ ਉਹਨਾਂ ਵੱਲੋਂ ਜਿਹੜਾ ਇਕੱਠ ਕੀਤਾ ਜਾਂਦਾ ਸੀ। ਸੋ ਅੱਜ ਦਾ ਜਿਹੜਾ ਇਕੱਠ ਆ, ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੰਥਕ ਹਸਤੀਆਂ ਪਹੁੰਚੇ ਨੇ। ਬਾਬਾ ਸੇਵਾ ਸਿੰਘ ਜੀ ਬੁੱਢਾ ਦਲ ਤੋਂ, ਬਾਬਾ ਬਲਬੀਰ ਸਿੰਘ ਜੀ ਪਹੁੰਚੇ ਹੋਏ ਨੇ, ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲੇ ਪਹੁੰਚੇ ਹੋਏ ਨੇ, ਹੋਰ ਵੀ ਬਹੁਤ ਸਾਰੀਆਂ ਧਾਰਮਿਕ ਹਸਤੀਆਂ ਪਹੁੰਚੀਆਂ। ਤੇ ਸ਼ਾਇਦ ਇਹ ਪਹਿਲੀ ਵਾਰੀ, ਜਿਵੇਂ ਆਪਾਂ ਹੁਣੇ ਥੋੜੀ ਦੇਰ ਪਹਿਲਾਂ ਸਰਵਣ ਕੀਤਾ, ਕਿ ਮੂਲ ਮੰਤਰ ਦਾ ਜਾਪ ਸ਼ਹੀਦ ਸਰਦਾਰ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਦੇ ਉੱਤੇ ਕੀਤਾ ਗਿਆ। ਸੰਗਤਾਂ ਨੇ ਉਹਦੇ ਵਿੱਚ ਵੱਧ ਚੜ ਕੇ ਹਾਜ਼ਰੀ ਭਰੀ ਆ। ਸੋ ਇਹ ਆਪਾਂ ਦੇਖ ਸਕਦੇ ਕਿ ਬਹੁਤ ਵੱਡਾ ਇੱਕ ਬਦਲਾਅ ਪੰਜਾਬ ਦੀ ਸੋਚ ਦੇ ਵਿੱਚ, ਜਿਹੜੀਆਂ ਦੂਰੀਆਂ ਸੀ ਉਹ ਘਟ ਰਹੀਆਂ ਨੇ, ਅਸੀਂ ਇੱਕ ਦੂਸਰੇ ਦੇ ਨੇੜੇ ਆ ਰਹੇ ਹਾਂ। ਸੋ ਕਿਸਾਨੀ ਮੋਰਚਾ ਸਾਨੂੰ ਬਹੁਤ ਕੁਝ ਦੇ ਰਿਹਾ ਜੀ।
ਸੋ ਕਿਸਾਨੀ ਸੰਘਰਸ਼ ਦੇ ਵਿੱਚ ਵੱਖ-ਵੱਖ ਰੰਗ ਜਿੱਥੇ ਸਾਨੂੰ ਵੇਖਣ ਨੂੰ ਮਿਲਦੇ। ਸਾਡੇ ਨਾਲ ਥਾਣਾ ਸਿੰਘ ਜਲਾਲਾਬਾਦ ਦੀ ਮੋਗਾ ਜ਼ਿਲ੍ਹਾ ਤੋਂ, ਸੋ ਇਹ ਸਾਡੇ ਨਾਲ ਕੋਈ ਗੀਤ ਸਾਂਝਾ ਕਰਨ ਜਾ ਰਹੇ। ਹਾਂਜੀ, ਜਿਹੜਾ ਤੁਹਾਡੀ ਮੋਢੀਆਂ ਕਦੀ ਤਾੜੀ ਜੱਟਾਂ ਦੇ ਪੁੱਤ ਆ ਗਏ ਦਿੱਲੀ ਰਾਖਣ ਪਾਣੀ ਲੈ ਕੇ ਮੋਢੀ ਕਮਲੇ ਨੂੰ ਚੱਕ ਲੋ ਵਾਹਿਗੁਰੂ ਕਹਿ ਕੇ ਮੋਢੀ ਕਮਲੇ ਨੂੰ ਚੱਕ ਲੋ ਵਾਹਿਗੁਰੂ ਕਹਿ ਕੇ ਮੋਢੀ ਕਮਲੇ ਨੂੰ। ਇਹ ਚੋਰਾਂ ਦਾ ਯਾਰ ਨਹੀਂ ਬਲਗੇ ਗੱਲ ਨਹੀਂ ਸੁਣਦਾ ਸਾਡੀ ਵਿੱਚ ਗੁੱਸੇ ਦੇ ਲਾਏ ਧਰਨੇ ਇਹ ਕਰਦਾ ਬਰਬਾਦੀ। ਚਾਰ ਚਫੇਰਿਓਂ ਰੋਕੀ ਦਿੱਲੀ ਅਸੀਂ ਸੜਕਾਂ ਤੇ ਬਹਿ ਕੇ ਮੋਢੀ ਕਮਲੇ ਨੂੰ ਚੱਕ ਲੋ ਵਾਹਿਗੁਰੂ ਕਹਿ ਕੇ ਮੋਢੀ ਕਮਲੇ ਨੂੰ ਚੱਕ ਲੋ ਵਾਹਿਗੁਰੂ ਕਹਿ ਕੇ ਮੋਢੀ ਕਮਲੇ। 4 ਮਹੀਨਿਆਂ ਦੇ ਲੱਗਦੇ ਧਰਨੇ ਇਹਨੂੰ ਸਮਝ ਨਾ ਆਈ। ਝੂਠੀਆਂ ਮੀਟਿੰਗਾਂ ਕਰਦਾ ਫਿਰਦਾ ਫਰਕ ਪਿਆ ਨਾ ਕਾਈ। ਮਨ ਦੀ ਬਾਤ ਸੁਣਾਉਂਦਾ ਫਿਰਦਾ ਦੂਰ ਸਾਡੇ ਤੋਂ ਰਹਿ ਕੇ ਮੋਢੀ ਕਮਲੇ ਨੂੰ ਚੱਕ ਲੋ ਵਾਹਿਗੁਰੂ ਕਹਿ ਕੇ ਮੋਢੀ ਕਮਲੇ ਨੂੰ ਚੱਕ ਲੋ ਵਾਹਿਗੁਰੂ ਕਹਿ ਕੇ ਮੋਢੀ ਕਮਲੇ। ਝੂਠ ਬਹਾਨੇ ਲੈ ਗਿਆ ਵੋਟਾਂ ਕਾਲਾ ਧਨ ਨਹੀਂ ਆਇਆ। ਹਰ ਬੰਦੇ ਦਾ ਕਹਿੰਦੇ ਖਾਤਾ ਬੈਂਕਾਂ ਵਿੱਚ ਖਲਵਾਇਆ। ਕਰਕੇ ਵਾਦੇ ਮੁਕਰ ਗਿਆ ਏ ਹੁਣ ਕੁਰਸੀ ਤੇ ਬਹਿ ਕੇ ਮੋਢੀ ਕਮਲੇ ਨੂੰ ਚੱਕ ਲੋ ਵਾਹਿਗੁਰੂ ਕਹਿ ਕੇ ਮੋਢੀ ਕਮਲੇ ਨੂੰ ਚੱਕ ਲੋ ਵਾਹਿਗੁਰੂ ਕਹਿ ਕੇ ਮੋਢੀ ਕਮਲੇ। ਇਹ ਗੁਜਰਾਤੀ ਬਾਬੂ ਚੱਲ ਗਏ ਸਾਰ ਦਿਲਾਂ ਦੀ ਨਾ ਜਾਣੇ। ਆ ਜੱਟਾਂ ਦਾ ਗੁੱਸਾ ਭੈੜਾ ਛੱਡੂ ਚਬਾ ਕੇ ਦਾਣੇ। ਵੇਗ ਦਾਣੇ ਨੇ ਗੀਤ ਲਿਖਿਆ ਵਿੱਚ ਵੀ ਘਰਾਂ ਦੇ ਪੈ ਕੇ ਮੋਢੀ ਕਮਲੇ ਨੂੰ ਚੱਕ ਲੋ ਵਾਹਿਗੁਰੂ ਕਹਿ ਕੇ ਮੋਢੀ ਕਮਲੇ ਨੂੰ ਚੱਕ ਲੋ ਵਾਹਿਗੁਰੂ ਕਹਿ ਕੇ। ਸੋ ਮੈਂ ਸਮਝਦਾ ਕਿ ਬੜੇ ਅਲੱਗ-ਅਲੱਗ ਤਰ੍ਹਾਂ ਦਾ ਜਿਹੜਾ ਸਾਡੇ ਸਾਰਿਆਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦਾ ਜੋਸ਼ ਹੈ, ਵੱਖ-ਵੱਖ ਤਰ੍ਹਾਂ ਦੀ ਸੋਚ ਹੈ। ਸੋ ਇਹਨਾਂ ਨੇ ਆਪਣੇ ਢੰਗ ਦੇ ਨਾਲ ਆਪਣਾ ਰੋਸ ਵੀ ਵਿਅਕਤ ਕੀਤਾ ਤੇ ਜੋ ਕਿਸਾਨ ਮੋਰਚੇ ਦੀ ਮੰਗ ਹੈ ਉਸ ਨੂੰ ਵੀ ਦਰਸਾਇਆ। ਕਿਸਾਨੀ ਮੋਰਚੇ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਬਹੁਤ ਸਾਰੇ ਨੌਜਵਾਨ ਇੱਥੇ ਗੁਰਸਿੱਖ ਅੰਮ੍ਰਿਤਧਾਰੀ ਨੌਜਵਾਨ ਵੀ ਖੜੇ ਸਾਹਿਬ ਦੀ ਪਾਵਨ ਧਰਤੀ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਕਿੱਥੋਂ ਆਏ ਜੀ ਆਪ ਜੀ? ਮੈਂ ਲੁਧਿਆਣਾ ਜੀ। ਕਿੱਦਾਂ ਦਾ ਇਕੱਠ ਕਿੱਦਾਂ ਦਾ ਲੱਗ ਰਿਹਾ ਅੱਜ ਜਿਹੜਾ ਇਕੱਠ? ਵਧੀਆ ਲੱਗ ਰਿਹਾ ਜੀ। ਤੇ ਕੀ ਮਹਿਸੂਸ ਕਰਦੇ ਹੋ? ਕਿਸਾਨੀ ਮੋਰਚਾ ਕਿੱਦਾਂ ਦੇ ਰੰਗ ਦੇ ਵਿੱਚ? ਠੀਕ ਆ ਜੀ, ਸਫਲ ਆ ਜੀ। ਸਫਲ ਹੈ। ਜਿਹੜਾ ਕਿਹਾ ਜਾ ਰਿਹਾ ਵੀ ਨੌਜਵਾਨ ਸ਼ਾਇਦ ਦੂਰ ਹੋ ਗਏ ਨੇ ਥੋੜੇ, ਤੁਸੀਂ ਕਿੱਦਾਂ ਮਹਿਸੂਸ ਕਰਦੇ ਹੋ? ਨੌਜਵਾਨੀ ਅੱਜ ਇੱਥੇ ਬਹੁਤ ਵੱਡੀ ਗਿਣਤੀ ਵਿੱਚ ਪਹੁੰਚੇ। ਕੋਈ ਨੌਜਵਾਨ ਦੂਰ ਨਹੀਂ ਹੋਇਆ। ਹਾਂਜੀ, ਕੋਈ ਨੌਜਵਾਨ ਇਕੱਠੇ ਨੇ, ਸਾਰੇ ਨੌਜਵਾਨ ਇਕੱਠੇ ਨੇ ਵੱਡੀ ਗਿਣਤੀ ਦੇ ਵਿੱਚ। ਨੌਜਵਾਨੀ ਆਪਾਂ ਇੱਥੇ ਦੇਖ ਸਕਦੇ ਹਾਂ ਹਰ ਪਾਸੇ ਬਹੁਤ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਨੇ ਉਹ ਪਹੁੰਚੇ ਹੋਏ ਨੇ। ਸੋ ਜਿਹੜੀ ਇਹ ਗੱਲ ਸੋਸ਼ਲ ਮੀਡੀਆ ਤੇ ਕੁਝ ਚੈਨਲਾਂ ਵੱਲੋਂ ਜਿਹੜੀ ਉਠਾਈ ਜਾ ਰਹੀ ਸੀ, ਕੀਤੀ ਜਾ ਰਹੀ ਸੀ, ਉੱਥੇ ਆਪਾਂ ਦੇਖ ਸਕਦੇ ਹਾਂ ਕਿ ਅੱਜ ਨੌਜਵਾਨ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਨੇ। ਬਲਕਿ ਜੇ ਆਪਾਂ ਦੇਖ ਲਈਏ ਤੇ ਪ੍ਰਬੰਧ ਵੀ ਜਿਹੜਾ ਮੁੱਖ ਤੌਰ ਤੇ ਨੌਜਵਾਨ ਆ ਵੀ ਵੇਖੋ, ਨੌਜਵਾਨ ਇੱਕ ਸਾਡੇ ਨਾਲ ਖੜੇ ਨੇ। ਹਾਂਜੀ ਵੀਰ ਜੀ, ਕੀ ਨਾਮ ਆਪਣਾ ਜੀ? ਰਣਦੀਪ ਸਿੰਘ ਹੈ ਜੀ। ਰਣਦੀਪ ਸਿੰਘ। ਸੋ ਬਹੁਤ ਵੱਡੀ ਗਿਣਤੀ ਤੇ ਨੌਜਵਾਨ ਜਿਹੜੇ ਅੱਜ ਆਏ ਨੇ, ਕੀ ਮਹਿਸੂਸ ਕਰਦੇ ਹੋ? ਕਿਉਂਕਿ ਗੱਲ ਬੜੀ ਸੋਸ਼ਲ ਮੀਡੀਆ ਤੇ ਬੜਾ ਚਰਚਾ ਚੱਲ ਰਹੀ ਸੀ ਪਿਛਲੇ ਮਹੀਨੇ ਕਿਤੋਂ ਕਿ ਨੌਜਵਾਨ ਕਿਸਾਨੀ ਮੋਰਚੇ ਤੋਂ ਦੂਰ ਨੇ, ਕੁਝ ਇਦਾਂ ਦੀ ਗੱਲ। ਦੇਖੋ ਜੀ, ਬਿਲਕੁਲ ਗਲਤ ਗੱਲ ਆ। ਜਿਹੜੀਆਂ ਕਿਸਾਨ ਜਥੇਬੰਦੀਆਂ ਸੀ ਪਹਿਲੇ ਦਿਨ ਤੋਂ ਉਹਨਾਂ ਦੇ ਨਾਲ ਆ ਕਿਸਾਨ ਜਥੇਬੰਦੀਆਂ ਦੇ। ਜੇ ਅੱਜ ਕੋਈ ਪ੍ਰੋਗਰਾਮ ਦੇ ਕੇ ਦਿੱਲੀ ਲੈ ਕੇ ਗਈਆਂ ਕਿਸਾਨ ਜਥੇਬੰਦੀਆਂ ਲੈ ਕੇ ਗਈਆਂ, ਜੇ ਦਿੱਲੀ ਘੇਰਨ ਦਾ ਸੱਦਾ ਸੀ ਤਾਂ ਉਹ ਵੀ ਕਿਸਾਨ ਜਥੇਬੰਦੀਆਂ ਦਾ ਸੀ। ਇਹ ਤਾਂ ਕੁਝ ਲੋਕਾਂ ਨੂੰ ਹਾਈਜੈਕ ਕਰਨਾ ਚਾਹੁੰਦੇ ਆ। ਵੈਸੇ ਅਸੀਂ ਕਿਸਾਨ ਜਥੇਬੰਦੀਆਂ ਦੇ ਨਾਲ ਪਹਿਲਾਂ ਵੀ ਸੀ, ਅੱਜ ਵੀ ਆ ਤੇ ਗਾਹਾਂ ਵੀ ਰਹਾਂਗੇ। ਅਸੀਂ ਉਹਨਾਂ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਨਾਲ ਆ। ਅੱਜ ਤੁਸੀਂ ਦੇਖੋ ਕਿੰਨਾ ਨੌਜਵਾਨ ਲੱਖਾਂ ਦੀ ਗਿਣਤੀ ਨੌਜਵਾਨ ਪਹੁੰਚਿਆ ਹੋਇਆ। ਇਹ ਕੁਝ ਲੋਕ ਗਲਤ ਪ੍ਰਚਾਰ ਕਰ ਰਹੇ ਆ ਕਿ ਇਹ ਨੌਜਵਾਨ ਕਿਸਾਨਾਂ ਤੋਂ ਦੂਰ ਹੋ ਰਹੇ ਆ। ਕੋਈ ਦੂਰ ਨਹੀਂ ਹੋ ਰਿਹਾ। ਬਿਲਕੁਲ ਦੂਰੀ ਜਿਹੜੀ ਆ ਸਭ ਘਟੀ ਹੈ ਤੇ ਪੰਜਾਬ ਦੇ ਪਿੰਡਾਂ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਪੱਕੇ ਤੌਰ ਤੇ ਵਾਰੀਆਂ ਵੱਜੀਆਂ ਹੋਈਆਂ ਨੇ ਜਿਹੜੇ ਦਿੱਲੀ ਜਾਣ ਦੀਆਂ। ਇਹ ਕਿਵੇਂ ਮਹਿਸੂਸ ਕਰਦੇ? ਮੋਰਚਾ ਹੁਣ ਅੱਗੇ ਨਾਲ ਤਗੜਾ ਹੋਇਆ ਕਿ ਕਮਜ਼ੋਰ ਹੋਇਆ ਜੀ? ਬਿਲਕੁਲ ਜੀ, ਮੋਰਚਾ ਅੱਗੇ ਨਾਲੋਂ ਵੀ ਵਧੀਆ ਚੜ੍ਹਦੀ ਕਲਾ ਦੇ ਵਿੱਚ ਆ। ਪਿੰਡਾਂ ਦੇ ਵਿੱਚ
ਬਣ ਗਿਆ ਸਿਸਟਮ ਬਣ ਗਿਆ, ਜੇ 10 ਬੰਦੇ ਆ ਰਹੇ ਤਾਂ 10 ਜਾ ਰਹੇ ਆ, ਉਹ 10 ਆ ਗਏ ਹੋਰ 10 ਜਾ ਰਹੇ ਆ, ਪਿੰਡਾਂ 'ਚੋਂ ਟਰਾਲੀਆਂ ਜਾ ਰਹੀਆਂ, ਲੰਗਰ ਜਾ ਰਿਹਾ, ਸਭ ਕੁਝ ਜਾ ਰਿਹਾ। ਆਹ ਦੇਖੋ, ਆਹ ਇੱਕ ਲੋਕਾਂ ਨੇ ਰਲ ਮਿਲ ਕੇ ਸਾਰਾ ਕੁਝ ਕੀਤਾ ਆ, ਕੋਈ ਸਰਕਾਰੀ ਨਹੀਂ, ਕੋਈ ਪੋਲੀਟੀਕਲੀ ਨਹੀਂ, ਕੋਈ ਕੁਝ ਨਹੀਂ, ਲੋਕੀ ਪਿੰਡਾਂ ਦੇ ਵਿੱਚੋਂ ਲੰਗਰ ਤਿਆਰ ਕਰਕੇ ਟਰਾਲੀਆਂ ਭਰ ਕੇ ਇੱਥੇ ਲੈ ਕੇ ਆਏ। ਇਹ ਕੋਈ ਏਦਾਂ ਦੀ ਗੱਲ ਨਹੀਂ, ਅਸੀਂ ਜਿਹੜੀ ਜੰਗ ਆ ਸਰਕਾਰ ਦੇ ਨਾਲ ਜਿੱਤ ਕੇ ਜਾਵਾਂਗੇ, ਜਿਹੜੇ ਕਾਲੇ ਕਾਨੂੰਨ ਆ ਰੱਦ ਹੋਣਗੇ। ਬਿਲਕੁਲ, ਜਿਹੜਾ ਇਕੱਠ ਹੈ ਆਪ ਮੁਹਾਰਾ ਇਕੱਠ ਤੁਸੀਂ ਮੰਨਦੇ ਹੋ? ਬਿਲਕੁਲ ਜੀ, ਆਪ ਮੁਹਾਰਾ ਇਕੱਠ ਆ। ਇੱਕ ਵੀ ਕਿਸੇ ਨੂੰ ਕੋਈ ਫੋਨ ਨਹੀਂ ਗਿਆ, ਕੋਈ ਕਾਲ ਨਹੀਂ ਗਈ, ਸਿਰਫ ਕੋਈ ਮਸ਼ੀਨਰੀ ਨਹੀਂ ਗਈ, ਕੋਈ ਬੱਸਾਂ ਨਹੀਂ ਗਈਆਂ ਪੋਲੀਟੀਕਲ ਪਾਰਟੀਆਂ ਮਗਰ। ਇਹ ਲੋਕ ਆਪਣੇ ਆਪ ਇੱਥੇ ਪਹੁੰਚੇ ਆ, ਜਿਹਨਾਂ ਨੂੰ ਕੋਈ ਮੀਡੀਆ ਦਾ ਸੱਦਾ ਮਿਲਿਆ, ਚਾਹੇ ਕੋਈ ਨਿਊਜ਼ਪੇਪਰ 'ਚ ਪਤਾ ਲੱਗਾ ਵੀ ਪ੍ਰੋਗਰਾਮ ਆ, ਉਸ ਹਿਸਾਬ ਨਾਲ ਸਾਰੇ ਲੋਕ ਪਹੁੰਚੇ ਆ। ਤੁਸੀਂ ਕੀ ਮਹਿਸੂਸ ਕਰਦੇ ਹੋ ਪੋਲੀਟੀਕਲ ਰੈਲੀ ਤੇ ਇਸ ਰੈਲੀ 'ਚ ਕੀ ਫਰਕ ਆ? ਇਹ ਰੈਲੀ ਤਾਂ ਆਪ ਮੁਹਾਰੇ ਰੈਲੀ ਹੈ ਨਾ। ਪੋਲੀਟੀਕਲ ਰੈਲੀ ਦੇ ਵਿੱਚ ਤਾਂ ਲੋਕਾਂ ਨੂੰ ਬੱਸਾਂ ਭੇਜ ਕੇ ਜਾਂ ਕੁਝ ਨਸ਼ੇ ਵੰਡ ਕੇ ਬੁਲਾਇਆ ਜਾਂਦਾ। ਇਹ ਸਾਰੇ ਜਿੰਨੇ ਲੋਕ ਆ ਆਪ ਮੁਹਾਰੇ ਇੱਥੇ ਆ ਪਹੁੰਚੇ ਆ, ਕਿਸੇ ਨੂੰ ਕੋਈ ਨਹੀਂ। ਇੱਕ ਜੋ ਕਿਸਾਨ ਜਥੇਬੰਦੀਆਂ ਦਾ ਸੁਨੇਹਾ ਸੀ, ਉਹ ਸੁਨੇਹੇ ਦੇ ਸਾਰੇ ਇਹ ਸ਼ਹੀਦ ਭਗਤ ਸਿੰਘ ਨਗਰ ਸਾਰੇ ਉਹ ਅੱਜ ਉਸ ਮਹਾਨ ਸ਼ਹੀਦ ਨੂੰ ਸਜਦਾ ਕਰਨ ਲਈ ਇੱਥੇ ਪਹੁੰਚੇ। ਬਿਲਕੁਲ, ਬਹੁਤ ਵੱਡਾ ਇਹ ਇਕੱਠ ਜਿਹੜਾ ਵਾ ਇਹ ਕਿਸੇ ਪੋਲੀਟੀਕਲ ਰੈਲੀ ਤੋਂ ਕਈ ਗੁਣਾ ਵੱਡਾ ਆਪਾਂ ਮੰਨ ਸਕਦੇ ਹਾਂ, ਕਿਉਂਕਿ ਸਾਰੇ ਜਿੰਨੇ ਵੀ ਕਿਸਾਨ ਜਾਂ ਕਿਸਾਨ ਹਿਤੈਸ਼ੀ ਨੇ, ਨੌਜਵਾਨ ਨੇ, ਬਜ਼ੁਰਗ ਨੇ, ਸਾਰੇ ਆਪਣੇ ਸਾਧਨਾਂ ਤੇ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਇੱਥੇ ਪਹੁੰਚੇ ਨੇ। ਇਹ ਕਿਸਾਨੀ ਮੋਰਚੇ ਦੀ ਇੱਕ ਵੱਡੀ ਸਫਲਤਾ ਇਸ ਵਕਤ ਸਾਨੂੰ ਸ਼ਹੀਦ ਭਗਤ ਸਿੰਘ ਨਗਰ ਜੋ ਬੰਗਾ ਦੀ ਇਹ ਅਨਾਜ ਮੰਡੀ ਹੈ, ਇੱਥੇ ਕਿਸਾਨ ਮਹਾਸਭਾ ਜਿਹੜੀ ਇਸ ਵਕਤ ਹੋ ਰਹੀ ਆ, ਕਿਉਂਕਿ ਖੱਟੜ ਕਲਾਂ ਦੇ ਵਿੱਚ ਇਹ ਰੈਲੀ ਜਿਹੜੀ ਹੋਣੀ ਸੀ, ਮਹਾਸਭਾ ਹੋਣੀ ਸੀ, ਰਾਤ ਬਹੁਤ ਵੱਡਾ ਤੂਫਾਨ ਆਇਆ, ਮੀਂਹ ਬਾਰਿਸ਼ ਹੋਈ ਬਹੁਤ ਤਕੜੀ, ਜਿਹਦੇ ਕਰਕੇ ਸਾਰਾ ਉਹ ਸਟੇਜ ਜਿਹੜੀ ਸੀ ਖਰਾਬ ਹੋਣ ਕਰਕੇ ਇੱਥੇ ਜਿਹੜਾ ਹੈ ਇਹ ਪ੍ਰੋਗਰਾਮ ਸ਼ਿਫਟ ਕੀਤਾ ਗਿਆ। ਅੱਜ ਇਸ ਵੇਲੇ ਵੈਸੇ ਮੌਸਮ ਅੱਛਾ ਬਣਿਆ ਹੋਇਆ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਇੱਥੇ ਪਹੁੰਚੇ ਹੋਏ। ਸਾਡੇ ਨਾਲ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲੇ ਯੂਕੇ ਯੂਰਪ ਦੀਆਂ ਸੰਗਤਾਂ ਬਾਬਾ ਜੀ ਇਸ ਵਕਤ ਆਪ ਜੀ ਨੂੰ ਸੁਣ ਰਹੀਆਂ ਨੇ, ਕੀ ਕਹਿਣਾ ਚਾਹੋਗੇ ਅੱਜ ਦੇ ਇਸ ਇਕੱਠ ਦੇ ਪ੍ਰਤਾਏ ਜੀ? ਮਿਸਲ ਸ਼ਹੀਦਾਂ ਤਾਲਾਂ ਨਾਲ ਹਰੀਆਂ ਵੇਲਾਂ ਜਥੇਬੰਦੀ ਵੱਲੋਂ ਸਮੂਹ ਸ਼ਹੀਦਾਂ ਸਿੰਘਾਂ ਨੂੰ ਕਰੋੜਾਂ ਨਮਸਕਾਰ ਹੈ, ਨਮਸਕਾਰ ਹੈ, ਨਮਸਕਾਰ ਹੈ। ਕਿਸਾਨ ਅੰਦੋਲਨ ਜੋ ਕਈਆਂ ਮਹੀਨਿਆਂ ਤੋਂ ਚੱਲ ਰਿਹਾ, ਉਹਦੇ ਵਿੱਚ ਹਮਾਇਤ ਦੇਣ ਹੀ ਨਹੀਂ, ਅਸੀਂ ਵਿੱਚ ਹੀ ਹਾਂ, ਵਿੱਚ ਹੀ ਰਹਾਂਗੇ। ਜੋ ਵੀ ਤਾਨ ਮਾਨ ਤਾਨ ਕਰਕੇ ਕੁਰਬਾਨੀ ਕਰਨੀ ਪਊਗੀ ਕਰਾਂਗੇ, ਪਿੱਛੇ ਨਹੀਂ ਹਟਾਂਗੇ ਜਿੰਨਾ ਚਿਰ ਤਿੰਨੇ ਕਾਲੇ ਕਾਨੂੰਨ ਵਾਪਸ ਨਹੀਂ ਲੈ ਜਾਂਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹੰਗ ਸਿੰਘ ਫੌਜਾਂ ਨਾਲ ਡਟ ਗਈਆਂ ਨੇ, ਬਿਲਕੁਲ ਅੱਜ ਬਹੁਤ ਵੱਡੀ ਤਾਦਾਦ ਦੇ ਵਿੱਚ, ਬੜੀ ਵੱਡੀ ਗਿਣਤੀ ਦੇ ਵਿੱਚ ਜੋ ਹੈ ਨਿਹੰਗ ਸਿੰਘ ਫੌਜਾਂ ਤੇ ਮੁਖੀ ਪਹੁੰਚੇ ਨੇ। ਤੇ ਮੈਂ ਸਮਝਦਾ ਇੱਕ ਬੜੀ ਵਧੀਆ ਨਵੀਂ ਪਹਿਲ ਕਦਮੀ ਇੱਥੇ ਸਾਡੇ ਸਾਰੇ ਦੇ ਸਾਹਮਣੇ। ਸੋ ਅੱਜ ਦੇ ਇਸ ਕਿਸਾਨ ਮਹਾਸਭਾ ਦੇ ਵਿੱਚ ਵਿਸ਼ੇਸ਼ ਰੂਪ ਵਿੱਚ ਬਾਬਾ ਸੇਵਾ ਸਿੰਘ ਜੀ ਕਾਰਸੇਵਾ ਖਡੂਰ ਸਾਹਿਬ ਵਾਲੇ ਪਹੁੰਚੇ। ਸੋ ਬਾਬਾ ਜੀ ਇੱਕ ਨਵੀਂ ਮੈਂ ਸਮਝਦਾ ਇਹ ਪਹਿਲ ਜਿਹੜੀ ਆ ਤੇ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਧਾਰਮਿਕ ਹਸਤੀਆਂ ਦਾ ਇਦਾਂ ਵੱਡੀ ਗਿਣਤੀ ਵਿੱਚ ਪਹੁੰਚਣਾ ਤੇ ਆਪਣੇ ਆਪ ਵਿੱਚ ਇੱਕ ਨਵੀਂ ਪਹਿਲ ਕਦਮੀ ਪੰਜਾਬ 'ਚ ਵੇਖਣ ਨੂੰ ਮਿਲ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਅੱਜ ਖੜਗੜ ਕਲਾਂ ਦੇ ਉਹਨਾਂ ਸ਼ਹੀਦੀ ਚੰਦੇ ਦੇ ਬੰਗਾ ਵਿਖੇ ਸਾਰਾ ਪੰਜਾਬ ਸਮੁੱਚੇ ਤੌਰ ਤੇ ਬੰਦ ਇਕੱਠਾ ਹੋਇਆ ਹੈ, ਕਿਉਂਕਿ ਕਿਸਾਨ ਸੰਘਰਸ਼ ਦੇ ਹਮਾਇਤ ਵਾਸਤੇ ਸਾਰਾ ਇਕੱਠਾ ਹੋਇਆ। ਹਮੇਸ਼ਾ ਹੀ ਦੇਸ਼ ਵਿਦੇਸ਼ ਸੰਗਤ ਜਿੱਥੇ ਕੋਈ ਬੈਠਾ ਹੈ ਆਪਣਾ ਤਨ ਮਨ ਧਨ ਦੇ ਨਾਲ ਯੋਗਦਾਨ ਪਾ ਰਿਹਾ। ਸੋ ਸਾਨੂੰ ਮੌਕਾ ਮੈਂ ਇੱਥੇ ਹਾਜ਼ਰੀ ਭਰਦਾ। ਸੋ ਸਤਿਗੁਰ ਚਰਨ ਅਰਦਾਸ ਕਿ ਸਤਿਗੁਰੂ ਜੀ ਇਹ ਜਿਹੜਾ ਮੋਰਚਾ ਫਤਿਹ ਕਰੇ, ਮੋਰਚਾ ਮਹਾਰਾਜੇ ਪਾਤਸ਼ਾਹ ਕਿਰਪਾ ਕਰੇ। ਇਹ ਜਿਤਨਾ ਜੋਸ਼ ਨੌਜਵਾਨ ਬੱਚਿਆਂ 'ਚ, ਬੀਬੀਆਂ 'ਚ, ਬਜ਼ੁਰਗਾਂ ਸਭ ਇੱਥੇ ਇਕੱਠੇ ਹੋ ਗਏ ਨੇ, ਇਹ ਬਹੁਤ ਗੁਰੂ ਦੀ ਕਲਾ ਵਰਤ ਰਹੀ ਆ ਤੇ ਦੁਬਾਰਾ ਫਿਰ ਜੋਸ਼ ਭਰਿਆ। ਗੁਰੂ ਕਿਰਪਾ ਕਰੇ, ਚੜ੍ਹਦੀ ਕਲਾ ਰੱਖੇ। ਬਿਲਕੁਲ ਸੀਸਾਂ ਮਹਾਂਪੁਰਖਾਂ ਦੀਆਂ ਮਿਲ ਰਹੀਆਂ ਨੇ, ਵੱਡੀ ਤਾਦਾਦ ਦੇ ਵਿੱਚ ਮਹਾਂਪੁਰਖ ਤੇ ਨਿਹੰਗ ਸਿੰਘ ਜਥੇਬੰਦੀਆਂ ਤੇ ਹੋਰ ਧਾਰਮਿਕ ਹਸਤੀਆਂ ਵੀ ਅੱਜ ਦੇ ਇਸ ਇਕੱਠ ਦੇ ਵਿੱਚ ਪਹੁੰਚੀਆਂ, ਜਿਹੜਾ ਕਿ ਇੱਕ ਬੜਾ ਹੀ ਵਧੀਆ ਕਾਰਜ ਦੀ ਆਰੰਭਤਾ ਮੈਂ ਸਮਝਦਾ ਕਿ ਅੱਜ ਨਾਮ ਜਪਿਆ ਗਿਆ ਸਾਰਿਆਂ ਵੱਲੋਂ ਮਿਲ ਕੇ ਇੱਥੇ, ਉਹ ਬੜੀ ਵੱਡੀ ਗੱਲ ਹੈ ਜੀ। ਸੋ ਅੱਜ ਦੇ ਇਸ ਖਾਸ ਮੌਕੇ ਦੇ ਉੱਤੇ ਸਿੰਘ ਸਾਹਿਬ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ ਵਿਸ਼ੇਸ਼ ਰੂਪ ਪਹੁੰਚੇ ਨੇ, ਜੋਲਾਂ ਵਾਲੇ ਮਹਾਂਪੁਰਖ ਤੇ ਨਾਲ ਹੀ ਸਾਡੇ ਕਰਨਾ ਦਲ ਦੇ ਮਹਾਂਪੁਰਖ ਜਿਹੜੇ ਬਾਬਾ ਕਾਲਾ ਸਾਹਿਬ ਤੋਂ ਪਹੁੰਚੇ ਹੋਏ ਨੇ। ਸੋ ਬਾਬਾ ਜੀ ਅਸੀਂ ਚਾਹਾਂਗੇ ਪਹਿਲਾਂ ਆਪ ਜੀ ਦੋ ਬਚਨ ਸੰਗਤਾਂ ਦੇ ਨਾਲ ਯੂਕੇ ਯੂਰਪ ਦੀਆਂ ਸੰਗਤਾਂ ਨਾਲ ਸਾਂਝੇ ਕਰਦੇ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਸਾਰੀਆਂ ਸੰਗਤਾਂ ਦੇਸ਼ ਵਿਦੇਸ਼ ਵਿੱਚ ਇਸ ਕਿਸਾਨ ਮੋਰਚੇ ਦੇ ਨਾਲ ਆਪ ਖੜੇ ਹੋ, ਸਭ ਸੰਗਤਾਂ ਦਾ ਧੰਨਵਾਦ। ਔਰ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਸ ਆਵਾਜ਼ ਵਿੱਚ ਜਿਹੜੇ ਹੱਕ ਨੇ, ਜਿਹੜੇ ਸੱਚ ਦੀ ਗੱਲ ਨੂੰ ਕਰਨ ਵਾਸਤੇ, ਜਿਹਦੇ ਵਿੱਚ ਸਾਰੇ ਹੀ ਖੜੇ ਹਨ, ਉਹਦੇ ਵਿੱਚ ਧਾਰਮਿਕ ਸੰਪਰਦਾਵਾਂ,
ਦੇ ਮੁਖੀ ਸਾਹਿਬਾਨ, ਸੰਤ ਮਹਾਂਪੁਰਸ਼ ਔਰ ਅੱਜ ਸਾਰਿਆਂ ਦਾ ਇਹ ਫਰਜ਼ ਹੈ ਤੇ ਉਸ ਫਰਜ਼ ਨੂੰ ਅਦਾ ਕਰਦਿਆਂ ਸਾਰੇ ਹੀ ਇਸ ਸੰਘਰਸ਼ ਦੇ ਵਿੱਚ ਨਾਲ ਖਲੋਤੇ ਨੇ। ਕੋਈ ਲੰਗਰਾਂ ਦੀਆਂ ਸੇਵਾਵਾਂ ਕਰ ਰਿਹਾ, ਕੋਈ ਸੰਗਤਾਂ ਲਿਜਾ ਕੇ ਨਾਲ। ਇਸੇ ਤਰ੍ਹਾਂ ਹੀ ਨਾਲ ਅੱਜ ਜਿਹੜਾ ਇੱਥੇ ਭਗਤ ਸਿੰਘ ਜੀ ਦੇ ਉਹਨਾਂ ਦੇਸ਼ ਭਗਤਾਂ ਦੇ ਨਗਰ ਵਿਖੇ ਜਿਹੜਾ ਰੱਖਿਆ ਗਿਆ, ਉਹਦੇ ਨਾਲ ਨਾਲ ਸਾਨੂੰ ਇਹੀ ਅੱਜ ਦੇ ਜਿਹੜੇ ਚੱਲ ਰਿਹਾ ਸੰਘਰਸ਼ ਵਿੱਚ ਕਿ ਸਾਰੇ ਏਕਤਾ ਵਿੱਚ ਰਹਿ ਕੇ ਤੇ ਇਸ ਮੋਰਚੇ ਦੀ ਸਫਲਤਾ ਦੇ ਵਾਸਤੇ ਚੜ੍ਹਦੀ ਕਲਾ ਦੇ ਨਾਲ ਜਿਹੜੇ ਵੀ ਕੋਈ ਆਗੂ ਸਾਹਿਬਾਨ ਨੇ ਉਹ ਉਹਦੇ ਵਿੱਚ ਜੋ ਵੀ ਆਵਾਜ਼ ਦੇਣਗੇ ਉਹਦੇ ਨਾਲ ਆਪਾਂ ਸਾਰੇ ਨਾਲ ਖੜੇ ਹਾਂ। ਤੇ ਜੋ ਇਹ ਫੈਸਲਾ ਕਿ ਉਹ ਕਾਲੇ ਕਾਨੂੰਨ ਰੱਦ ਕਰਾ ਕੇ ਤੇ ਇਹ ਮੋਰਚਾ ਜਿਹੜਾ ਹੈ ਉਹ ਸਰ ਹੋਵੇ, ਇਸ ਅਰਦਾਸ ਨੂੰ ਕਰਦੇ। ਔਰ ਨਾਲ ਜਿੱਥੇ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਸਾਹਿਬ ਜੀ ਔਰ ਨਾਲ ਬਾਬਾ ਗੱਜਣ ਸਿੰਘ ਸਾਹਿਬ ਜੀ ਮੁਖੀ ਕਰਨਾ ਦਲ ਬਾਬਾ ਬਕਾਲਾ ਸਾਹਿਬ ਔਰ ਬਾਬਾ ਨਿਹਾਲ ਸਿੰਘ ਜੀ ਹਰੀਆਂ ਪਹਿਲਾਂ ਵਾਲੇ ਔਰ ਇਸੇ ਤਰ੍ਹਾਂ ਹੀ ਬਾਬਾ ਅਜੀਤ ਸਿੰਘ ਜੀ ਦੌੜਾਂ ਵਾਲੇ ਮਹਾਂਪੁਰਸ਼ ਔਰ ਦਲਬੰਦ ਬਾਬਾ ਬਿਧੀ ਚੰਦ ਸਾਹਿਬ ਜੀ ਵੱਲੋਂ ਵੀ ਔਰ ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਸੇਵਾ ਸਿੰਘ ਜੀ ਔਰ ਸਮੁੱਚੇ ਤੌਰ ਤੇ ਸਾਰਿਆਂ ਵੱਲੋਂ ਹਾਜ਼ਰੀਆਂ ਭਰੀਆਂ ਜਾ ਰਹੀਆਂ ਨੇ। ਇਹ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਆਪਾਂ ਸਾਰੇ ਹੀ ਕਰ ਰਹੇ ਹਾਂ ਕਿ ਸਤਿਗੁਰੂ ਇਸ ਸੰਘਰਸ਼ ਵਿੱਚ ਸਫਲਤਾ ਬਖਸ਼ੋ। ਇਹ ਸਰਕਾਰ ਜਿਹੜੀ ਸੁੱਤੀ ਆ ਤੇ ਜਾਗੇ ਤੇ ਜਿਹੜੇ ਕਿਸਾਨਾਂ ਦਾ ਹੱਕ ਬਣਦੇ ਆ ਉਹਨਾਂ ਨੂੰ ਆਵਾਜ਼ ਦੇ ਕੇ ਇਹਨਾਂ ਦੇ ਹੱਕ ਬਣਦੇ ਕਿਸਾਨਾਂ ਦੇ ਦਵੇ ਕਾਲੇ ਕਾਨੂੰਨ ਰੱਦ ਕਰੇ। ਸਤਿਗੁਰੂ ਚੜ੍ਹਦੀ ਕਲਾ ਬਖਸ਼ਣ, ਖਾਲਸੇ ਪੰਥ ਦੀ ਹੋਲਾ ਮਹੱਲਾ ਆ ਰਿਹਾ। ਚੜ੍ਹਦੀ ਕਲਾ ਦੇ ਨਾਲ ਸਤਿਗੁਰੂ ਬਲ ਬਖਸ਼ਣ, ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰ ਤੇ ਹਾਜ਼ਰੀਆਂ। ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮੁੱਚੇ ਪੰਥ ਵੱਲੋਂ ਹੁਣ ਮਹਾਰਾਜ ਦੇ ਦਰ ਤੇ ਲੰਗਰਾਂ ਦੀਆਂ ਸੇਵਾਵਾਂ, ਹੋਲੇ ਮਹੱਲੇ ਦੀਆਂ ਹਾਜ਼ਰੀਆਂ, ਸ਼ਾਸਤਰ ਵਿਦਿਆ, ਘੋੜ ਸਵਾਰੀ ਉਹ ਸਾਰੀ ਮਰਜ਼ਾਦਾ ਨੂੰ ਸਤਿਗੁਰੂ ਨੇ ਆਪਣੇ ਖਾਲਸੇ ਨੂੰ ਬਖਸ਼ਿਆ। ਅਨੰਦਪੁਰ ਸਾਹਿਬ ਵਿਖੇ ਸਮੁੱਚੇ ਤੌਰ ਤੇ ਖਾਲਸਾ ਪੰਥ ਹੁਣ ਇਕੱਤਰ ਹੋ ਰਿਹਾ। ਸਾਰੀਆਂ ਸੰਗਤਾਂ ਹੋਲੇ ਮਹੱਲੇ ਤੇ ਹਾਜ਼ਰੀਆਂ ਭਰੀਏ, ਲਾਹੇ ਪ੍ਰਾਪਤ ਕਰੀਏ। ਜਿਨ੍ਹਾਂ ਅੰਮ੍ਰਿਤ ਨਹੀਂ ਛਕਿਆ ਅੰਮ੍ਰਿਤ ਛਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਜੀ ਸਿੰਘ ਸਾਹਿਬ ਸਾਡੇ ਨਾਲ ਮੌਜੂਦ ਨੇ। ਸੋ ਬਾਬਾ ਜੀ ਅੱਜ ਕੀ ਸੁਨੇਹਾ ਦਿੱਤਾ ਗਿਆ ਸਟੇਜ ਤੋਂ ਆਪ ਜੀ ਵੱਲੋਂ? ਅੱਜ ਜਿੱਥੇ ਮੇਰੇ ਤੋਂ ਪਹਿਲਾਂ ਸਤਿਕਾਰਯੋਗ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਦਲ ਪੰਥ, ਬਾਬਾ ਬਿਧੀ ਚੰਦ ਜੀ ਤੇ ਸੰਤ ਬਾਬਾ ਅਜੀਤ ਸਿੰਘ ਜੀ, ਸਾਰੇ ਸੰਤ ਬਾਬਾ ਗੱਜਣ ਸਿੰਘ ਤਰਨਾ ਦਲ, ਬਾਬਾ ਬਕਾਲਾ ਸਾਹਿਬ, ਬਾਬਾ ਨਿਹਾਲ ਸਿੰਘ ਜੀ, ਜਿਨ੍ਹਾਂ ਨੇ ਅੱਜ ਸੰਯੁਕਤ ਕਿਸਾਨ ਮੋਰਚਾ ਉਹਨਾਂ ਦੇ ਜਿਹੜਾ ਸਟੇਜ ਸੀ ਉੱਥੇ ਹਾਜ਼ਰੀ ਲਵਾਈ ਹੈ। ਤੇ ਉਹਨਾਂ ਦੇ ਨਾਲ ਜਿਹੜਾ ਸਾਰੀਆਂ ਹੀ ਜਿੱਥੇ ਨਿਹੰਗ ਸਿੰਘ ਜਥੇਬੰਦੀਆਂ ਕਿਸਾਨ ਮੋਰਚੇ ਦੇ ਨਾਲ ਖੜੀਆਂ ਨੇ। ਸਾਡੀ ਇਹ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਦੀ ਭਾਰਤ ਸਰਕਾਰ ਤੋਂ ਜਿਹੜੀ ਹੈ ਮੰਗ ਹੈ ਕਿ ਇਹ ਜਿਹੜੇ ਤਿੰਨੇ ਕਾਲੇ ਕਾਨੂੰਨ ਨੇ ਇਹਨਾਂ ਨੂੰ ਰੱਦ ਕਰਕੇ ਤੇ ਜਿਹੜੇ ਕਿਸਾਨਾਂ ਦੇ ਹੱਕ ਦੇ ਜਿਹੜੇ ਕਾਨੂੰਨ ਬਣਾਏ ਜਾਣ। ਸਭ ਤੋਂ ਸਾਰਿਆਂ ਦੀ ਇਹਦੇ ਵਿੱਚ ਹੀ ਭਲਾਈ ਹੈ ਤੇ ਇਹ ਹੀ ਸਾਡੀ ਸਾਰਿਆਂ ਦੀ ਮੰਗ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦਲ ਪੰਥ ਬੁੱਢਾ ਦਲ ਵੱਲੋਂ ਬਾਬਾ ਬਲਬੀਰ ਸਿੰਘ ਹੋਰਾਂ ਵੱਲੋਂ ਸੋ ਸੁਨੇਹਾ ਦਿੱਤਾ ਗਿਆ। ਵਿਸ਼ੇਸ਼ ਰੂਪ ਵਿੱਚ ਜਿਹੜੀ ਗੱਲ ਸਾਡੇ ਸਾਰਿਆਂ ਦੇ ਸਾਹਮਣੇ ਆਈ ਹੈ ਕਿ ਨਿਹੰਗ ਸਿੰਘ ਜਥੇਬੰਦੀਆਂ ਖੁੱਲ੍ਹ ਕੇ ਇਸ ਮਸਲੇ ਦੇ ਵਿੱਚ ਸਾਹਮਣੇ ਆਈਆਂ ਨੇ ਤੇ ਇਹ ਗੱਲ ਦਾ ਸੁਨੇਹਾ ਦਿੱਤਾ ਗਿਆ ਕਿ ਕਿਸਾਨੀ ਮੋਰਚੇ ਦੇ ਵਿੱਚ ਇਹ ਨਿਹੰਗ ਸਿੰਘ ਜਥੇਬੰਦੀਆਂ ਮੂਹਰੇ ਹੋ ਕੇ ਖੜੀਆਂ ਨੇ ਤੇ ਮੂਹਰੇ ਹੋ ਕੇ ਖੜਨਗੀਆਂ ਤੇ ਹਰ ਢੰਗ ਦੇ ਨਾਲ ਇਸ ਕਿਸਾਨੀ ਮੋਰਚੇ ਦਾ ਜੋ ਸਹਿਯੋਗ ਹੈ ਉਹ ਦਿੱਤਾ ਜਾਏਗਾ। ਅਜੀਤ ਸਿੰਘ ਜੀ ਅੱਜ ਵਿਸ਼ੇਸ਼ ਰੂਪ ਵਿੱਚ ਇੱਥੇ ਪਹੁੰਚੇ ਨੇ ਜਵਾਲਾ ਵਾਲੇ ਮਹਾਂਪੁਰਖ। ਬਾਬਾ ਜੀ ਕੀ ਅੱਜ ਦਾ ਸੁਨੇਹਾ ਕੀ ਦੇਣਾ ਚਾਹੁੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਸ਼ਹੀਦ ਭਗਤ ਸਿੰਘ ਦੇ ਨਗਰ ਉਹਨਾਂ ਦੀ ਸ਼ਹੀਦੀ ਦੇ ਸਮੇਂ ਨੂੰ ਮੁੱਖ ਰੱਖਦੇ ਆ ਸੰਗਤਾਂ ਇਕੱਠੇ ਹੋਈਆਂ। ਜੋ ਕਿਸਾਨ ਸੰਯੁਕਤ ਮੋਰਚਾ ਲੱਗਾ ਸਰਕਾਰ ਦੇ ਨਾਲ, ਉਸ ਮੋਰਚੇ ਦੇ ਸੰਬੰਧ ਵਿੱਚ ਸਾਡੀ ਨਿਰਮਲ ਕੁਟੀਆ ਜਵਾਲਾ ਦੇ ਸਾਰੇ ਜਥੇ ਵੱਲੋਂ, ਜਿਵੇਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਇੱਕ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਜਿਹੜੇ ਆਪਣੇ ਕਾਨੂੰਨ ਬਣਾਏ ਕਾਲੇ ਉਹ ਵਾਪਸ ਕੀਤੇ ਜਾਣ। ਐਸੇ ਜਿਹੜੇ ਕਾਲੇ ਕਾਨੂੰਨ ਬਣਾਏ ਆ ਵਾਪਸ ਕਰਕੇ ਚੰਗੇ ਸੋਹਣੇ ਕਾਨੂੰਨ ਬਣਾਏ ਜਾਣ ਕਿਸਾਨਾਂ ਦੇ ਹੱਕ ਦੇ, ਜੇ ਦੇਸ਼ ਦਾ ਕਿਸਾਨ ਖੁਸ਼ ਹੋਵੇ ਤੇ ਦੇਸ਼ ਦੀ ਜਿਹੜੀ ਪ੍ਰਜਾ ਉਹ ਸੁਖੀ ਹੋਵੇ। ਕਿਉਂਕਿ ਰਾਜੇ ਦਾ ਕੰਮ ਹੁੰਦਾ ਪ੍ਰਜਾ ਨੂੰ ਸੁਖੀ ਕਰਨ ਵਾਸਤੇ। ਜੇ ਪ੍ਰਜਾ ਸੁਖੀ ਹੈ ਦੇਸ਼ ਖੁਸ਼ਹਾਲ ਆ। ਇਸ ਕਰਕੇ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣੇ ਚਾਹੀਦੇ ਆ, ਕਿਸਾਨਾਂ ਨੂੰ ਖੁਸ਼ ਕਰਨਾ ਚਾਹੀਦਾ ਆ। ਅਸੀਂ ਸਾਰੇ ਹੀ ਨਿਰਮਲ ਕੁਟੀਆ ਜਥੇ ਨਾਲ
ਕਿਸਾਨ ਮੋਰਚੇ ਨਾਲ ਅੱਗੇ ਪਿੱਛੇ ਲੈ ਕੇ ਹੁਣ ਵੀ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਤੇ ਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਵੀ ਮਿਹਰ ਕਰਨੀ, ਕਿਰਪਾ ਕਰਨੀ, ਇਹ ਮੋਰਚਾ ਫਤਿਹ ਹੋ ਜਾਵੇ ਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਹੋਵੇ। ਕਿਉਂਕਿ ਜਿੱਥੇ ਵੀ ਸਿੱਖ ਜਾ ਕੇ ਰਿਹਾ, ਦੁਨੀਆ ਦੇ ਕਿਸੇ ਵੀ ਮੁਲਕ ਵਿੱਚ ਗਿਆ ਸਿੱਖ, ਉੱਥੇ ਖੁਸ਼ਹਾਲੀ ਸਿੱਖ ਦੇ ਕਾਰਨ ਹੋਈ ਆ। ਸਿੱਖ ਇੱਕ ਬਹੁਤ ਵੱਡੀ ਚੀਜ਼ ਆ, ਕਿਉਂ 10 ਗੁਰੂਆਂ ਦੀ ਜੋਤ ਆ ਤੇ 10 ਗੁਰੂਆਂ ਦੇ ਮਿਸ਼ਨ ਤੇ ਚੱਲਦੇ ਆ, ਬਾਣੀ ਪੜ੍ਹਦੇ ਆ। ਬਾਣੀ 'ਚ ਬਚਨ ਹੁੰਦਾ ਭੈ ਕਾਹੂ ਕੋ ਦੇ ਨਹਿ ਭੈ ਮਨ ਧਿਆਨ। ਐਸੀ ਸਿੱਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਬਖਸ਼ਿਸ਼ ਕੀਤੀ ਆ, ਉਹ ਤੇ ਚੱਲ ਰਹੇ ਆ ਤੇ ਮਹਾਰਾਜ ਚਰਨਾਂ ਬੇਨਤੀ ਆ ਸਹਾਈ ਹੋਵੇ, ਕਿਰਪਾ ਕਰੋ, ਮੋਰਚਾ ਫਤਿਹ ਹੋ ਜਾਵੇ ਤੇ ਕਿਸਾਨਾਂ ਨੂੰ ਖੁਸ਼ੀ ਮਿਲ ਜਾਵੇ ਤੇ ਜਿਹਦੇ ਨਾਲ ਸਾਰਾ ਦੇਸ਼ ਹੀ ਖੁਸ਼ ਹੁੰਦਾ। ਵਾਹਿਗੁਰੂ। ਸਿੱਖ ਚੈਨਲ ਜੋ ਯੂਕੇ ਦਾ ਸੰਗਤ ਟੀਵੀ ਦੇਸ਼ ਦਾ ਸਾਰਾ ਇਹ ਜੋ ਪ੍ਰੋਗਰਾਮ ਹੈ ਦੇਸ਼ ਦੂਰ ਦੂਰ ਤੱਕ ਸੰਗਤਾਂ ਨੂੰ ਦਰਸ਼ਨ ਕਰਾ ਰਿਹਾ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਆਪਣਾ ਟਾਈਮ ਕੱਢ ਕੇ ਇੱਥੇ ਲਾ ਰਹੇ ਆ ਤੇ ਮਹਾਰਾਜ ਕਿਰਪਾ ਕਰਨ, ਹੋਰ ਬਲ ਬਖਸ਼ਣ, ਪਿਆਰ ਬਖਸ਼ਣ। ਇਸੇ ਤਰ੍ਹਾਂ ਸਿੱਖੀ ਸਰੂਪ ਵਿੱਚ ਰਹਿ ਕੇ ਸੇਵਾ ਕਰ ਰਹੇ ਆ, ਬਹੁਤ ਖੁਸ਼ੀ ਦੀ ਗੱਲ ਆ ਤੇ ਮਹਾਰਾਜ ਕਿਰਪਾ ਕਰਨ। ਸਾਰਾ ਜਿੰਨੇ ਸਿੱਖ ਨੌਜਵਾਨ ਬੱਚੇ ਆ ਸਿੱਖੀ ਧਾਰਨ ਕਰਨੀ ਚਾਹੀਦੀ ਆ, ਅੰਮ੍ਰਿਤ ਛਕਣਾ ਚਾਹੀਦਾ, ਬਾਣੀ ਪੜ੍ਹਨੀ ਚਾਹੀਦੀ ਹੈ, ਜਿਹਦੇ ਨਾਲ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਵਾਲੇ ਮਹਾਂਪੁਰਖਾਂ ਨੇ ਬਚਨ ਸਾਂਝੇ ਕੀਤੇ ਨੇ, ਗੁਰੂ ਸਾਹਿਬ ਕਿਰਪਾ ਕਰਨ, ਫਤਿਹ ਬਖਸ਼ਣ। ਸੋ ਮੇਰੇ ਨਾਲ ਚੜ੍ਹਦੀ ਕਲਾ ਵਾਲਾ ਸਮਾਂ। ਇਸ ਵਕਤ ਧਾਰਮਿਕ ਹਸਤੀਆਂ ਵੱਡੇ ਪੱਧਰ ਤੇ ਜਿਹੜੀਆਂ ਇੱਥੇ ਪਹੁੰਚੀਆਂ, ਉਹਨਾਂ ਦੇ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝੇ ਕੀਤੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਕੱਠ ਕਿੰਨਾ ਵੱਡਾ ਹੋ ਚੁੱਕਾ ਹੈ ਆਪਾਂ ਦੇਖ ਸਕਦੇ ਹਾਂ, ਕੈਮਰੇ ਦੀ ਨਿਗਾਹ ਦੇ ਨਾਲ ਆਪਾਂ ਤੁਹਾਨੂੰ ਦਿਖਾ ਸਕਦੇ ਹਾਂ। ਇਕੱਠ ਜਿਹੜੇ ਸਰਕਾਰਾਂ ਨੂੰ ਬੁਲਾਉਣ ਵਾਲੇ ਇਕੱਠ, ਇਹ ਲੋਕਾਂ ਦੇ ਇਕੱਠ, ਆਮ ਪਬਲਿਕ ਇਕੱਠ ਜਿਹੜੇ ਨੇ ਸਾਰੇ ਪੂਰਾ ਭਰਿਆ ਹੋਇਆ। ਪਰਲੇ ਪਾਸੇ ਨਾਲ ਹੀ ਨਾਲ ਕਿਸਾਨ ਅੱਜ ਖਟਕੜ ਪਹੁੰਚੇ ਨੇ, ਬੜੇ ਵੱਡੇ ਪੱਧਰ ਤੇ ਜਾ ਰਹੀ ਹੈ। ਲੋਕ ਇਸ ਸੰਘਰਸ਼ ਨਾਲ ਜੁੜੇ ਨੇ। ਆਪਾਂ ਸਾਰੀਆਂ ਸੋ ਇਕੱਠ ਕਿੱਡਾ ਵੱਡਾ ਹੋ ਚੁੱਕਾ ਆਪਾਂ ਦੇਖ ਸਕਦੇ ਹਾਂ। ਅੰਦਰ ਸਾਰਾ ਜੋ ਹੈ ਸ਼ੈੱਡ ਪੂਰਾ ਭਰਿਆ ਹੋਇਆ ਤੇ ਇੱਧਰ ਸਾਰੇ ਬਾਹਰ ਲੋਕ ਨੌਜਵਾਨ ਵੇਖੋ ਇੱਥੋਂ ਤੱਕ ਦਰਖਤਾਂ ਤੇ ਚੜੇ ਹੋਏ ਨੇ, ਟਰੈਕਟਰਾਂ ਤੇ ਚੜੇ ਹੋਏ ਨੇ। ਇੱਕ ਵਾਰੀ ਤੇ ਸਾਰੇ ਪਾਸੇ ਇਸ ਅਨਾਜ ਮੰਡੀ 'ਚ ਕੈਮਰਾ ਘੁਮਾ ਕੇ ਦੇਖਿਆ ਜਾਏ ਤੇ ਪੂਰੇ ਪਾਸੇ ਹਰ ਪਾਸੇ ਭਾਰੀ ਇਕੱਠ, ਸੇਵਾਦਾਰਾਂ ਵੱਲੋਂ ਸੇਵਾਵਾਂ, ਲੰਗਰਾਂ ਦੀਆਂ ਹੋਰ ਸੇਵਾਵਾਂ ਵੀ ਚੱਲ ਰਹੀਆਂ ਨੇ। ਪਰ ਸਭ ਤੋਂ ਵੱਡੀ ਗੱਲ ਇਹ ਸਾਰਾ ਇਕੱਠ ਜਿਹੜਾ ਜੁੜਿਆ, ਇਹ ਆਪ ਮੁਹਾਰਾ ਇਕੱਠ ਹੈ, ਇਹ ਆਪਣੇ ਖਰਚਿਆਂ ਤੇ ਆਇਆ ਹੋਇਆ ਇਕੱਠ ਹੈ ਤੇ ਕਿਸਾਨੀ ਮੋਰਚੇ ਦੇ ਨਾਲ ਜੁੜਿਆ ਹੋਇਆ, ਕਿਸਾਨੀ ਹੱਕੀ ਮੰਗਾਂ ਦੇ ਨਾਲ ਜੁੜੇ ਹੋਏ ਲੋਕ ਆਪ ਮੁਹਾਰੇ ਅੱਜ ਇੱਥੇ ਇਕੱਤਰ ਹੋਏ ਨੇ। ਸੋ ਬੜੀ ਵੱਡੀ ਤਾਦਾਦ ਦੇ ਵਿੱਚ, ਮੈਂ ਸਮਝਦਾ ਕਿ ਹਜ਼ਾਰਾਂ ਨਹੀਂ ਲੱਖਾਂ ਦੀ ਤਾਦਾਦ ਦੇ ਵਿੱਚ ਅੱਜ ਦਾ ਇਕੱਠ ਪਹੁੰਚ ਚੁੱਕਿਆ, ਜਿਹੜਾ ਖਟਕੜ ਕਲਾਂ ਦੀ ਇਸ ਧਰਤੀ ਦੇ ਉੱਤੇ ਇਹ ਸਾਰੇ ਕਿਸਾਨ ਹਿਤੈਸ਼ੀ ਪਹੁੰਚੇ ਨੇ। ਧਾਰਮਿਕ ਹਸਤੀਆਂ ਜੋ ਸਿੰਗਰ ਨੇ, ਪੰਜਾਬੀ ਸਿੰਗਰ, ਉਹ ਵੀ ਪਹੁੰਚ ਚੁੱਕੇ ਨੇ। ਹਰਿਆਣੇ ਦੇ ਵੀਰ ਜਿਹੜੇ ਨੇ ਉਹ ਵੀ ਪਹੁੰਚੇ ਹੋਏ ਨੇ। ਸੋ ਬੜੀ ਚੜ੍ਹਦੀ ਕਲਾ ਵਿੱਚ ਅੱਜ ਦੀ ਇਹ ਮਹਾਂਸਭਾ ਜਿਹੜੀ ਆ ਹੋ ਰਹੀ ਹੈ, ਜਿਹਦਾ ਅੰਸ਼ ਜਿਹੜੇ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਪਏ ਹਾਂ। ਬਲਦੇਵ ਸਿੰਘ ਸਿਰਸਾ ਸਾਡੇ ਨਾਲ ਮੌਜੂਦ ਨੇ। ਅੱਜ ਦਾ ਬਹੁਤ ਭਾਰੀ ਇਕੱਠ ਜਿਹੜਾ ਆਪਾਂ ਦੇਖ ਰਹੇ ਹਾਂ ਖਟਕੜ ਕਲਾਂ ਦੀ ਧਰਤੀ ਤੇ ਬੰਗੇ ਦੇ ਇਸ ਕਿਸਾਨ ਮੰਡੀ ਦੇ ਵਿੱਚ, ਤੇ ਵਿਸ਼ੇਸ਼ ਰੂਪ ਵਿੱਚ ਧਾਰਮਿਕ ਹਸਤੀਆਂ ਬਹੁਤ ਵੱਡੀ ਗਿਣਤੀ ਵਿੱਚ ਪਹੁੰਚੀਆਂ। ਕੀ ਕਹਿਣਾ ਚਾਹੁੰਦੇ ਅੱਜ ਦੇ ਮੌਕੇ ਤੇ? ਦੇਖੋ, ਅੱਜ ਦੇ ਇਕੱਠ ਨੇ ਇਹ ਸਾਬਤ ਕਰਤਾ ਕਿ ਪੰਜਾਬ ਦਾ ਬੱਚਾ ਉਹ ਧਾਰਮਿਕ, ਰਾਜਨੀਤਿਕ ਤੌਰ ਤੇ ਜਿਹੜੇ ਬੰਦੇ ਸੀ ਉਹ ਤੇ ਆਪਣੀ ਡਫਲੀ ਵਜਾ ਰਹੇ ਆ, ਲੇਕਿਨ ਧਾਰਮਿਕ ਤੇ ਕਿਸਾਨ ਤੇ ਨੌਜਵਾਨ ਉਹ ਜਿਹੜਾ ਹੈ ਉਹ ਇਸ ਟਾਈਮ ਤੇ ਇਸ ਕਿਸਾਨੀ ਸੰਘਰਸ਼ ਦੇ ਨਾਲ ਖਲੋਤਾ ਹੈ। ਤੇ ਇਹ ਅੱਜ ਦੇ ਇਕੱਠ ਨੇ ਬਸ ਜਿਹੜਾ ਇਹ ਭਗਤ ਸਿੰਘ ਦਾ ਤੇ ਉਹਨਾਂ ਦੇ ਸਾਥੀਆਂ ਦਾ ਸ਼ਹੀਦੀ ਦਿਹਾੜਾ ਜਿਹੜਾ 23 ਮਾਰਚ ਨੂੰ ਮਨਾਇਆ ਜਾ ਰਿਹਾ, ਇਸ ਦਿਨ ਦੇ ਉੱਤੇ ਏਡਾ ਵੱਡਾ ਇਕੱਠ ਕਰਕੇ ਤੇ ਇਸ ਮੋਰਚੇ ਨੂੰ ਜਿਹੜੀ ਆ ਬਹੁਤ ਵੱਡੀ ਇੱਕ ਸ਼ਕਤੀ ਪ੍ਰਾਪਤ। ਤੇ ਕੀ ਸਮਝਦੇ ਹੋ ਕਿ ਪੰਜਾਬ ਦੀ ਨੌਜਵਾਨੀ ਅੱਜ ਵੀ ਭਗਤ ਸਿੰਘ ਦੇ ਪੂਰਨਿਆਂ ਤੇ ਚੱਲਣ ਦੇ ਸਮਰੱਥ ਹੈ? ਬਿਲਕੁਲ। ਦੇਖੋ, ਅੱਜ ਦੀ ਨੌਜਵਾਨੀ ਜਿਸ ਤਰ੍ਹਾਂ ਉਹਨੇ ਸ਼ਾਂਤਮਈ ਰਹਿੰਦਿਆ, ਉਹ ਜਦੋਂ ਬੰਬ ਲੈ ਕੇ ਉੱਥੇ ਮਾਰਚ ਕੀਤਾ ਸੀ ਪਾਰਲੀਮੈਂਟ ਵਿੱਚ, ਤੇ ਉਹ ਕੋਈ ਬੰਬ ਇਹ ਸੀ ਸਿਰਫ ਉਹਨਾਂ ਨੂੰ ਮਾਰਨ ਵਾਸਤੇ ਨਹੀਂ ਸੀ, ਜਗਾਉਣ ਵਾਸਤੇ ਸੀ। ਅੱਜ ਦੀ ਵੀ ਨੌਜਵਾਨੀ ਜਿਹੜੀ ਆ ਉਹ ਬਹੁਤ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੀ ਆ ਏਡੇ ਵੱਡੇ ਇਕੱਠ ਕਰਕੇ
ਤੇ ਉਹਨਾਂ ਦੇ ਪਾਣੀ ਦੀਆਂ ਵਿਛਾੜਾਂ ਨੂੰ ਮੁੜ ਕੇ ਬੈਰੀਕੇਡ ਤੋੜ ਕੇ ਦਿੱਲੀ ਦੇ 4 ਸਵੇਰੇ ਉਹ ਬੈਠੇ ਨੇ ਔਰ ਸ਼ਾਂਤਮਈ ਸੰਘਰਸ਼ ਜਿਹੜਾ ਉਹ ਲੜ ਰਹੇ ਨੇ। ਇਹ ਕੀ ਕਸਰ ਹੈ ਕਿ ਭਗਤ ਸਿੰਘ ਦੇ ਜਿਹੜੇ ਸੁਪਨੇ ਸੀ ਔਰ ਉਸ ਤੋਂ ਅੱਗੇ ਚਲੇ ਜਾਓ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ 10ਵੇਂ ਪਾਤਸ਼ਾਹ ਦੇ ਵੱਡੇ ਸੁਪੁੱਤਰਾਂ ਨੇ ਜਿਹੜਾ ਸੀ ਸਾਹਿਬਜ਼ਾਦਿਆਂ ਨੇ ਜੰਗ ਦੇ ਮੈਦਾਨ ਦੇ ਵਿੱਚ ਸ਼ਹਾਦਤ ਦਿੱਤੀ ਸੀ ਤੇ ਛੋਟੇ ਦੋਨੋਂ ਸਾਹਿਬਜ਼ਾਦਿਆਂ ਨੇ ਨੀਹਾਂ ਚੜਵਾ ਕੇ ਆਪਣੀ ਸ਼ਹਾਦਤ ਦਿੱਤੀ ਸੀ। ਉਹਨਾਂ ਦੇ ਵਾਰਸ ਇਸ ਕਰਕੇ ਜਿਸ ਤਰ੍ਹਾਂ ਭਗਤ ਸਿੰਘ ਹੋਰਾਂ ਨੇ ਉਹਨਾਂ ਦੇ ਪੂਰਿਆਂ ਤੇ ਚੱਲਦਿਆਂ ਸ਼ਹਾਦਤ ਦਿੱਤੀ ਸੀ, ਅੱਜ ਵੀ ਸਾਡਾ ਜਿਹੜਾ ਪੰਜਾਬ ਦਾ ਨੌਜਵਾਨ ਹੈ ਬੇਸ਼ੱਕ ਦੀ ਇਹ ਕਲੀਨ ਸ਼ੇਪ ਵੀ ਕਿਉਂ ਨਹੀਂਗਾ, ਇਹ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਵੀ ਕਲੀਨ ਸ਼ੇਪ ਹੋਣਾ ਚਾਹੀਦਾ, ਇਹ ਦੂਜੀ ਗੱਲ ਪਾਸੇ ਨਾ ਲਾਇਆ ਜਾਵੇ, ਪਰ ਉਹਨਾਂ ਦੇ ਚ ਜਿਹੜਾ ਜੋਸ਼ ਤੇ ਜਜ਼ਬਾ ਉਹ ਅੱਜ ਵੀ ਗੁਰੂ ਸਾਹਿਬਾਂ ਵੱਲੋਂ ਦਰਸਾਏ ਰਸਤੇ ਤੇ ਉਸ ਤੋਂ ਬਾਅਦ ਸਮੇਂ ਦੇ ਸ਼ਹੀਦਾਂ ਵੱਲੋਂ ਇਹ ਜ਼ੁਲਮ ਦੇ ਖਿਲਾਫ ਲੜੀਆਂ ਲੜਾਈਆਂ ਦੇ ਵਿੱਚ ਪਾਏ ਯੋਗਦਾਨ ਦੇ ਜਜ਼ਬੇ ਦੇ ਨਾਲ ਅੱਜ ਵੀ बिल्कुल नौजवानी खड़ी है बिल्कुल किसानी मोर्चे के नाल। तो हमारे भाई साहब, अली भाई साहब आपका नाम जी? मेरा नाम गुरनाम संधू है। कहाँ से आप? मैं हरियाणा करनाल से आया हूँ। पहले तो हम आपको वेलकम कहते हैं पंजाब की धरती पे। हरियाणा बहुत बड़े लेवल पे पंजाब के किसानों के साथ खड़ा है, यहाँ पे आपको कैसा लगा? यहाँ ये तो अपना घर है जी, हमारे शहीद भगत सिंह संधू का पैतृक यहाँ स्थान रहा है। आज यहाँ आ रहे काम है, जो सौभाग्य मिला, हम सौभाग्यशाली है। जो किसान मोर्चा और महासभा जो हो रही है जी, तो शहीद भगत सिंह का शहीदी दिवस तो हर साल मनाया जाता है, पर आज कुछ खास जोश यहाँ पे देखने को मिल रहा है। जी, भगत सिंह एक ही बात कहते थे कि गुलाम की जिंदगी जीने से तो अच्छा शहीद हो जाना। और ये जो हमारे शहीदों ने खून से लिखा इतिहास हमारा स्याही से नहीं मिटने देंगे। बेच दियोगे मोदी तुमने रेल और जहाज, अब किसान और खेती को नहीं बिकने देंगे। अभी जो बंगाल में चल रहा है किसान उसका खिलाफत कर रहे हैं, विरोध कर रहे हैं। बिल्कुल, बंगाल में आज पूरी तरह बीजेपी बैकफुट पे है, वहाँ पर पूरी तरह से बीजेपी हार रही है। उसका एक ही रीजन है, सिर्फ किसान। तो किसान मोर्चे का क्या भविष्य क्या देखते हैं? भविष्य किसान मोर्चे का भविष्य बिल्कुल सुरक्षित है और हम ये तीनों काले कानून और अपनी MSP की गारंटी लेके हरियाणा की सरकार है वो तरह तरह के बयान देते हैं। आज हरियाणा में आज इलेक्शन करा लो, हरियाणा में 5 सीट नहीं आनी। ये है हरियाणा के हालात और पूरे देश के जो हालात आप देख ही रहे। अभी क्या समझते हैं? ये लड़ाई अब हमारी तीनों काले कानूनों से बहुत ऊपर हमारे मान सम्मान और पद की लड़ाई हो चुकी है। पद की लड़ाई, मान सम्मान की लड़ाई बन चुकी है और जब बात यहाँ तक पहुँच जाती है तो हमारे हरियाणा वाले भाई चाहे पंजाब वाले हों, हम किसी भी बात पे कोई कॉम्प्रोमाइज नहीं करते। हमारे सामने जो हरियाणा वाले भाई हैं हमें ये बता के गए हैं, सो जीत हमारी पक्की है, ऐलान होना बाकी है। शहीद आजम सरदार भगत सिंह के आज शहीदी के मौके पर हरियाणा से विशेष मेहमान खटखट कला में पहुंचे हुए हैं। सो पहले तो आपका स्वागत करते हैं जी। तो आज का ये माहौल देख के क्या लगता है आपको? देखिए, मुझे लगता है कि जो पंजाब की धरती से इस जुल्मी सरकार के खिलाफ जो बिगुल बजाया था, अब वो सपना सच होता हुआ लग रहा है। और ये केवल आज या कल की बात नहीं रहेगी, ये जो अब जो चीज़ हो रही है, मैं कहा करता हूँ कि हम इतिहास के बीच में हैं। जो भविष्य का इतिहास लिखा जाएगा तो एक जंग आज़ादी की थी और अब जो आर्थिक आज़ादी की जंग है उसका ये बिगुल यहाँ से बज रहा है और जीत निश्चित है। तो इसमें क्या भविष्य क्या देखते हैं, क्योंकि इतनी बड़ी तादाद पे लाखों की तादाद में लोग अपने आप घर से निकल पड़ते हैं। जी जी, इसको आप कैसे देखते हैं? देखिए, जिन कानूनों की बात कर रहे हैं, हालांकि 99% लोगों ने कानून पढ़े नहीं है, लेकिन अगर मैं आपको एक लाइन में बताऊं कि अगर सरकार कानून में ये लाइन लिखती है कि जो हमारे अनाज हैं, दालें हैं, ये चीज़ें जब आप व्यापारी को दे देंगे तो व्यापारी के ऊपर ना कीमत पे लगाम होगी ना भंडारण पे लगाम होगी। ये एसेंशियल कमोडिटी एक्ट में संशोधन करके एक लाइन लिखी है। दूसरी तरफ आप नीयत देखिए सरकार की
की कि सरकार कहती है कि जब किसान के साथ व्यापारी अन्याय करेगा तो वहां पे बाकायदा ये लिखा है कि पहली चीज तो ये है कि किसान वकील नहीं कर सकता है, और दूसरी चीज न्याय जिनके हाथ में दिया है एसडीएम या एडीसी लेवल के ऑफिसर, उनके आपको पता होना चाहिए कि उनकी डिग्री की, लॉ की डिग्री की तो उनकी जरूरत नहीं होती है। तो ना तो न्यायवादी वहां पे बैठा है जिसको न्याय की समझ होगी, और ना किसान को ये छूट है। ये मैं पूछता हूँ, जब माननीय कृषि मंत्री नरेंद्र तोमर जी कहते हैं कि काला क्या है, तो ये पूरी मंशा काली दिखाई देती है कि आप किसान को वकील करने से मना क्यों कर रहे हैं। अगर ऐसा भी होता कि वैसी चीज लिखी नहीं होती, जब खासकर उस चीज का मेंशन किया जाता है। और एक बिंदु देखिए कि जब उसके ऊपर पेनल्टी लगेगी जो कि इतनी ज्यादा है कि व्यापारी के लिए तो कुछ भी नहीं है, 50,000 25,000 और रोजाना 5,000 बढ़ेगी, तो ऐसी स्थिति में जब वो पेनल्टी लगेगी तो उसमें लिखा है कानून में कि ये इसकी रिकवरी लैंड रेवेन्यू एरियर की तरह से होगी। इसका मतलब समझते हैं कि भू राजस्व एक्ट जो है उसके अंदर जो रिकवरी की जाती है उसमें सबसे पहले किसान की जमीन की कुर्की की जाती है, उसके बाद मकान की जाती है। तो मंशा सरकार की इसमें दिखाई देती है कि सब कुछ नीलाम करके और किसान को बेसहारा, बेरोजगार, भूखा करके और इन पूंजीपतियों को सारी संपत्ति देके जब इनकी नई फैक्ट्रियां खुले तो उनका सस्ता मजदूर जो है उनको उपलब्ध हो, इसलिए 80 करोड़ जनता के साथ ये खेल खेला जा रहा है। सर जैसे अभी आपने बोला कि खेल खेला जा रहा है 80 करोड़ से, जी क्या डेमोक्रेसी फेल होगी? पूरी तरह से फेल हो गई है डेमोक्रेसी। डेमोक्रेसी के अंदर तो राइट होते हैं। आप देखिए आर्टिकल 14 जो है हमें कानून के समक्ष समता का अधिकार देता है। ये पहला एक्ट है, आज़ादी से पहले भी ऐसा कोई एक्ट नहीं था कि किसी के साथ जुल्म होगा, लूट होगी तो वो न्यायालय नहीं जा सकता। लेकिन आप फार्म ट्रेड एंड कॉमर्स एक्ट के अंदर देखें या आप फार्म प्रोड्यूस प्राइस एश्योरेंस, जिसको एग्रीमेंट खेती कानून कहते हैं, 5 जगह ये लिखा है कि कोई भी सिविल कोर्ट जो है किसान का मुकदमा ले ही नहीं सकता है। तो सीधा सीधा दिखता है कि जब 130 करोड़ में से 80 करोड़ आदमियों को आप न्यायालय जाने से रोक रहे हैं तो फिर आर्टिकल 14 का संविधान में मतलब क्या रहता है। दूसरी तरफ आप देखिए कि किसान शांतिपूर्वक मार्च करके राजधानी में जाना चाहता है, सरकार को अपनी बात कहना चाहता है, तो बड़े बड़े जो है उसके अंदर डिच खोदी जाती है और उसके साथ ही सरिये गाड़े जाते हैं। तो जब उधर संविधान में कहा गया है कि आपको स्वतंत्र विचरण का अधिकार है, आपको बोलने का अधिकार है, तो ये सारा संविधान को ही खत्म किया जा रहा है। एक आखिरी बात आपको और बताऊं, हरियाणा सरकार अभी अभी एक बिल लेके आई है जिसके अंदर ये कहा गया है कि जब कोई भी आंदोलन करेगा और उससे सरकारी संपत्ति को नुकसान होगा तो उनको सजा तो नहीं मिलेगी लेकिन उनकी संपत्तियां कुड़क कर ली जाएंगी। अब मैं इस सरकार से पूछना चाहता हूं कि जब शांतिपूर्वक आंदोलन के बीच सरकारी गुंडे घुसेंगे और वो सरकारी संपत्ति को नुकसान पहुंचाएंगे तो क्या व्यवस्था है आपकी कि आप उनको पहचान लेंगे? क्या आपकी अफसरशाही इतनी हिम्मत करेगी कि वो सरकार का नाम लेके ये तो सरकार का समर्थित गुंडा है और इसने संपत्ति को जलाया है। ये षड्यंत्र चल रहा है कि कोई आंदोलन की सोच भी ना पाए। एक बात बहुत बड़े पैमाने पे जो सामने आ रही है कि इतना बड़ा लाखों का डेली इकट्ठ हो रहा है, एक जगह पे नहीं 5-6 राज्यों में डेली ऐसी सभा हो रही है, लाखों लोग जुड़ रहे हैं। सभी बट नेचुरल है कि गवर्नमेंट के खिलाफ ही चल रहा है सारा कुछ, पर गवर्नमेंट को महसूस नहीं हो रहा है। क्या ईवीएम का गेम अभी भी? डेफिनेटली यही गेम है। देखिए बहुत सारे जो इलेक्ट्रॉनिक एक्सपर्ट हैं उन्होंने संसद के अंदर जाके ईवीएम को हैक करके दिखाया। दूसरी बात यहाँ से पता लगाएं कि जो धरती का सबसे मजबूत देश है अमेरिका है, वहाँ पे क्यों बैलेट से जो है वो कराया जा रहा है। तो ये निश्चित तौर पे एक षड्यंत्र है और क्योंकि इनको जनता का वोट चाहिए ही नहीं, इनको केवल ईवीएम को हैक करना है, इसलिए जनता आप देख लीजिए लाखों कर्मचारी बैंक के घूम रहे हैं, डॉक्टर्स अलग से घूम रहे हैं। हमारे हरियाणा में अभी 2,500 स्कूल बंद किए गए हैं। जनता बेचारी बिलबिला रही है भूख से, बेरोजगारी से। एक तरफ जहां मोदी जी कहते हैं कि 80 करोड़ लोगों को कोरोना के समय में अनाज दिया गया, मैं उन माननीय प्रधानमंत्री से पूछता हूं कि 7 साल में आप ऐसा प्रबंध नहीं कर पाए कि वो 80 करोड़ लोग अपनी मेहनत की कमाई से अपना पेट भर ले। क्या आप हम सबको भिखारी बना देना चाहते हैं? क्या आप राजा बनना चाहते हैं या प्रजातंत्रिक देश का प्रधानमंत्री रहना चाहते हैं? तो ये वही है कि एक घोषित तानाशाही है, लागू हो चुकी है, संविधान पूरी तरह से डिफंक्ट हो चुका है। ईवीएम को
ईवीएम की जगह पे पुराना सिस्टम लाने के लिए क्या करना पड़ेगा? क्या उसके लिए भी आंदोलन करना पड़ेगा या कोई और भी रास्ता? बिल्कुल आंदोलन करना पड़ेगा, और हम लोग इसी आंदोलन के बीच में, क्योंकि सभी राज्यों के अगुवाओं से मिल रहे हैं, तो उनके साथ मिलकर रणनीति तैयार कर रहे हैं। और करीब करीब 13-14 राज्य जो है वो उनके नेता तैयार हो गए हैं कि जैसे ही हमारा किसान आंदोलन जीत कर लौटेगा, हम तुरंत उसी तरह से और उतनी ही ताकत से ईवीएम के खिलाफ जो है आंदोलन शुरू करेंगे। हमने अभी, मैं आपको एक और बात बता दूं, आप सवाल पूछे उससे पहले, हम लोग, क्योंकि मैं हरियाणा सरकार में नौकर था और मुझे केवल किसान आंदोलन का समर्थन करने के लिए निकाल दिया। अब मैं ये पूछना चाहता हूँ कि कानून तो ये कहता है कि राजनीतिक पार्टी के प्रोग्राम में भी जा सकते हैं, ये तो किसान का आंदोलन है, मैं तो किसान का बेटा हूँ, क्या मैं अपने हक की बात नहीं कर सकता? हमने इसको लेके, ईवीएम है चाहे किसान, ये 3 काले कानून है या संवैधानिक अधिकार है, हमने ट्रेनिंग शुरू की है। और जिस दिन से अब करीब 2 महीने हो गए हैं, करीब 5 राज्य हम कवर कर चुके हैं। दिन में रात में जहां भी हमें बुलाया जाता है, डॉक्टर देवेंद्र है मेरे साथ और ये हमारी पूरी टीम है, हम चाहे 50 लोग हो, चाहे 5000 या 50,000, वहां पे जाके हम 4 घंटे का कार्यक्रम करते हैं, जिसमें एक एक कानून के अंदर जो काला क्या है पूछा गया है, वो एक एक शब्द बताते हैं लोगों को, और युवाओं को तैयार कर रहे हैं हर एक गाँव के गली के स्तर पे, कि जब हमें जरूरत पड़े कि युवा इस देश का एक जलजला बन के खड़ा हो, तब ये सरकारें काबू आएंगी। तो वो काम हमने ऑलरेडी छेड़ रखा है। सो बिल्कुल इदां दी जो जरूरत है, क्योंकि बिल्कुल ग्राउंड ਲੈਵਲ ਦੇ ਉੱਤੇ ਜਾ ਕੇ ਕੰਮ ਹੋ ਰਿਹਾ। ਹਰਿਆਣੇ ਤੋਂ ਸਾਡੇ ਨਾਲ, ਕਿਉਂਕਿ ਡਾਇਰੈਕਟਰ ਲੈਵਲ ਦੇ ਉੱਤੇ ਇਹਨਾਂ ਨੂੰ ਇਸ ਕਰਕੇ ਇਸ ਅੰਦੋਲਨ ਦਾ ਸਮਰਥਨ ਕਰਨ ਕਰਕੇ ਇਹਨਾਂ ਨੂੰ ਨੌਕਰੀ ਤੋਂ ਕੀਤਾ ਗਿਆ। ਪਰ ਮੈਂ ਸਮਝਦਾ ਕਿ ਇਹਨਾਂ ਦਾ ਜਿਹੜਾ ਯੋਗਦਾਨ ਹੈ ਕਿਸਾਨੀ ਮੋਰਚੇ ਦੇ ਨਾਲ, ਜਿਸ ਢੰਗ ਦੇ ਨਾਲ ਇਹ ਚੱਲਦੇ ਪਏ ਨੇ, ਪਿੰਡ ਜਾ ਕੇ, ਗਲੀ ਜਾ ਕੇ ਜਿਸ ਢੰਗ ਦੇ ਨਾਲ ਇਹ ਖੜੇ ਕਰਦੇ ਪਏ ਨੇ ਲੋਕਾਂ ਨੂੰ, ਤੇ ਈਵੀਐਮ ਦਾ ਜਿਹੜਾ ਮਸਲਾ, ਕਿਉਂਕਿ ਜਦ ਤੱਕ ਸਾਡੀ ਵੋਟ ਦਾ ਮੁੱਲ ਨਹੀਂ ਪੈਂਦਾ, ਉਦੋਂ ਤੱਕ ਅਸੀਂ ਸਰਕਾਰਾਂ ਨਹੀਂ ਬਦਲ ਸਕਦੇ। ਇੰਨਾ ਇਕੱਠ ਹੋਣ ਦੇ ਬਾਵਜੂਦ ਵੀ ਸਰਕਾਰ ਕਹਿ ਰਹੀ है जो तोमर साहब का वो बयान, मुट्ठी भर लोग है, ये कहा जा रहा है। कभी कहते हैं कि लोग इकट्ठे हो जाए, भीड़ से कानून नहीं बदले जा सकते। उनको ये मैं आपके माध्यम से कहना चाहता हूँ कि भीड़ इकट्ठे करने से भले ही कानून ना बदले, लेकिन सरकारें भीड़ें बदल देती है। और इस बार ये सरकारें नहीं, इस पार्टी की हर जगह पूरे देश में जमानत जब्त होगी, इसकी जिम्मेदारी जो है इनकी खुद की होगी, क्योंकि देश बहुत ही उम्मीदों के साथ एक बदलाव की स्थिति लाने के लिए देश ने इनको वोट दिया था। मेजोरिटी से पूरी थम्पिंग के खुल के काम कर पाए, जो इन्होंने खुद, जब सरकार के गृह मंत्री ये कहने लग जाए कि वो बातें तो चुनावी जुमले थे, तो आज उनके ऊपर ये भरोसा कैसे कर ले कि ये कानून हमारे भले के लिए है? क्योंकि तब भी आप ही कह रहे थे, अब भी आप ही कह रहे हैं। तो ये बहुत जो है दुर्भाग्यपूर्ण है कि देश के अंदर इस तरह का माहौल बना है। लेकिन एक तरफ मैं इसको पॉजिटिवली भी देखता हूँ। देखिए, अब तो खैर सत्ता के अंदर बीजेपी सरकार है, लेकिन मैं तो ये पूछना चाहता हूं कि इससे पहले पिछले 70 साल के अंदर किसान सोने की थाली में खा रहा था। इसका मतलब ये कहना चाहता हूं कि कांग्रेस पार्टी रही, किसी भी पार्टी का रहा है, हमेशा उनका व्यापारी के साथ नेक्सस रहता है, और किसान को, मजदूर को, छोटे व्यवसायी को, उनको हमेशा चूसा जाता है, और उनको मजदूर में कन्वर्ट करना ये हर सरकार की प्रायोरिटी रही है। तो ये व्यवस्था परिवर्तन होगा, और व्यवस्था परिवर्तन के लिए, जैसा साहब काशीराम बहुत पहले कह गए थे कि व्यवस्था परिवर्तन अगर करना चाहते हो तो सत्ता परिवर्तन करना ही पड़ेगा। भले ही ये लोग ये कहते रहे कि किसान राजनीति कर रहे हैं, हम ठोक के कहते हैं कि अब किसान राजनीति भी करेगा और राज भी करेगा। इसका कैसे, आपके क्या सोचते हैं? क्योंकि बात होती है कि अगर मोदी नहीं तो फिर कौन? क्वेश्चन मार्क। मैं वही तो कह रहा हूं कि अब आगे आने वाले वक्त में आप देखिएगा 2024 के अंदर, जी मैं कह रहा हूं कि आने वाले वक्त में जो आम आदमी है, जो कमेरा वर्ग है, जो शोषित वंचित वर्ग है, उनके अंदर से ये जो मंचों पे भाषण हो रहे हैं ना, ये भावी प्रधानमंत्री और भावी मुख्यमंत्री तैयार हो रहे हैं, और ये देश के अगुवा बनेंगे, देश इनको लेके आएगा। और ये जो पुरानी जितनी पार्टियां हैं, इनको अगर इनको चाहेगा कि ये राजनीति में रहना चाहे, तो इनको
मौका मेरे वर्ग के साथ उनके भले के लिए काम करके ही राजनीति में आना है। ये जो आपने बोला ना कि मोदी नहीं तो कौन, उन लोगों को बता दें कि मोदी इस देश के संविधान के लिए और हमारे लोकतंत्र के लिए एक बीमारी है, कैंसर जैसी बीमारी। तो आप क्या पूछ रहे हैं? बेसिकली बीजेपी वाले ये पूछते हैं कि कैंसर छोड़ के कौन सी बीमारी चाहते हो? कैंसर का कोई अल्टरनेट थोड़ी होता है। कैंसर को तो बिल्कुल जड़ से खत्म करना ही एक रास्ता है, और ये किसान आंदोलन वो कीमोथेरेपी होगी जिसमें ये कैंसर खत्म होना है बेसिकली। तो इसका अल्टरनेट नहीं ढूंढना, इसका बीमारी का अल्टरनेट नहीं ढूंढा करते, बीमारी को तो खत्म करते हैं। और ये नौजवान अपने आप आ जाएंगे, जैसे डॉक्टर साहब ने बोला। बिल्कुल बहुत दूर ਦੀ ਪਲੈਨਿੰਗ ਜਿਹੜੀ ਹੈ ਦਿਮਾਗਾਂ ਚੱਲਦੀ ਪਈ ਹੈ, ਕਿਉਂਕਿ ਰੋਜ਼ਾਨਾ ਲੱਖਾਂ ਦਾ ਇਕੱਠ ਜਿਹੜਾ ਹੋ ਰਿਹਾ ਵੱਖ-ਵੱਖ ਸੂਬਿਆਂ ਦੇ ਵਿੱਚ, ਇਦਾਂ ਦੇ ਬਹੁਤ ਵੱਡੇ ਇਕੱਠ ਹੋ ਰਹੇ ਨੇ ਤੇ ਕਿਸਾਨ ਅੰਦੋਲਨ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਜਨ ਕ੍ਰਾਂਤੀ ਬਣ ਚੁੱਕਿਆ। ਸਾਡੇ ਨਾਲ ਹਰਿਆਣਾ ਦੇ ਸਾਡੇ ਵੀਰਾਂ ਨੇ ਬਹੁਤ ਵਧੀਆ ਵਿਚਾਰ ਵਿਅਕਤ ਕੀਤੇ ਨੇ। ਸੋ ਅਗਲੀ ਗੱਲ ਇਸ ਤੋਂ ਬਾਅਦ ਸੰਘਰਸ਼ ਜਿਹੜਾ ਚੱਲੇਗਾ ਉਹ ਈਵੀਐਮ ਦਾ ਹੋਏਗਾ, ਤਾਂ ਕਿ ਸਾਡੀਆਂ ਵੋਟਾਂ ਦੇ ਨਾਲ ਸਰਕਾਰਾਂ ਚੁਣੀਆਂ ਜਾਣ, ਨਾ ਕਿ ਕਾਰਪੋਰੇਟਰਾਂ ਦੇ ਜਿਹੜੇ ਸਿਸਟਮ ਨੇ ਉਹਨਾਂ ਦੇ ਕਰਕੇ ਹੈਕਿੰਗ ਦੇ ਨਾਲ ਜਿਹੜਾ ਕਿ ਇੱਕ ਬੜਾ ਵੱਡਾ ਖਦਸ਼ਾ ਬਣਿਆ ਹੋਇਆ ਤੇ ਇਹਨੂੰ ਵੀ ਦੂਰ ਕਰਨ ਦੀ ਜ਼ਰੂਰਤ ਹੈ ਜੀ। ਦਰਸ਼ਨਪਾਲ ਜੀ ਸਾਡੇ ਨਾਲ ਨੇ, ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਨੇ। ਦਰਸ਼ਨਪਾਲ ਜੀ, ਅੱਜ ਦੇ ਇਕੱਠ ਨੂੰ ਕਿਵੇਂ ਦੇਖਦੇ ਹੋ? ਇੱਥੇ ਧਾਰਮਿਕ ਇਕੱਠ ਵੀ ਸੀਗਾ, ਇੱਥੇ ਸਾਰੇ ਹਰ ਸਮਾਜ ਦਾ ਜਿਹੜਾ ਨੁਮਾਇੰਦਾ ਇੱਥੇ ਪਹੁੰਚਿਆ ਹੋਇਆ। ਮੈਨੂੰ ਲੱਗਦਾ ਵੀ ਇਹ ਅੰਦੋਲਨ ਜਦੋਂ ਸ਼ੁਰੂ ਹੋਇਆ ਉਦੋਂ ਵੀ ਅਸਲ 'ਚ ਬਹੁਤ ਧਾਰਮਿਕ ਸ਼ਖਸੀਅਤਾਂ ਨੇ ਤੇ ਸੰਸਥਾਵਾਂ ਨੇ, ਸਮਾਜਿਕ ਸੰਸਥਾਵਾਂ ਤੇ ਸ਼ਖਸੀਅਤਾਂ ਨੇ, NGOs ਨੇ, ਬਹੁਤ ਸਾਰੇ ਸਾਡੇ ਪਲੇਅਰਾਂ ਦੀਆਂ ਇੰਸਟੀਟਿਊਸ਼ਨ ਨੇ, ਬਹੁਤ ਸਾਰੇ ਗਾਇਕਾਂ ਨੇ, ਗੀਤ ਲਿਖਣ ਵਾਲਿਆਂ ਨੇ ਬਹੁਤ ਵੱਡਾ ਹਿੱਸਾ ਪਾਇਆ ਇਹਦੇ 'ਚ। ਸੋ ਅੱਜ ਦਾ ਅੰਦੋਲਨ ਉਹਦਾ ਹੀ ਇੱਕ ਕਹਿ ਲਓ ਪ੍ਰਤੀਕ ਹੈ। ਇਹ ਤੁਸੀਂ ਸਿੰਘੂ ਬਾਰਡਰ ਤੇ ਜਾ ਕੇ ਦੇਖਦੇ ਤੁਹਾਨੂੰ ਤਾਂ ਵੀ ਲੱਗਦਾ ਵੀ ਇੱਥੇ ਸਾਰਾ ਪੰਜਾਬ ਆਪਣੀਆਂ ਸੰਸਥਾਵਾਂ ਲੈ ਕੇ ਬੈਠਾ। ਸੋ ਅੱਜ ਦਾ ਜਿਹੜਾ ਇਕੱਠ ਹੈ, ਇਹ ਇਕੱਠ ਕਿਸਾਨ ਅੰਦੋਲਨ ਨੂੰ ਵੱਖ-ਵੱਖ ਐਂਗਲ ਤੋਂ ਸ਼ਕਤੀ ਪ੍ਰਦਾਨ ਕਰਨ ਵਾਲਾ ਹੈ, ਬਹੁਤ ਸਾਰੇ ਭੁਲੇਖੇ ਦੂਰ ਕਰਨ ਵਾਲਾ ਹੈ। ਹੁਣ ਤੱਕ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਸਾਨੂੰ ਕੋਈ ਪ੍ਰਾਪਤੀ ਹੋਈ ਹੈ ਇਸ ਸੰਘਰਸ਼ ਦੇ ਵਿੱਚ, ਜਦੋਂ ਤੋਂ ਆਪਾਂ ਪਿਛਲੇ 6 ਮਹੀਨੇ ਤੋਂ ਲੱਗੇ? ਦੇਖੋ, ਜਿੱਥੋਂ ਤੱਕ ਹੈ ਕਿਸਾਨੀ ਦਾ, ਸਰਕਾਰ 2 ਮੁੱਦਿਆਂ ਤੇ ਆਪ ਹੀ ਮੰਨ ਗਈ। ਪਾਵਰ ਬਿੱਲ 2020 ਅਸੀਂ ਵਾਪਸ ਲੈ ਲਾਂਗੇ, ਠੀਕ ਹੈ, 에ਅਰ ਕੁਆਲਿਟੀ ਬਿੱਲ ਨੂੰ। ਪਰ ਅਗਰ ਦੇਸ਼ ਦੇ ਮਾਹੌਲ ਦੀ ਗੱਲ ਕਰਨੀ ਹੋਵੇ, ਪਹਿਲੀ ਵਾਰ ਹੈ ਕਿ ਕੋਈ ਕਿਸਾਨ ਦਾ ਬੱਚਾ ਇਹ ਕਹਿਣ 'ਚ ਫਖਰ ਕਰ ਰਿਹਾ ਕਿ ਮੈਂ ਕਿਸਾਨ ਦਾ ਬੇਟਾ। ਕਿਸਾਨ ਪਹਿਲੀ ਵਾਰੀ ਫਖਰ ਕਰ ਰਿਹਾ, ਲਿਖ ਸਕਦਾ ਮੈਂ ਕਿਸਾਨ ਹਾਂ। ਪਹਿਲੀ ਵਾਰੀ ਦੇਸ਼ ਦੇ ਵਿੱਚ ਫਿਰਕਾ ਪ੍ਰਸਤੀ ਦਾ ਜਿਹੜਾ ਪੱਤਾ ਸੀ ਉਹ ਮੁੱਦਾ ਵੱਜ ਗਿਆ ਹੋਇਆ। ਪਹਿਲੀ ਵਾਰੀ ਇੱਕ ਸੂਬੇ ਦਾ ਕਿਸਾਨ ਦੂਸਰੇ ਸੂਬੇ ਦੇ ਕਿਸਾਨ ਨਾਲ ਮਿਲ ਕੇ ਲੜ ਰਿਹਾ ਹੈ। ਪਹਿਲੀ ਵਾਰੀ ਮੀਣਾ ਤੇ ਗੁੱਜਰਾਂ ਦੀ ਏਕਤਾ ਕਰੌਲੀ ਦੀ ਪੰਚਾਇਤ ਦੇ ਵਿੱਚ 50,000 ਦੇ ਇਕੱਠ ਦੇ ਵਿੱਚ ਦਿਖੀ ਹੈ। ਮੁਜ਼ੱਫਰਪੁਰ ਦੇ ਵਿੱਚ ਮੁਸਲਮਾਨ ਤੇ ਹਿੰਦੂਆਂ ਦਾ ਜਿਹੜਾ ਇਕੱਠ ਹੈ ਉਹ ਦੇਖਣ ਨੂੰ ਮਿਲਿਆ। ਸੋ ਬਹੁਤ ਸਾਰੇ ਇਹਦੇ 'ਚ ਤੁਸੀਂ ਇਸ ਕਿਸਮ ਦੇ ਦੇਖੋਗੇ ਕਿ ਕਿਸਾਨ ਅੰਦੋਲਨ, ਕਿਸਾਨ ਦੀ ਪ੍ਰਤਿਭਾ, ਫਿਰਕੂ ਤੇ ਜਾਤ ਪਾਤੀ ਵਿਤਕਰਾ, ਭਾਸ਼ਾਵਾਂ ਦੀ ਦੂਰੀ ਦੇ ਨਾਲ ਕਿਸਾਨਾਂ ਦਾ ਏਕਤਾ, ਕਿਸਾਨੀ ਕਿੱਤੇ ਦੀ ਸ਼ਾਨ ਤੇ ਆਨ ਨੂੰ ਇਹ ਬਲਕਿ ਕਰ ਰਿਹਾ। ਤੇ ਪੰਜਾਬ ਦੇ ਵਾਸਤੇ ਇੱਕ ਪੰਜਾਬੀ ਹੋਣ ਦੇ ਨਾਤੇ ਮੈਂ ਕਹਿਣਾ ਚਾਹੁੰਦਾ ਕਿ ਇਸ ਅੰਦੋਲਨ ਨੇ ਪੰਜਾਬ, ਪੰਜਾਬੀਅਤ, ਪੰਜਾਬੀ ਕਿਸਾਨ, ਸਿੱਖ ਕਿਸਾਨ ਤੇ ਸਿੱਖੀ ਦੀ ਜਿਹੜੀ ਆਨ ਸ਼ਾਨ ਹੈ ਇਹਨੂੰ ਬਹੁਤ ਸਿਖਰਾਂ ਤੇ ਲੈ ਗਿਆ ਹੋਇਆ ਅੰਦੋਲਨ, ਦੇਸ਼ ਵੀ ਤੇ ਪੂਰੇ ਵਿਦੇਸ਼ ਵੀ। ਤੁਸੀਂ ਵੱਖ-ਵੱਖ ਸੂਬਿਆਂ 'ਚ ਗਏ ਹੋ, ਬੀਜੇਪੀ ਦੇ ਖਿਲਾਫ ਕਾਫੀ ਪ੍ਰਚਾਰ ਮੁਹਿੰਮਾਂ ਚੱਲ ਰਹੀਆਂ ਨੇ, ਇਹਦਾ ਕੀ ਅਸਰ ਤੁਸੀਂ ਦੇਖ ਸਕਦੇ ਹੋ? ਇਹਦਾ ਦੇਖੋ, ਵੈਸੇ ਤਾਂ ਜਦੋਂ ਰਿਜ਼ਲਟ ਆਉਣਗੇ ਉਦੋਂ ਹੀ ਪਤਾ ਲੱਗੂਗਾ। ਅਸੀਂ ਤਾਂ ਆਪਣਾ, ਕਿਉਂਕਿ ਬੀਜੇਪੀ ਨੂੰ ਸ਼ੁਰੂ ਤੋਂ ਅਸੀਂ ਆਈਸੋਲੇਟ ਕਰਨ ਦਾ ਇੱਕ ਲਿਆ ਹੋਇਆ ਕੰਮ, ਮਤਲਬ ਟਾਸਕ ਕੱਢਿਆ ਹੋਇਆ ਸੀ। ਅਸੀਂ ਪਹਿਲਾਂ ਹੀ ਦੇ ਚੁੱਕੇ ਸੀ ਜੂਨ ਦੇ ਮਹੀਨੇ 'ਚ ਹੀ ਕਿ ਜਿੱਥੇ ਵੀ ਬੀਜੇਪੀ ਹੈ ਉਹਨੂੰ ਆਈਸੋਲੇਟ ਕਰੋ, ਉਹਦਾ ਬਾਈਕਾਟ ਕਰੋ, ਉਹਨੂੰ ਕਾਲੇ ਝੰਡੇ ਦਿਖਾਓ, ਉਹਦੇ MLA MP ਨੂੰ, ਮੰਤਰੀਆਂ ਨੂੰ। ਸੋ ਉਹਦੀ ਇੱਕ ਐਕਸਟੈਂਡਡ ਰੂਪ ਹੈ ਤਾਂ ਕਿ ਪੋਲੀਟੀਕਲ ਫੀਲਡ ਦੇ ਵਿੱਚ ਉਹਨਾਂ ਨੂੰ ਕਹਿਣਾ ਵੀ ਇਹਨਾਂ ਨੂੰ ਸਜ਼ਾ ਦਿਓ, ਲੋਕਾਂ ਨੂੰ ਉਹੀ ਸਜ਼ਾ ਦਿਓ। ਤੇ ਕੇਜਰੀਵਾਲ ਜੀ ਨੇ ਕਿਸਾਨ ਮਹਾਪੰਚਾਇਤ ਕੀਤੀ, ਚੰਗਾ ਇਕੱਠ ਹੋ ਗਿਆ, ਉਹ ਕਿਵੇਂ ਦੇਖਦੇ ਹੋ? ਪੰਜਾਬ ਦਾ ਕੀ ਭਵਿੱਖ ਹੈ ਇਸ? ਨਹੀਂ, ਮੈਨੂੰ ਲੱਗਦਾ ਜਿਹੜੇ ਵੀ ਅੱਜ ਬੀਜੇਪੀ ਦੇ ਬਦਲ ਦੇ ਵਿੱਚ ਜਿਹੜੇ ਵੀ ਲੋਕ ਕਿਸਾਨੀ ਦਾ ਇਕੱਠ ਕਰਦੇ ਨੇ ਉਹਨਾਂ ਨੂੰ ਰਿਸਪੌਂਸ ਮਿਲ ਰਿਹਾ ਹੋ, ਕਿਉਂਕਿ ਕਿਸਾਨੀ ਦਾ ਜਿਹੜਾ ਅੰਦੋਲਨ ਹੈ ਅੱਜ ਘਰ ਘਰ ਦਾ ਇੱਕ ਆਵਾਜ਼ ਬਣ ਚੁੱਕਿਆ, ਘਰ ਘਰ ਦਾ ਇੱਕ ਗੱਲਬਾਤ ਹੋ ਰਹੀ ਹੈ ਉਹਦੇ 'ਚ। ਇਸ ਕਰਕੇ ਕਿਸਾਨ ਅਤੇ ਉਹਨਾਂ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਨੇ, ਪਰਿਵਾਰਾਂ ਦੇ ਮੈਂਬਰ ਨੇ, ਉਹ ਚਾਹੁੰਦੇ ਨੇ ਕਿ ਜਿੱਥੇ ਵੀ ਕਿਸਾਨ ਦੀ ਗੱਲ ਹੁੰਦੀ ਹੈ ਉਹਨੂੰ ਸੁਣੀਏ। ਇਸ ਵਾਰੀ ਹੁਣ ਅਗਲੀਆਂ ਚੋਣਾਂ ਦੇ ਵਾਸਤੇ ਸੰਯੁਕਤ ਮੋਰਚੇ ਦੀ ਕੀ ਪਲੈਨਿੰਗ? ਆਪਾਂ ਕੀ ਪੰਜਾਬ ਦਾ ਭਵਿੱਖ ਕੀ ਦੇਖ ਸਕਦੇ ਹਾਂ ਸੰਯੁਕਤ ਮੋਰਚੇ ਦੀ ਨਿਗਾਹ? ਮੈਂ ਸਟੇਜ ਤੇ ਵੀ ਕਿਹਾ ਅਸੀਂ ਚੋਣਾਂ ਦੇ ਬਾਰੇ ਕੁਝ ਨਹੀਂ ਕੰਸੀਡਰ ਕਰਦੇ ਹੁੰਦੇ, ਕਿਉਂਕਿ ਸਾਡਾ ਅੰਦੋਲਨ ਹੈ ਜਿਹੜਾ ਗੈਰ ਸਿਆਸੀ ਹੋ ਕੇ, ਗੈਰ ਪਾਰਟੀ ਹੋ ਕੇ ਕੇਂਦਰ ਸਰਕਾਰ ਦੇ ਨਾਲ ਲੜ ਰਿਹਾ ਹੈ। ਅਸੀਂ ਇੱਧਰ ਨੂੰ ਨਾ ਸਾਡਾ ਕੋਈ ਏਜੰਡਾ, ਨਾ ਅਸੀਂ ਇਹਦੇ ਤੇ ਸੋਚਣਾ, ਨਾ ਅਸੀਂ ਸੋਚਣ ਦੇਣਾ ਚਾਹੀਦਾ।
ਤੇ ਕੀ ਤੁਸੀਂ ਇੱਥੇ ਵੀ ਪੰਜਾਬ 'ਚ ਵੀ ਕਿਸੇ ਪਾਰਟੀ ਦਾ ਵਿਰੋਧ ਕਰੋਗੇ ਜਦੋਂ ਚੋਣਾਂ ਕੋਈ ਹੋਣਗੀਆਂ? ਤਾਂ ਮੈਂ ਕਹਿ ਰਿਹਾ ਕੋਈ ਸਾਡਾ ਹੈ ਨਹੀਂ ਇਸ ਕਿਸਮ ਦਾ ਹਾਲ। ਜਿਹੜਾ ਸਾਡੇ ਅੰਦੋਲਨ ਦੇ ਦੌਰਾਨ ਆਇਆ ਸੀ ਤੇ ਅੰਦੋਲਨ ਨੂੰ ਖੜਾ ਕਰਨ ਲਈ ਜਿਹੜੀ ਜ਼ਿੰਮੇਵਾਰ ਪਾਰਟੀ ਹੈ ਉਹਦਾ ਅਸੀਂ ਵਿਰੋਧ ਕੀਤਾ। ਸੋ ਸਾਡੇ ਨਾਲ ਦਰਸ਼ਨਪਾਲ ਜੀ ਨੇ ਗੱਲ ਕੀਤੀ ਆ ਪੰਜਾਬ ਦੇ ਇਲੈਕਸ਼ਨਾਂ ਦੇ ਬਾਰੇ। ਉਹਨਾਂ ਨੇ ਕਿਹਾ ਕਿ ਸਾਡਾ ਕੋਈ ਐਸਾ ਵਿਚਾਰ ਨਹੀਂ ਹੈ ਕਿ ਅਸੀਂ ਉਸ ਨੂੰ ਕਿਸੇ ਪਾਰਟੀ ਦਾ ਇੱਥੇ ਵਿਰੋਧ ਕਰੀਏ। ਬੀਜੇਪੀ ਦੇ ਵਿਰੋਧ ਦੀ ਗੱਲ ਜਿਹੜੀ ਆ ਦੂਜੀਆਂ ਸਟੇਟਸ ਦੇ ਵਿੱਚ ਜਿੱਥੇ ਚੋਣਾਂ ਹੋ ਰਹੀਆਂ ਨੇ ਉਹਨਾਂ ਨੇ ਉੱਥੇ ਜ਼ਰੂਰ ਗੱਲ ਕੀਤੀ ਆ, ਕਿਉਂਕਿ ਪੰਜਾਬ ਦੀ ਜਿੱਥੇ ਪੋਲਿਟਿਕਸ ਦੀ ਗੱਲ ਆਉਂਦੀ ਹੈ ਉੱਥੇ ਬਿਲਕੁਲ ਸੰਯੁਕਤ ਮੋਰਚਾ ਸ਼ਾਂਤ ਹੈ। ਪਰ ਜਿਸ ਢੰਗ ਦੇ ਨਾਲ ਕੇਜਰੀਵਾਲ ਦੀ ਰੈਲੀ ਜਿਹੜੀ ਆ ਮਹਾਂ ਪੰਚਾਇਤ ਜਿਹੜੀ ਹੋਈ ਹੈ ਉੱਥੇ ਵੱਡਾ ਇਕੱਠ ਵੇਖਣ ਨੂੰ ਮਿਲਿਆ। ਸੋ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਇੱਕ ਬਦਲਾਅ ਦੀ ਗੱਲ ਜਿਹੜੀ ਹੈ ਸਾਡੇ ਸਾਹਮਣੇ ਜ਼ਰੂਰ ਆ ਰਹੀ ਹੈ। ਵੇਖੋ ਯੋਧਿਆਂ ਨੂੰ ਸਲਾਮਾਂ ਹੁੰਦੀਆਂ ਨੇ। ਇਹ ਜੱਗੀ ਵੀਰ ਜਿਹਨੇ ਕਿ ਕਣਕ ਲਿਖਾਈ ਸੀ, ਅੱਜ ਸਾਡੇ ਸ਼ਹੀਦ ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਪਹੁੰਚੇ ਨੇ ਤੇ ਵਿਸ਼ੇਸ਼ ਰੂਪ ਵਿੱਚ ਜਿਹੜਾ ਕੈਲੰਡਰ ਆ ਉਹਦੇ ਵਿੱਚ ਆਪਾਂ ਦੇਖ ਸਕਦੇ ਕਿ ਇਹਨਾਂ ਦੀ ਤਸਵੀਰ, ਸੋ ਇਸ ਤਸਵੀਰ ਨੇ ਜਿਹਨੇ ਹਿਲਾ ਕੇ ਰੱਖ ਦਿੱਤਾ ਸੀਗਾ ਪੰਜਾਬ ਦੀ ਜਵਾਨੀ ਨੂੰ। ਸੋ ਕਿਵੇਂ ਦੇਖਦੇ ਹੋ ਅੱਜ ਦਾ ਜਿਹੜਾ ਇੱਥੇ ਇਕੱਠ ਹੋਇਆ, ਲੋਕ ਇਕੱਠੇ ਆ, ਜਵਾਨੀ ਇਕੱਠੀ ਹੋਈ ਹੈ ਕਿਸਾਨੀ ਮੋਰਚੇ ਤੇ? ਸ਼ਹੀਦ ਭਗਤ ਸਿੰਘ ਦੇ ਜਿਹੜੇ ਸ਼ਹੀਦੀ ਦਿਹਾੜੇ ਤੇ ਬਹੁਤੀ ਸੰਗਤ, ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤ ਜਿਹੜੀ ਦੇਖਦੀ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੜ੍ਹਦੀ ਸੰਗਤ ਇੱਥੇ ਪਹੁੰਚੀ ਹੈ ਜੀ, ਨੌਜਵਾਨੀ ਪਹੁੰਚੇ, ਸਾਰੇ ਧਰਮ ਪਹੁੰਚੇ ਨੇ। ਪ੍ਰਮਾਤਮਾ ਦੀ ਕਿਰਪਾ ਨਾਲ ਸ਼ਹੀਦ ਭਗਤ ਜੀ ਦੇ ਜਨਮ ਦਿਨ ਤੇ ਬਹੁਤ ਧੰਨਵਾਦ ਜਿੰਨੀ ਸੰਗਤ ਪਹੁੰਚੀ ਹੈ। ਇਹਨਾਂ ਕਹਿੰਦੇ ਖੇਮਾ ਦਾ ਜੱਜ ਕਹਿ ਜੀ। ਇਹ ਸੁਨੇਹਾ ਕੀ ਦੇਣਾ ਚਾਹੁੰਦੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਕਿ ਕਿੱਦਾਂ ਮੋਰਚਾ ਕਿੱਦਾਂ ਚੱਲਦਾ ਪਿਆ ਹੁਣ? ਮੋਰਚਾ ਮਹਾਰਾਜ ਦੀ ਕਿਰਪਾ ਨਾਲ, ਕਿਉਂਕਿ ਹੁਣ ਸੀਜ਼ਨ ਦਾ ਟਾਈਮ ਆ ਗਿਆ, ਸੀਜ਼ਨ ਲੰਘ ਜਾਂਦੇ ਡਟੇ ਅਸੀਂ ਬਿੱਲ ਰੱਦ ਕਰਵਾ ਕੇ ਰਵਾਂਗੇ ਜੀ। ਬਿਲਕੁਲ ਬਿੱਲ ਜਿਹੜੇ ਨੇ ਰੱਦ ਕਰਵਾ ਕੇ ਜਾਵਾਂਗੇ। ਸੋ ਜੁਝਾਰੂ ਸੋਚ ਵਾਲੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਮਨਾਂ ਦੇ ਵਿੱਚ ਬੜਾ ਜੋਸ਼ ਹੈ, ਚੜ੍ਹਦੀ ਕਲਾ। ਅਸੀਂ ਦੇਖ ਸਕਦੇ ਹਾਂ ਕਿ ਇਸ ਕਿਸਾਨੀ ਮੋਰਚੇ ਦੇ ਸਾਡੇ ਇਕੱਠ ਦੇ ਵਿੱਚ ਹਰ ਵਰਗ ਜਿਹੜਾ ਸਾਨੂੰ ਇੱਥੇ ਨਜ਼ਰ ਆਏਗਾ। ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਨੇ ਇੱਥੇ ਸਾਨੂੰ ਨਜ਼ਰ ਆ ਰਹੇ ਨੇ, ਬਜ਼ੁਰਗ ਵੀ ਆਏ ਨੇ। ਸੋ ਇਹ ਸਾਰਾ ਇਕੱਠ ਜਿਹੜਾ ਆਪਣੇ ਆਪ ਦੇ ਵਿੱਚ ਸੋ ਅੱਜ ਦੇ ਇਕੱਠ ਦੇ ਵਿੱਚ ਸਾਡੇ ਨਾਲ ਭਾਈ ਮਨਤੀਰ ਸਿੰਘ ਜੀ ਸਿੱਖ ਫੈਡਰੇਸ਼ਨ ਵਾਲੇ ਮੌਜੂਦ ਨੇ। ਸੋ ਭਾਈ ਸਾਹਿਬ, ਤੁਸੀਂ ਅੱਜ ਦੇ ਇਕੱਠ ਨੂੰ ਕਿਸ ਢੰਗ ਦੇ ਨਾਲ ਦੇਖਦੇ ਹੋ? ਬਹੁਤ ਵੱਡਾ ਇਕੱਠ ਹੈ ਇੱਥੇ ਸਾਹਮਣੇ। ਦੇਖੋ ਇਹ ਉਸਾਰੂ ਗੱਲ ਹੈ ਜੋ ਮਹਾਰਾਜ ਨੇ ਬਾਬਾ ਹਰਦੀਪ ਸਿੰਘ ਡੇਵਡੇਵਾ ਦੇ ਹੁਣਾਂ ਦੇ ਰਾਹੀਂ ਇੱਕ ਮੁਹਿੰਮ ਸ਼ੁਰੂ ਕੀਤੀ ਸੀਗੀ 7 ਤਰੀਕ ਨੂੰ, ਜੋ ਉਹਨਾਂ ਨੇ ਸਿੰਘੂ ਬਾਰਡਰ ਤੇ ਏਕਤਾ ਦੀ ਅਰਦਾਸ ਰੱਖੀ ਸੀਗੀ। ਇਹ ਉਹਦਾ ਅਗਲਾ ਪੜਾਅ ਹੈ। ਤੋਂ ਮੈਂ ਸਮਝਦਾ ਕਿ ਉੱਥੇ ਨਾਲੋਂ ਜ਼ਿਆਦਾ ਗਿਣਤੀ ਤੇ ਜ਼ਿਆਦਾ ਵਰਗ ਦੇ ਲੋਕ ਇੱਥੇ ਆਏ ਆ ਤੇ ਡੇਵਡੇਵਾ ਸਾਹਿਬ ਦਾ ਜਿਹੜਾ ਇਹ ਸ਼ੁਰੂ ਕੀਤਾ ਹੋਇਆ ਏਕਤਾ ਦਾ ਪ੍ਰੋਗਰਾਮ ਸੀਗਾ, ਉਹਨੂੰ ਲੋਕਾਂ ਨੇ ਚੰਗਾ ਹਾਂ ਪੱਖੀ ਹੁੰਗਾਰਾ ਭਰਿਆ ਤੇ ਕਿਸਾਨ ਯੂਨੀਅਨ ਦੇ ਵੀ ਇੱਕ ਪੋਜ਼ਿਟਿਵ ਹਿੱਸੇ ਨੇ ਇਹਨੂੰ ਬਹੁਤ ਪੋਜ਼ਿਟਿਵਲੀ ਲਿਆ। ਇਹ ਚੰਗੀ ਗੱਲ ਹੈ, ਇਹ ਅੱਗੇ ਚੱਲਣੀ ਚਾਹੀਦੀ ਹੈ। ਅੱਜ ਸਾਰੇ ਸੰਯੁਕਤ ਮੋਰਚਾ ਲਗਭਗ ਸਾਰੇ ਮੁੱਖ ਲੀਡਰ ਇੱਥੇ ਪਹੁੰਚੇ ਨੇ ਤੇ ਨੌਜਵਾਨਾਂ ਦਾ ਵੀ ਵੱਡਾ ਇਕੱਠ ਹੈ। ਤੁਸੀਂ ਕੀ ਸਮਝਦੇ ਹੋ ਕਿ ਦੂਰੀ ਜਿਹੜੀ ਸੀ ਉਹ ਮਿਟ ਗਈ ਹੈ? ਇਹ ਦੂਰੀ ਇਸ ਤਰੀਕੇ ਨਾਲ ਨਹੀਂ ਮਿਟੀ, ਅਜੇ ਤਾਂ ਸਰੀਰ ਇਕੱਠੇ ਹੋਏ ਆ। ਦੂਰੀ ਉਦੋਂ ਅਸਲ ਮਿਟਦੀ ਹੁੰਦੀ ਜਦੋਂ ਤੁਸੀਂ ਵਿਚਾਰ ਦੇ ਪੱਧਰ ਤੇ ਵੀ ਇਕੱਠੇ ਹੋ। ਤੋਂ ਉਹ ਇਸ ਸਟਰਗਲ 'ਚ ਪਹਿਲਾਂ ਤੋਂ ਹੀ ਕੋਈ ਸਮੱਸਿਆ ਰਹੀ ਆ ਕਿ ਵਿਚਾਰ ਦੇ ਪੱਧਰ ਤੇ ਇਕੱਠੇ ਹੋਣ ਦੇ ਲਈ ਜਿਸ ਤਰੀਕੇ ਦੇ ਕੋਈ ਸਿਸਟਮ, ਕੋਈ ਪਲੇਟਫਾਰਮ ਉਸਰਨੇ ਚਾਹੀਦੇ ਸੀ, ਉਹ ਨਹੀਂ ਉਸਰੇ। ਤਾਂ ਮੈਂ ਇਹ ਸਮਝਦਾ ਕਿ ਜੇ ਇਹਦੇ ਜੋ ਕੋਈ ਪੋਜ਼ਿਟਿਵ ਸਿੱਟੇ ਕੱਢਣੇ ਆ, ਕੋਈ ਲੰਬਾ ਟਾਈਮ ਤੁਸੀਂ ਏਕਤਾ ਇਕਜੁੱਟਤਾ ਰੱਖਣੀ ਆ, ਤਾਂ ਸਰੀਰ ਦੇ ਨਾਲ ਵਿਚਾਰ ਦੀ ਇਕਜੁੱਟਤਾ ਕਰਨ ਦੇ ਲਈ ਵੀ ਕੋਈ ਪਹਿਲ ਕਦਮੀਆਂ ਕਰਨ ਦੀ ਲੋੜ ਆ। ਉਹਦੇ ਵਿੱਚ ਵੀ ਪੋਜ਼ਿਟਿਵ ਅਮਲ ਨਿਕਲਣ। ਅੱਜ ਦਾ ਜਿਹੜਾ ਇਕੱਠ ਇੱਕ ਗੱਲੋਂ ਬੜਾ ਵੱਖਰਾ ਦੇਖਿਆ ਜਾ ਸਕਦਾ ਕਿ ਜ਼ਿਆਦਾਤਰ ਖੱਬੇ ਪੱਖੀ ਜਿਹੜੇ ਸੀ ਉਹ ਸ਼ਹੀਦ ਭਗਤ ਸਿੰਘ ਦਾ ਦਿਹਾੜਾ ਮਨਾਉਂਦੇ ਸੀ ਤੇ ਅੱਜ ਪੰਥਕ ਹਸਤੀਆਂ ਬਹੁਤ ਵੱਡੀ ਪੱਧਰ ਤੇ ਇੱਥੇ ਪਹੁੰਚੀਆਂ ਨੇ, ਧਾਰਮਿਕ ਲੋਕ ਬਹੁਤ ਪਹੁੰਚੇ ਨੇ। ਕੀ ਸੋਚਦੇ ਹੋ ਕਿ ਪਾਣਾ ਸਾਡੀ ਦੂਰੀ ਜਿਹੜੀ ਉਹ ਕੱਢੀ ਆ? ਨਹੀਂ, ਦੇਖੋ ਪੰਜਾਬ ਦੇ ਵਿੱਚ ਚਾਹੇ ਸਟਰਗਲ ਦੀ ਗੱਲ ਹੈ, ਚਾਹੇ ਸੱਭਿਆਚਾਰ ਦੀ ਗੱਲ ਹੈ, ਚਾਹੇ ਬੋਲੀ ਦੀ, ਯਾਨੀ ਕਿ ਪੰਜਾਬ ਦੀ ਸਮੁੱਚੀ ਜ਼ਿੰਦਗੀ ਦੀ ਗੱਲ ਹੈ, ਉਹ ਸਾਰੀ ਖਾਲਸਾ ਪੰਥ ਜਾਂ ਸਿੱਖੀ ਦੀ ਛਤਰ ਛਾਇਆ ਦੇ ਥੱਲੇ ਹੀ ਚੱਲਦੀ ਹੈ। ਤਾਂ ਪੰਜਾਬ ਦੇ ਜਿਹੜੇ ਸ਼ਹੀਦ ਵੀ ਹੈਗੇ ਆ, ਉਹ ਜਿਹੜੇ ਸਿੱਖ ਸ਼ਹੀਦ ਹੈ ਉਹਨਾਂ ਤੋਂ ਇਨਸਪੀਰੇਸ਼ਨ ਲੈ ਕੇ ਲੜਦੇ ਆ। ਤਾਂ ਇਸ ਤਰੀਕੇ ਦੇ ਨਾਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜਾ ਪੰਜਾਬ ਦਾ ਲੋਕ ਹੈ, ਉਹ ਕਿਸੇ ਵੀ ਵਿਚਾਰਧਾਰਾ ਵਾਲਾ ਬੰਦਾ ਜਿਹੜਾ ਕੁਰਬਾਨੀ ਕਰਨ ਵਾਲਾ ਮਨੁੱਖਤਾ ਲਈ, ਉਹਨੂੰ ਇੱਕ ਬਣਦੀ ਇੱਜ਼ਤ ਦਿੰਦਾ। ਚਾਹੇ ਸਾਡੇ ਲਈ ਸ਼ਹੀਦੇ ਆਜ਼ਮ ਜਾਂ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਪਾਤਸ਼ਾਹ, ਪਰ ਭਗਤ ਸਿੰਘ ਉਹਨਾਂ ਦੀ ਵੀ ਆਪਣੀ ਇੱਕ ਜਗ੍ਹਾ ਤੇ ਉਹ ਪਰਵਾਹ ਨਹੀਂ ਹੈ। ਸੋ ਬਹੁਤ ਵੱਡਾ ਇਕੱਠ ਇਸ ਵਕਤ ਹੋਇਆ। ਸੋ ਮੈਂ ਸਮਝਦਾ ਕਿ
ਇੱਕ ਚੰਗੀ ਪਹਿਲ ਕਦਮੀ ਆ। ਆਉਂਦੇ ਦਿਨਾਂ ਦੇ ਵਿੱਚ ਹੋਰ ਜਿਹੜੇ ਪ੍ਰੋਗਰਾਮ ਨੇ, ਆਉਂਦੇ ਦਿਨਾਂ ਦੇ ਕੀ ਪ੍ਰੋਗਰਾਮ ਉਲੀਕੇ ਹੋਏ ਨੇ ਜੀ ਇਸ ਵਕਤ ਤੋਂ? ਨਹੀਂ, ਅਸੀਂ ਆਪਣੇ ਤੌਰ ਤੇ ਤਾਂ ਕੋਈ ਪ੍ਰੋਗਰਾਮ ਨਹੀਂ ਉਲੀਕਣ ਡਿਪਟੀ ਸਾਹਿਬ ਨੇ ਜਿਹੜਾ ਮਾਰਚ ਉਹਦੇ ਵਿੱਚ ਅਸੀਂ ਸਹਿਯੋਗ ਕਰ ਰਹੇ ਹਾਂ। ਬਾਬਾ ਹਰਦੀਪ ਸਿੰਘ ਡਿਬਡੇਵਾ ਹੋਣਾ ਨੇ ਨੌਜਵਾਨਾਂ ਨੂੰ ਮੋਟੀਵੇਟ ਕਰਨ ਦੇ ਲਈ ਮੋਗਾ ਤੋਂ ਇੱਕ ਮਾਰਚ ਸ਼ੁਰੂ ਕਰਨਾ ਹੈ 25 ਤਰੀਕ। ਉਹਦੇ ਵਿੱਚ ਅਸੀਂ ਆਪ ਵੀ ਸ਼ਾਮਲ ਹੋ ਰਹੇ ਹਾਂ, ਹੋਰ ਨੌਜਵਾਨਾਂ ਨੂੰ ਵੀ ਅਸੀਂ ਪ੍ਰੇਰਿਤ ਰਹੇ ਹਾਂ, ਬੇਨਤੀ ਕਰ ਰਹੇ ਹਾਂ ਕਿ ਸਾਨੂੰ ਬਾਬਾ ਹਰਦੀਪ ਸਿੰਘ ਡਿਬਡੇਵਾ ਹੋਣਾ ਦੇ ਜਿਹੜੇ ਇੱਕਜੁੱਟਤਾ ਦੇ ਜਿਹੜੇ ਯਤਨ ਹੈ ਉਹਨਾਂ ਦੇ ਵਿੱਚ ਹਾਂ ਪੱਖੀ ਹੁੰਗਾਰਾ ਦੇਣਾ ਚਾਹੀਦਾ। ਉਹ ਮੋਗੇ ਤੋਂ ਬੀਬੀ ਕਾਨ ਕੌਰ ਜੀ ਦਾ ਗੁਰਦੁਆਰਾ ਸਾਹਿਬ ਹੈ, ਉੱਥੋਂ 9:30 ਵਜੇ 25 ਤਰੀਕ ਨੂੰ ਚੱਲਣਾ। ਬਿਲਕੁਲ ਮੈਂ ਸਮਝਦਾ ਕਿ ਇੱਕ ਹੋਰ ਚੰਗਾ ਕਦਮ ਸਿੱਧ ਹੋਏਗਾ। ਮੋਗੇ ਤੋਂ ਇੱਕ 25 ਤਰੀਕ ਨੂੰ ਜੋ ਮਾਰਚ ਹੈ ਦਿੱਲੀ ਵਾਸਤੇ ਸ਼ੰਭੂ ਬਾਰਡਰ ਦੇ ਉੱਤੇ ਵਿਸ਼ੇਸ਼ ਰੂਪ ਵਿੱਚ ਨੌਜਵਾਨਾਂ ਦਾ ਮਾਰਚ ਜਿਹੜਾ ਇਹ ਚੱਲ ਰਿਹਾ, ਸੋ ਮੈਂ ਸਮਝਦਾ ਕਿ ਇਹ ਸਾਰੇ ਇਸ ਸੰਘਰਸ਼ ਨੂੰ ਹੋਰ ਉੱਤੇ ਲਿਜਾਣ ਦੇ ਵਾਸਤੇ ਸਾਰਥਕ ਕਰਨ ਸਿੱਧ ਹੋਣਗੇ। ਅੱਜ ਸਰ ਭਗਤ ਸਿੰਘ ਔਰ ਉਹਨਾਂ ਦੇ ਸਾਥੀਆਂ ਦੇ ਸ਼ਹੀਦੀ ਦਾ ਦਿਨ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਅਸੀਂ ਉਹਨਾਂ ਦੇ ਨਗਰ ਆਏ ਹਾਂ। ਔਰ ਇਸੇ ਤਰ੍ਹਾਂ ਹੁਸੈਨੀ ਵਾਲੇ ਵੀ ਇਸੇ ਤਰ੍ਹਾਂ ਦਾ ਇਕੱਠ ਹੈ ਔਰ ਇਸੇ ਤਰ੍ਹਾਂ ਸਿੰਘੂ ਬਾਰਡਰ ਤੇ ਵੀ ਇਕੱਠ ਹੈ। ਸਾਰੇ ਦੇਸ਼ ਵਿੱਚ ਅਸੀਂ ਕਿਹਾ ਵੀ ਅੱਜ ਉਹਨਾਂ ਦੀ ਯਾਦ 'ਚ ਦਿਨ ਮਨਾਇਆ ਜਾਏ। ਉਹਨਾਂ ਦਾ ਦੇਸ਼ ਦੀ ਆਜ਼ਾਦੀ 'ਚ ਵੱਡਾ ਯੋਗਦਾਨ ਹੈ। ਇਹ ਆਰਥਿਕ ਆਜ਼ਾਦੀ ਦੀ ਲੜਾਈ ਸ਼ੁਰੂ ਹੋ ਗਈ, ਉਹ ਇਸ ਕਰਕੇ ਅੱਜ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨਾ ਚਾਹੀਦੀ ਸੀ, ਉਹਦੇ ਲਈ ਅਸੀਂ ਇੱਥੇ ਆਏ। ਚੌਲ ਸਾਹਿਬ, ਜਿਵੇਂ ਤੁਸੀਂ ਕਿਸਾਨ ਆਗੂ ਮਿਲ ਕੇ ਆਪਾਂ ਸਾਰੇ ਸੰਯੁਕਤ ਮੋਰਚਾ ਵਾਲੇ ਬੰਗਾਲ ਗਏ ਆ, ਬੰਗਾਲ ਦੇ ਵਿੱਚ ਆਪਾਂ ਨੂੰ ਹੁੰਗਾਰਾ ਮਿਲਿਆ ਖਾਸਾ, ਕਿਵੇਂ ਦੇਖਦੇ ਹੋ ਉੱਥੇ ਇਲੈਕਸ਼ਨਾਂ ਨੂੰ? ਜਿਵੇਂ ਆਪਾਂ ਨੋ ਵੋਟ ਟੂ ਬੀਜੇਪੀ ਕਰਤਾ, ਇਹਦਾ ਮਤਲਬ ਆਪਾਂ ਦੂਜੇ ਪਾਰਟੀਆਂ ਦੇ ਹੱਕ 'ਚ ਇਹ ਜੀ ਇਹਨੂੰ ਕਿਵੇਂ ਦੇਖਦੇ ਹੋ? ਨਹੀਂ, ਇਸ ਤਰ੍ਹਾਂ ਸਥਿਤੀ ਹੈ ਵੀ ਸਰਕਾਰ ਮੇਜ਼ ਤੇ ਬਹਿ ਕੇ ਹਾਰ ਚੁੱਕੀ, ਉਹ ਉਲਟਾ ਸਿੱਧਾ ਪ੍ਰਚਾਰ ਕਰਕੇ ਅੰਦੋਲਨ ਨੂੰ ਬਦਨਾਮ ਕਰਕੇ ਆਪਣਾ ਪਿੱਛਾ ਛਡਾਉਣਾ ਚਾਹੁੰਦੀ ਹੈ। ਅਸੀਂ ਛੱਡਣਾ ਨਹੀਂ ਚਾਹੁੰਦੇ। ਉਹਨਾਂ ਨੂੰ ਹੋਰ ਕਿਸੇ ਗੱਲ ਦੀ ਸਮਝ ਨਹੀਂ ਪੈਂਦੀ, ਸਿਰਫ ਵੋਟ ਦੀ ਰਾਜਨੀਤੀ ਦੀ ਸਮਝ ਪੈਂਦੀ ਹੈ। ਅਸੀਂ ਸੋਚਿਆ ਵੀ ਉਹਨਾਂ ਨੂੰ ਵੋਟ ਤੇ ਝੋਟ ਮਾਰੋ, ਉਹਦੇ ਲਈ ਅਸੀਂ ਕਿਸੇ ਪਾਰਟੀ ਦੀ ਹਮਾਇਤ ਤੇ ਨਹੀਂ ਗਏ। ਉੱਥੇ ਬਹੁਤ ਸਾਰੀਆਂ ਪਾਰਟੀਆਂ ਇਲੈਕਸ਼ਨ ਲੜ ਰਹੀਆਂ, ਅਸੀਂ ਉੱਥੇ ਕਾਲ ਦਿੱਤੀ ਹੈ ਵੀ ਸਿਰਫ ਬੀਜੇਪੀ ਨੂੰ ਵੋਟ ਨਹੀਂ ਦੇਣੀ ਔਰ ਜਿਹਨੂੰ ਤੁਹਾਡਾ ਜੀ ਕਰੇ ਵੋਟ ਦੇ ਦਿਓ। ਤੇ ਜੇ ਲੋਕਾਂ ਦੀ ਆਵਾਜ਼ ਆਪਾਂ ਦੇਖਿਆ ਜਾਵੇ, ਹਮੇਸ਼ਾ ਸੰਯੁਕਤ ਮੋਰਚੇ ਤੋਂ ਇਹੀ ਕਿਹਾ ਜਾਂਦਾ ਵੀ ਪੋਲੀਟੀਕਲ ਪਾਰਟੀ ਦੀ ਕੋਈ ਐਂਟਰੀ ਨਹੀਂ, ਪਰ ਜੋ ਲੋਕਾਂ ਦੀ ਆਵਾਜ਼ ਆ ਉਹਨੂੰ ਅਸੀਂ ਮੰਨ ਕੇ ਚੱਲਦੇ ਹਾਂ। ਤੇ ਲੋਕਾਂ ਦਾ ਅੱਜ ਦਾ ਇਹ ਕਹਿਣਾ ਜੀ ਵੀ ਜੇ ਆਪਾਂ ਸੰਯੁਕਤ ਮੋਰਚਾ ਖੜ ਕੇ ਲੋਕਾਂ ਦੇ ਹੱਕ ਦੇ ਵਿੱਚ ਹਰਾ ਨਾਰਾ ਮਾਰ ਸਕਦਾ, ਚਾਹੇ ਕਿਸਾਨ ਵੀਰ ਹੋਣ ਚਾਹੇ ਮਜ਼ਦੂਰ ਵੀਰ ਹੋਣ, ਤੇ ਕਿਉਂ ਨਹੀਂ ਉਹ ਪੋਲੀਟੀਕਲ ਕਿਉਂ ਨਹੀਂ ਆ ਸਕਦੇ? ਕੱਲ ਨੂੰ ਐਮਐਲਏ ਜਾਂ ਸਾਡੀਆਂ ਸਰਕਾਰਾਂ ਕਿਉਂ ਨਹੀਂ? ਦੇਖੋ, ਪੋਲੀਟੀਕਲ ਪਾਰਟੀਆਂ ਬਹੁਤ ਨੇ, ਉਹਨਾਂ ਨੂੰ ਲੋਕਾਂ ਨੇ ਦੇਖ ਲਿਆ, ਪਰਖ ਲਿਆ, ਸਭ ਕੁਝ ਦੇਖ ਲਿਆ। ਤੇ ਪਹਿਲੀ ਵਾਰੀ ਇਹ ਹੋਇਆ ਵੀ ਲੋਕ ਖੁਦ ਇਕੱਠੇ ਹੋਏ ਆ। ਸੰਯੁਕਤ ਕਿਸਾਨ ਮੋਰਚਾ ਲੋਕਾਂ ਦਾ ਮੋਰਚਾ ਹੈ, ਸਾਰੀਆਂ ਕਿਸਾਨ ਜਥੇਬੰਦੀਆਂ ਦਾ ਮੋਰਚਾ ਹੈ। ਇਹਦੇ 'ਚ ਸਾਰੇ ਵਰਗ ਸਮਾਜ ਦੇ ਇਹਦੇ ਸ਼ਾਮਲ ਨੇ, ਇਸ ਕਰਕੇ ਉਹਨੂੰ ਆਪਣਾ ਕੰਮ ਕਰ ਲੈਣ ਦਿਓ। ਪੋਲੀਟੀਕਲ ਹੋਣ ਵਾਲੀ ਗੱਲ ਹਾਲੇ ਫਿਲਹਾਲ ਮੇਰਾ ਖਿਆਲ ਹੈ ਨੇੜੇ ਤੇੜੇ ਵੀ ਨਹੀਂ। ਸੋ ਰਾਜੇਵਾਲ ਸਾਹਿਬ, ਇਹਦੇ ਨਾਲ ਹੀ ਜੁੜਦਾ ਸਵਾਲ ਹੈ, ਪੰਜਾਬ ਦੇ ਲੋਕ ਭਵਿੱਖ ਦੇਖਦੇ ਪਏ ਨੇ ਪੰਜਾਬ ਦਾ, ਚਾਹੇ ਤੁਸੀਂ ਖੁਦ ਪੋਲੀਟੀਕਲ ਨਹੀਂ ਹੋਣਾ ਚਾਹੁੰਦੇ, ਪਰ ਕੀ ਭਵਿੱਖ ਦਿੰਦੇ ਹੋ ਪੰਜਾਬ ਦੇ ਲੋਕ? ਸਿਰਫ ਸਾਡੀ ਕਨਸੈਂਟਰੇਸ਼ਨ ਸਿਰਫ ਤੇ ਸਿਰਫ ਅੱਜ ਕਿਸਾਨ ਮੋਰਚੇ ਦੇ ਅੰਦੋਲਨ ਉੱਤੇ ਹੈ। ਕਿਰਪਾ ਕਰਕੇ ਉਹਦੇ ਤੇ ਹੀ ਰਹਿਣ ਦਿਓ। ਸੋ ਵਾਰੀ ਫਿਰ ਕਿਸਾਨ ਆਗੂਆਂ ਦਾ ਉਹੀ ਕਹਿਣਾ ਹੈ ਕਿ ਅਸੀਂ ਸਿਰਫ ਕਿਸਾਨ ਜਿਹੜੀਆਂ ਕਿਸਾਨੀ ਦੀਆਂ 3 ਮੰਗਾਂ ਕਾਲੇ ਕਾਨੂੰਨ ਦੀਆਂ, ਉਹਦੇ ਵਾਸਤੇ ਹੀ ਸਿਰਫ ਅਸੀਂ ਸੰਘਰਸ਼ ਕਰਦੇ ਪਏ, ਸਾਨੂੰ ਉਸ ਤੋਂ ਡਿਵਰਟ ਨਾ ਕੀਤਾ ਜਾਏ। ਸੋ ਇਹ ਹਰ ਕਿਸਾਨ ਆਗੂ ਦੀ ਇਹੀ ਜਿਹੜੀ ਆ ਉਹਨਾਂ ਦੀ ਵਰਡਿੰਗ ਆ। ਸੋ ਮੈਂ ਸਮਝਦਾ ਕਿਤੇ ਨਾ ਕਿਤੇ ਇਹ ਗੱਲ ਹੈ ਵੀ ਅੱਛੀ, ਤਾਂ ਕਿ ਜਿਹੜਾ ਅਰਜਨ ਨੂੰ ਜਿਵੇਂ ਮੱਛੀ ਦੀ ਅੱਖ ਦੇਖਦੀ ਸੀ, ਸੋ ਟਾਰਗੇਟ ਆਪਣਾ ਕਲੀਅਰ ਹੈ। ਸੋ ਉਸ ਟਾਰਗੇਟ ਦੇ ਉੱਤੇ ਇਸ ਕਿਸਾਨ ਮੋਰਚਾ ਕੰਮ ਕਰਦਾ ਪਿਆ। ਸੋ ਹੋਰ ਜਿਹੜੀਆਂ ਸਾਡੀਆਂ ਉਮੀਦਾਂ ਨੇ, ਉਹਨਾਂ ਦਾ ਸਮੇਂ ਆਉਣ ਦੇ ਉੱਤੇ ਮੈਨੂੰ ਲੱਗਦਾ ਕੋਈ ਨਾ ਕੋਈ ਸਾਨੂੰ ਹੋਰ ਬਦਲਾਅ ਜਿਹੜਾ ਉਹ ਜ਼ਰੂਰ ਮਿਲ ਜਾਏਗਾ। ਸੋ ਸਾਡੇ ਇਸ ਕਿਸਾਨ ਅੰਦੋਲਨ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਲੋਕ ਜੁੜੇ ਹੋਏ ਨੇ। ਸਾਡੇ ਨਾਲ ਪ੍ਰਿਆ ਜੀ ਨੇ। ਸੋ ਪੜ੍ਹਿਆ ਲਿਖਿਆ ਜਿਹੜਾ ਯੂਥ ਹੈ ਉਹ ਕਿਵੇਂ ਦੇਖਦਾ ਹੈ ਇਸ ਸੰਘਰਸ਼ ਨੂੰ, ਉਹ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਅੱਜ ਦੇ ਇਸ ਇਕੱਠ ਨੂੰ ਤੁਸੀਂ ਕਿਵੇਂ ਡਿਫਾਈਨ ਕਰੋਗੇ? ਅੱਜ ਦਾ ਜਿਹੜਾ ਇਕੱਠ ਆ, ਮਤਲਬ ਜਿਸ ਧਰਤੀ ਤੇ ਹੈ ਨਾ, ਜੀਓਗ੍ਰਾਫਿਕਲੀ ਉਸ ਜ਼ਮੀਨ ਤੇ ਜਿੱਥੋਂ ਬਹੁਤ ਸਾਰੇ ਰੈਵੋਲੂਸ਼ਨਰੀਆਂ ਨੇ ਜਨਮ ਲਿਆ, ਤੇ ਉਹਨਾਂ ਵਿੱਚੋਂ ਹੀ ਭਗਤ ਸਿੰਘ, ਰਾਜਗੁਰੂ, ਸੁਖਦੇਵ ਜਿਹਨਾਂ ਨੇ ਸ਼ਹੀਦੀ ਪਾਈ ਅੱਜ ਦੇ ਦਿਨ, ਉਸ ਧਰਤੀ ਦੇ ਉੱਤੇ ਸੈਲੀਬ੍ਰੇਟ ਕੀਤਾ ਜਾਂਦਾ ਹੈ। ਤੇ ਕਿੰਨਾ ਲੋਕਾਂ ਦੁਆਰਾ ਇਹ ਇਕੱਠ ਤੇ ਇਹ ਸੰਮੇਲਨ ਕੀਤਾ ਜਾ ਰਿਹਾ। ਉਹ ਲੋਕ ਜਿਹੜੇ ਕਿ ਅੱਜ ਮੌਜੂਦਾ ਸਮੇਂ ਦੇ ਅੰਦਰੋਂ ਕਿਸਾਨੀ ਸੰਘਰਸ਼ ਦੀ ਲੜਾਈ ਲੜ ਰਹੇ ਨੇ, ਹੈ ਨਾ, ਵੀ ਇਹ ਉਹ ਦਿਨ ਆ ਵੀ
ਜਿਨ੍ਹਾਂ ਦੇ ਅੰਦਰੋਂ ਆਪਾਂ ਨੂੰ 280 ਤੋਂ ਵੀ ਵੱਧ ਸ਼ਹੀਦੀਆਂ ਜਿਹੜੀਆਂ ਹੈਗੀਆਂ ਨੇ ਦੇਖਣ ਨੂੰ ਮਤਲਬ ਮਿਲੀਆਂ, ਤੇ ਜਿਹਦੇ ਅੰਦਰੋਂ ਕਿ ਨਵਰੀਤ ਸਿੰਘ ਵੀ ਜਿਹੜਾ ਪਹਿਲਾ ਗੋਲੀ ਦਾ ਸ਼ਹੀਦ ਹੈ ਉਹ ਸਾਡੇ ਸੰਘਰਸ਼ ਚੋਂ ਅਸੀਂ ਗਵਾਇਆ ਆ। ਤਾਂ ਇਹ ਮਤਲਬ ਇੱਕ ਤਰੀਕੇ ਨਾਲ ਅੱਜ ਦੇ ਸੰਘਰਸ਼ ਤੇ ਪਿਛਲੇ ਸੰਘਰਸ਼ਾਂ ਦੀ ਵੀ ਇੱਕ ਜਿਹੜੀ ਇੱਕ ਰਿਸ਼ਤੇ ਆ ਉਸ ਨੂੰ ਸਮਝਦੇ ਆ ਤੇ ਆਪਣੀ ਲੜਾਈ ਨੂੰ ਅੱਗੇ ਵਧਾਉਂਦੇ ਆ ਸੈਲੀਬ੍ਰੇਟ ਕੀਤਾ ਜਾ ਰਿਹਾ ਆ, ਜਾਂ ਫਿਰ ਇੱਕ ਹੌਸਲੇ ਨਾਲ ਡਿਵੈਲਪ ਕੀਤਾ ਜਾ ਰਿਹਾ ਤਾਂ ਜੋ ਅਸੀਂ ਲੜਾਈ ਜਿਹੜੀ ਹੈਗੀ ਆ ਉਹ ਇੱਕ ਵੱਡੇ ਕੌਜ਼ ਤੇ ਲੜ ਸਕੀਏ। ਤੁਸੀਂ ਵੀ ਦੇਖਦੇ ਹੋ ਜਿੱਦਾਂ ਸਾਡੇ ਪਿੱਛੇ ਹੀ ਆ ਨੌਜਵਾਨ ਜਿਹੜੇ ਨੇ ਉਹ ਚਾਹੇ ਕਿਸੇ ਸਟਾਰ ਦੀ ਅਟਰੈਕਸ਼ਨ ਕਰਕੇ ਆਏ ਨੇ, ਇਹਦੇ ਨਾਲ ਮੈਸੇਜ ਕਿੰਨਾ ਕੁ ਜਾ ਰਿਹਾ, ਤੁਸੀਂ ਕਿੰਨਾ ਕੁ ਸਾਰਥਕ ਸਮਝਦੇ ਹੋ? ਕਲਚਰਲ ਪਰਫਾਰਮੈਂਸਸ ਜਾਂ ਜਿਹੜੇ ਸੌਂਗਸ ਨੇ ਉਹ ਬੜਾ ਵੱਡਾ ਰੋਲ ਰੱਖਦੇ ਨੇ ਮੈਸੇਜ ਪਹੁੰਚਾਉਣ ਲਈ, ਤੇ ਉਹ ਸਾਡੇ ਪੰਜਾਬੀ ਕਲਾਕਾਰਾਂ ਨੇ ਬਹੁਤ ਹੀ ਬਖੂਬੀ ਨਿਭਾਇਆ ਹੈ ਰੋਲ, ਚਾਹੇ ਉਹ ਸੰਘਰਸ਼ ਦੇ ਅੰਦਰ ਵੀ ਐਕਟਿਵਿਸਟ ਵਾਂਗੂ ਬੈਠਣਾ ਹੋਵੇ ਜਾਂ ਇਹਨਾਂ ਗੀਤਾਂ ਜਾਂ ਕਵਿਤਾਵਾਂ ਦੇ ਰਾਹੀਂ ਆਪਣਾ ਮੈਸੇਜ ਲੈ ਕੇ ਜਾਣਾ ਹੋਵੇ। ਪਰ ਨਾਲ ਦੇ ਨਾਲ ਹੀ ਜਿਹੜੀ ਸਾਡੇ ਸਮਾਜ 'ਚ ਚੀਜ਼ਾਂ ਨਿਕਲੀਆਂ ਨਹੀਂ ਹਜੇ ਵੀ, ਉਹ ਹੀਰੋ ਆਪਣਾ ਕਿਸੇ ਹੋਰ ਵਿੱਚ ਦੇਖਣ ਵਾਲੀ ਗੱਲ, ਭਗਤ ਸਿੰਘ ਨੂੰ ਕਿਤੋਂ ਹੋਰ ਲੱਭਣ ਵਾਲੀ ਗੱਲ, ਨਾ ਕਿ ਖੁਦ ਫੋਲੋ ਕਰਨ ਵਾਲੀ ਗੱਲ ਹੈ ਨਾ, ਉਹਨਾਂ ਚੀਜ਼ਾਂ ਨੂੰ, ਉਹਨਾਂ ਸਿਧਾਂਤਾਂ ਨੂੰ, ਉਹ ਤਾਂ ਜ਼ਰੂਰ ਹਜੇ ਵੀ ਸਾਡੇ ਸਮਾਜ 'ਚ ਪਈ ਹੈ, ਚਾਹੇ ਇਸ ਮੋਰਚੇ ਦੇ ਅੰਦਰੋਂ ਵੀ ਹੋਣੇ। ਉਹ ਸਾਰਾ ਇੱਕ ਜਿਹੜਾ ਇੱਕ ਤਰੀਕੇ ਨਾਲ ਜਿਹੜਾ ਇੱਕ ਫੋਲੋਵਿੰਗ ਜਾਂ ਇੱਕ ਫੈਨ ਦੇ ਤਰੀਕੇ ਵਾਲੀ ਫੀਲਿੰਗ ਭਾਵੇਂ ਹੁਣੇ ਆਪਾਂ ਨੂੰ ਨਜ਼ਰ ਆਈ, ਪਰ ਮੈਨੂੰ ਇਹ ਜ਼ਰੂਰ ਲੱਗਦਾ ਹੈ ਕਿ ਕਲਾਕਾਰ ਆਪਣੀ ਅਹਿਮੀਅਤ ਸਮਝਦੇ ਆ, ਆਪਣੇ ਮੈਸੇਜ ਨੂੰ ਜ਼ਰੂਰ ਲੋਕਾਂ 'ਚ ਲੈ ਕੇ ਜਾਵੇ, ਨਾ ਕਿ ਲੋਕਾਂ ਦੀਆਂ ਜਾਂ ਸਮਾਜ ਦੀਆਂ ਉਹਨਾਂ ਹੀ ਦਿੱਕਤਾਂ ਨੂੰ ਆਪਣੇ ਅੰਦਰ ਤੇ ਆਪਣੇ ਗੀਤਾਂ ਦੇ ਅੰਦਰ ਜਾਂ ਆਪਣੇ ਕਲਚਰ ਦੇ ਅੰਦਰ ਲੈ ਕੇ ਆਵੇ, ਕਿਉਂਕਿ ਉਹਦਾ ਇੱਕ ਰਿਸਪੌਂਸਿਬਲ ਰੋਲ ਹੈ ਇੰਨੀ ਲੋਕਾਂ ਦੇ ਸੁਣਨ ਦਾ ਔਰ ਮੈਸੇਜ ਪਹੁੰਚਾਉਣ ਦਾ। ਤੇ ਉਹ ਮੈਨੂੰ ਲੱਗਦਾ ਕਿ ਬਖੂਬੀ ਇਸ ਸੰਘਰਸ਼ ਨੇ ਆਪਣੇ ਅੰਦਰ ਇੱਕ ਕਲਚਰਲ ਟੀਮ ਨੂੰ ਜੋੜ ਕੇ ਰੱਖਿਆ। ਸੋ ਇਹਦਾ ਬਿਲਕੁਲ ਇਸ ਸੰਘਰਸ਼ ਨੇ ਇੱਕ ਸੋਚ ਵੀ ਬਦਲੀ ਹੈ, ਰਾਈਟਰਸ ਦੀ ਸੋਚ ਵੀ ਬਦਲੀ ਹੈ, ਲਿਖਣ ਵਾਲਿਆਂ ਨੇ ਵੀ ਆਪਣੀ ਸ਼ੈਲੀ ਚੇਂਜ ਕਰ ਦਿੱਤੀ ਤੇ ਗਾਉਣ ਵਾਲਿਆਂ ਨੇ ਵੀ ਕੀਤੀ ਹੈ, ਸੋ ਉਹਨਾਂ ਦਾ ਵੀ ਆਪਣਾ ਯੋਗਦਾਨ ਹੈ। ਪਰ ਮੈਡਮ ਇੱਕ ਜਿਹੜਾ ਮੇਰਾ ਖਾਸ ਤੌਰ ਤੇ ਤੁਹਾਡੇ ਵਾਸਤੇ ਸਵਾਲ ਹੈ, ਇਸ ਸੰਘਰਸ਼ ਤੋਂ ਨੌਜਵਾਨੀ ਨੂੰ ਕੀ ਸੇਧ ਮਿਲੀ ਹੈ, ਕਿੰਨਾ ਤੁਸੀਂ ਸਮਝਦੇ ਹੋ ਸਾਰਥਕ ਸਿੱਧ ਹੋ ਚੁੱਕਾ ਹੋਊਗਾ? ਮਤਲਬ ਸੰਘਰਸ਼ ਦੇ ਅੰਦਰ ਜਿਹੜੀ ਆਪਣੇ ਭੋਰੀ 'ਚ ਬੈਠੇ ਸੀ ਅਸੀਂ, ਕੀ ਲੋੜ ਪੈ ਗਈ ਕਿ ਸਾਡੇ ਬਜ਼ੁਰਗਾਂ ਨੇ ਟੋਲ ਪਲਾਜ਼ਿਆਂ ਦੇ ਉੱਤੇ ਧਰਨੇ ਲਾਏ। ਟੋਲ ਪਲਾਜ਼ਾ ਉਹਨਾਂ ਦਾ ਇਮੀਡੀਏਟ ਬਾਰਡਰ ਸੀ, ਉਹ ਬਾਰਡਰ ਜਿੱਥੇ ਉਹ ਪੈਸੇ ਪੇ ਕਰਕੇ ਅੱਗੇ ਨਿਕਲਦੇ ਸੀ। ਟੋਲ ਪਲਾਜ਼ਾ ਤੋਂ ਅੱਗੇ ਬੈਰੀਕੇਡਿੰਗ ਪੰਜਾਬ ਤੇ ਹਰਿਆਣੇ ਦਾ ਬਾਰਡਰ ਇੱਕ ਤਰੀਕੇ ਦਾ ਐਸਟੈਬਲਿਸ਼ਡ ਸੀ, ਉਸ ਬਾਰਡਰ ਤੋਂ ਅੱਗੇ ਇੱਕ ਦਿੱਲੀ ਦਾ ਬਾਰਡਰ ਲੱਗਾ ਸੀ। ਲੋਕ ਆਪਣੇ ਹਾਕਮ ਨੂੰ ਲੱਭਦੇ ਅੱਗੇ ਤੱਕ ਤੁਰੇ ਨੇ, ਉਹਦੇ ਖਿਲਾਫ ਇੱਕ ਲੜਾਈ ਬੰਦੇ ਤੁਰੇ ਨੇ, ਕਿਉਂਕਿ ਉਹ ਉਸ ਦੀਆਂ ਜ਼ਿੰਦਗੀਆਂ ਨੂੰ ਝੰਜੋੜ ਕੇ ਰੱਖ ਰਿਹਾ ਸੀ, ਉਸ ਦੀ ਮਿਹਨਤ ਦੀ ਕਿਰਤ ਦੀ ਲੁੱਟ ਕਰ ਰਿਹਾ ਸੀ। ਤਾਂ ਸਿੱਖਣ ਨੂੰ ਤਾਂ ਇੱਥੇ ਜਿਹੜਾ ਨੌਜਵਾਨਾਂ ਨੂੰ ਜਾਂ ਕਿਸੇ ਨੂੰ ਵੀ ਮਿਲ ਰਿਹਾ ਵਾ ਵੀ ਆਪਸ 'ਚ ਮਿਲ ਕੇ ਅਸੀਂ ਕਿੰਨੀ ਵਧੀਆ ਲੜਾਈ ਲੜ ਸਕਦੇ ਹਾਂ ਤੇ ਜਿੱਤ ਸਕਦੇ ਹਾਂ, ਤੇ ਕਿਸ ਤਰੀਕੇ ਨਾਲ ਇਸ ਸੰਘਰਸ਼ ਦੇ ਅੰਦਰੋਂ ਲੜਾਈ ਦੇ ਅਲੱਗ-ਅਲੱਗ ਪੈਂਤਰ ਹੀ ਉਹਨਾਂ ਨੇ ਸਮਝੇ ਨੇ, ਜਾਂ ਅਸੀਂ ਖੁਦ ਹੀ ਲੋਕਾਂ ਦੇ ਨਾਲ ਵਿਚਰਦੀਆਂ ਜਿਹੜੀਆਂ ਕਹਾਣੀਆਂ ਸੁਣੀਆਂ ਨੇ, ਉਹ ਮੈਨੂੰ ਲੱਗਦਾ ਜ਼ਿੰਦਗੀ ਭਰ ਦਾ ਇੱਕ ਲੈਸਨ ਹੈ ਤੇ ਕਿਸੇ ਕਿਤਾਬ ਵਿੱਚੋਂ ਸ਼ਾਇਦ ਜਿਹੜਾ ਲਿੱਤਾ ਨਹੀਂ ਜਾ ਸਕਦਾ ਸੀ, ਬਲਕਿ ਅਗਲੀਆਂ ਆਉਣ ਵਾਲੀਆਂ ਨਸਲਾਂ ਨੂੰ ਉਹ ਦੱਸੇਗਾ ਵੀ ਕਿੱਦਾਂ ਸਬਰ ਨਾਲ ਤੇ ਕਿਹੜੇ ਇੱਕ ਦ੍ਰਿੜਤਾ ਨਾਲ ਲੋਕ ਲੜਦੇ ਰਹੇ ਨੇ ਆਪਣੇ ਹੱਕਾਂ ਦੇ ਲਈ। ਤੇ ਇੰਡੀਆ ਦੇ ਫਿਊਚਰ ਦੇ ਉੱਤੇ ਕੀ ਇੰਪੈਕਟ ਦੇਖਦੇ ਹੋ ਇਸ ਸੰਘਰਸ਼ ਦਾ, ਕਿਉਂਕਿ ਆਲ ਇੰਡੀਆ ਦੇ ਵਿੱਚ ਇਹਦਾ ਫੈਲਾਅ ਹੋ ਚੁੱਕਾ ਹੈ, ਕੁਝ ਅਸਰ ਹੋਏਗਾ ਇੰਡੀਆ ਦੇ ਫਿਊਚਰ ਦੇ ਉੱਤੇ ਇਸ ਸੰਘਰਸ਼ ਦਾ? ਇੰਡੀਆ ਦੇ ਫਿਊਚਰ ਦੇ ਅੰਦਰੋਂ ਕਿਸਾਨ ਪਹਿਲੇ ਨਹੀਂ ਗਏ ਜਿਹੜੇ ਲੜ ਰਹੇ ਨੇ, ਕਿਸਾਨ ਦੇ ਇਲਾਵਾ ਵੀ ਬਹੁਤ ਸਾਰੇ ਹੋਰ ਖੇਤਰਾਂ ਦੇ ਅੰਦਰ ਲੜਾਈ ਚੱਲਦੀ ਰਹੀ ਹੈ। ਅੱਜ ਬੈਂਕ ਦੇ ਮੁਲਾਜ਼ਮ ਵੀ ਲੜਾਈ ਵਿੱਚ ਨੇ ਤੇ ਅਧਿਆਪਕ ਵੀ ਪੰਜਾਬ ਦੇ ਪਿਛਲੇ ਦਿਨਾਂ 'ਚ ਦੇਖਿਆ ਪਟਿਆਲੇ 'ਚ ਲੜਾਈ ਵਿੱਚ ਸੀਗੇ। ਤਾਂ ਇਹ ਸੰਘਰਸ਼ਾਂ ਦੀ ਜਿਹੜੀ ਆਪਸ 'ਚ ਲੜੀ ਜੁੜਦੀ ਹੈ ਉਸ ਨੂੰ ਸਮਝਣ ਦੀ ਜ਼ਰੂਰਤ ਹੈ। ਤੇ ਮੈਨੂੰ ਇਹੀ ਲੱਗਦਾ ਹੈ ਵੀ ਇਸ ਸੰਘਰਸ਼ ਦੇ ਅੰਦਰੋਂ ਸਾਨੂੰ ਇੱਕ ਵੱਡੇ ਐਕਸਪੀਰੀਐਂਸਿਸ ਮਿਲ ਰਹੇ ਨੇ ਤੇ ਇੱਕ ਵੱਡੀ ਲੜਾਈ ਦਾ ਅਸੀਂ ਹਿੱਸਾ ਜਦੋਂ ਬਣਦੇ ਹਾਂ ਤਾਂ ਉਹਦੇ 'ਚੋਂ ਹਿੰਦੁਸਤਾਨ ਦੇ ਬਾਕੀ ਖੇਤਰਾਂ ਦੇ ਸੂਬਿਆਂ ਦੇ ਲੋਕ ਵੀ ਜਿਹੜੇ ਕਿ ਭਾਵੇਂ ਆਪਣੇ ਤਾਮਿਲਨਾਡੂ 'ਚ ਬੈਠੇ ਨੇ, ਕੇਰਲਾ 'ਚ ਬੈਠੇ ਨੇ, ਬੰਗਾਲ 'ਚ ਬੈਠੇ ਨੇ, ਮੱਧ ਪ੍ਰਦੇਸ਼ ਦੇ ਕਿਸਾਨ ਨੇ, ਉਹਨਾਂ ਨੂੰ ਵੀ ਹੌਸਲਾ ਦਿੰਦਾ ਹੈ ਵੀ ਹਾਂ ਅਸੀਂ ਲੜਾਈ ਲੜ ਸਕਦੇ ਹਾਂ ਹਜੇ ਵੀ, ਕਿਉਂਕਿ ਉਹ ਲੋਕ ਬਾਰਡਰਾਂ ਦੇ ਡਟੇ ਹੋਏ ਨੇ, ਵਾਪਸ ਨਹੀਂ ਮੁੜੇ ਆਪਣੇ ਪਿੰਡਾਂ ਨੂੰ। ਇਸ ਸੰਘਰਸ਼ ਨੇ ਜੋੜਿਆ ਤੇ ਸਾਨੂੰ ਸਾਡੀ ਸੋਚਣ ਨੂੰ ਮਜਬੂਰ ਕੀਤਾ ਕਿ ਅਸੀਂ ਇਕੱਠੇ ਹੋ ਕੇ ਕੀ ਕੁਝ ਪ੍ਰਾਪਤ ਕਰ ਸਕਦੇ ਹਾਂ। ਸੋ ਸਾਡੇ ਨਾਲ ਕਨੂਪ੍ਰਿਆ ਜਿਹੜੇ ਕਿ ਯੂਥ ਨੂੰ ਰਿਪਰੈਜ਼ੈਂਟ ਕਰਦੇ ਨੇ, ਖਾਸ ਤੌਰ ਤੇ ਯੂਨੀਵਰਸਿਟੀ ਦੇ ਲੈਵਲ ਦੇ ਉੱਤੇ, ਇਹਨਾਂ ਦੇ ਸੰਘਰਸ਼ ਜਿਹੜੇ ਨੇ ਆਪਾਂ ਸਾਰਿਆਂ ਨੇ ਦੇਖੇ ਨੇ ਔਰ ਇਸ ਸੰਘਰਸ਼ ਦੇ ਨਾਲ ਵੀ ਸ਼ੁਰੂ ਤੋਂ ਜੁੜੇ ਹੋਏ ਨੇ।
ਇਹਦੇ ਨਾਲ ਲਾਮਬੰਦਗੀ ਜਿਹੜੀ ਆ ਯੂਥ ਦੇ ਵਿੱਚ ਵੀ ਕਰਦੇ ਪਏ ਹਰਪਾਲ ਸਿੰਘ ਸੰਘਾ ਦੁਆਬਾ ਕਿਸਾਨ ਸੰਘਰਸ਼ ਕਮੇਟੀ ਤੋਂ ਅੱਜ ਪਹੁੰਚੇ ਨੇ ਵਿਸ਼ੇਸ਼ ਰੂਪ ਦੇ ਵਿੱਚ। ਸੰਘਾ ਸਾਹਿਬ ਭਾਰੀ ਇਕੱਠ ਹੋਇਆ ਅੱਜ ਇਸ ਮੌਕੇ ਦੇ ਉੱਤੇ, ਕੀ ਮਹਿਸੂਸ ਕਰ ਰਹੇ ਹੋ? ਦੇਖੋ ਅੱਜ 23 ਮਾਰਚ ਆ ਜੀ ਭਗਤ ਸਿੰਘ ਦਾ ਸ਼ਹੀਦੀ ਦਿਨ। ਉਹਨੂੰ ਫਾਂਸੀ ਲੱਗਣ ਤੋਂ ਪਹਿਲਾਂ ਇੱਕ ਗੱਲ ਕਹੀ ਸੀ, ਕਹਿੰਦਾ ਨੌਜਵਾਨੋ ਜਾਗੋ ਉੱਠੋ, ਤੁਹਾਨੂੰ ਸੁੱਤਿਆਂ ਯੁੱਗ ਬੀਤ ਗਏ। ਤੇ ਅੱਜ ਮੇਰਾ ਖਿਆਲ 90 ਜਾਂ 91 ਸਾਲ ਹੋ ਗਏ ਅੱਜ ਭਗਤ ਸਿੰਘ ਨੂੰ, 90 ਸਾਲ ਹੋ ਗਏ ਜੀ। ਉਹਦੇ ਬਾਅਦ ਵੀ ਇਹ ਜਿਹੜੀ ਗੱਲ ਆ ਇਹ ਉੱਥੇ ਹੀ ਖੜੀ ਆ। ਉਹਨੇ ਇੱਕ ਗੱਲ ਹੋਰ ਕਹੀ ਸੀ, ਉਹ ਕਹਿੰਦਾ ਜਦ ਤੱਕ ਇਸ ਦੇਸ਼ ਦੇ ਵਿੱਚ ਲੁੱਟ ਜਾਰੀ ਰਹੂਗੀ, ਚਾਹੇ ਉਹ ਲੁਟੇਰੇ ਦੇਸੀ ਹੋਣ ਚਾਹੇ ਉਹ ਵਿਦੇਸ਼ੀ ਹੋਣ, ਇਹ ਜਿਹੜਾ ਯੁੱਧ ਹੈ ਚੱਲਦਾ ਰਹੂਗਾ, ਇਹ ਵੀ ਲੜ ਰਿਹਾ। ਮਤਲਬ ਅੱਜ ਭਗਤ ਸਿੰਘ ਦੀਆਂ ਉਹ ਗੱਲਾਂ ਅੱਜ ਦੇ ਹਾਲਾਤ ਦੇ ਉੱਤੇ ਬਹੁਤ ਜ਼ਿਆਦਾ ਢੁਕਵੀਆਂ, ਤੇ ਅੱਜ ਦੇਸ਼ ਦੀ ਹਾਲਤ ਆ ਜਿਹੜੀ ਉਹਦੇ ਨਾਲੋਂ ਵੀ ਬਦਤਰ ਹੋਈ ਆ ਭਗਤ ਸਿੰਘ ਦੇ ਵੇਲੇ ਤੋਂ। ਭਗਤ ਸਿੰਘ ਨੂੰ ਲੱਗਦਾ ਸੀ ਵੀ ਅੰਗਰੇਜ਼ ਚੱਲ ਜਾਣਗੇ, ਮੁਲਕ ਆਜ਼ਾਦ ਹੋ ਜੂ, ਉਹਦੇ ਬਾਅਦ ਸਾਡੇ ਦੇਸ਼ ਦੀ ਹਾਲਤ ਸੁਧਰ ਜੂ। ਇੱਥੇ ਅਮੀਰ ਹੋਰ ਅਮੀਰ ਹੋਇਆ, ਗਰੀਬ ਹੋਰ ਗਰੀਬ ਹੋਇਆ। ਜਿਹੜੀਆਂ ਸਰਕਾਰਾਂ ਆਈਆਂ ਉਹਨਾਂ ਨੇ ਲੁੱਟ ਜਿਹੜੀ ਵਧਾਈ ਆ। ਹੁਣ ਹਾਲਤ ਇਹ ਆ ਗਈ ਆ ਕਿ ਸਾਡੀ ਜਿਹੜੀ ਕੇਂਦਰ ਦੀ ਸਰਕਾਰ ਆ ਉਹ 3 ਕਾਨੂੰਨ ਇਹੋ ਜਿਹੇ ਲੈ ਕੇ ਆ ਰਹੀ ਆ ਜਿਨ੍ਹਾਂ ਨੇ ਸਾਨੂੰ ਜਿਹੜੇ ਅਸੀਂ ਕਹਿ ਦਈਏ ਵੀ ਆਪਣੀਆਂ ਜ਼ਮੀਨਾਂ ਤੇ ਦਿਹਾੜੀਦਾਰ ਬਣਾ ਦੇਣਾ, ਅਡਾਨੀਆਂ ਬਾਨੀਆਂ ਦੇ ਅਸੀਂ ਘਸਿਆਰੇ ਬਣ ਜਾਣਾ। ਇਸ ਕਰਕੇ ਇਹ ਜੰਗ ਜਿਹੜੀ ਆ ਹੋਰ ਜ਼ਰੂਰੀ ਬਣ ਜਾਂਦੀ ਲੜਨੀ। ਭਗਤ ਸਿੰਘ ਦੇ ਦਿਨ ਤੇ ਸਾਨੂੰ ਸਾਰਿਆਂ ਨੂੰ ਅਹਿਦ ਕਰਨਾ ਚਾਹੀਦਾ। ਇਹ ਸਾਡੇ ਦੁਆਬੇ ਦੇ ਖਿੱਤੇ ਦੇ ਵਿੱਚ ਕਾਨਫਰੰਸ ਹੋਈ ਆ, ਜਿਹਦੇ ਵਿੱਚ ਅੱਜ ਪੰਥਕ ਜਥੇਬੰਦੀਆਂ ਵੀ ਆਈਆਂ ਤੇ ਸਾਰੀਆਂ ਦੂਸਰੀਆਂ ਜਥੇਬੰਦੀਆਂ ਵੀ ਆਈਆਂ। ਬਹੁਤ ਹੀ ਇਹ ਮਾਣ ਵਾਲੀ ਗੱਲ ਆ। ਅਸੀਂ ਇਹ ਤੁਹਾਡੇ ਮਾਧਿਅਮ ਰਾਹੀਂ ਇਹ ਕਹਿੰਦੇ ਆ ਕਿ ਜਦ ਤੱਕ ਮੋਦੀ ਸਰਕਾਰ ਨੂੰ ਇਸ ਗੱਲ ਲਈ ਮਜਬੂਰ ਨਹੀਂ ਕਰ ਦਿੰਦੇ, ਅਸੀਂ ਪਿੱਛੇ ਨਹੀਂ ਹਟਾਂਗੇ। ਚਾਹੇ ਪੰਜਾਬ 'ਚ ਵੀ ਮੋਰਚਾ ਤੇ ਦਿੱਲੀ ਵੀ ਮੋਰਚਾ। ਅੱਜ ਬਹੁਤ ਹੀ ਵੱਡੀ ਗਿਣਤੀ 'ਚ ਸਾਡੇ ਇਲਾਕੇ ਦੇ ਵਿੱਚੋਂ ਜਿਹੜੇ ਨੌਜਵਾਨ ਆ ਇਹਦੇ ਵਿੱਚ ਸ਼ਾਮਲ ਹੋਏ। 1000 ਤੋਂ ਵੱਧ ਟਰੈਕਟਰ। ਕਿੰਨਾ ਤੁਸੀਂ ਸਮਝਦੇ ਹੋ ਪ੍ਰਭਾਵ ਸਰਕਾਰ ਨੂੰ ਹੁਣ ਜਾ ਰਿਹਾ, ਕਿਉਂਕਿ ਪੰਜਾਬ ਤੋਂ ਸ਼ੁਰੂ ਹੋਈ ਗੱਲ ਹੁਣ ਸਾਰੇ ਮੁਲਕ ਦੇ ਵਿੱਚ ਵੱਧ ਗਈ ਹੋਈ ਹੈ? ਅਸੀਂ ਕਹਿੰਦੇ ਵੀ ਇਹ ਬਹੁਤ ਵੱਡੀ ਲੜਾਈ ਹੈ ਜਿਹੜੀ ਪੰਜਾਬ ਨੇ ਸ਼ੁਰੂ ਕਰਕੇ, ਮਤਲਬ ਜਿੱਦਾਂ ਦੁੱਧ ਨੂੰ ਜਾਗ ਲਾ ਦਈਦਾ, ਹੌਲੀ ਹੌਲੀ ਸਾਰਾ ਦੁੱਧ ਦਹੀਂ ਬਣ ਜਾਂਦਾ। ਇਹਨੇ ਸ਼ੁਰੂ ਕੀਤਾ, ਇਹ ਤਕਰੀਬਨ 20 ਸੂਬਿਆਂ ਦੇ ਵਿੱਚ ਸਾਡੀ ਮੂਵਮੈਂਟ ਫੈਲ ਗਈ ਆ। ਇੱਥੇ ਰੌਲਾ ਇਸ ਗੱਲ ਦਾ ਕਿ ਇਹਨੂੰ ਕਈ ਵਾਰੀ ਬੰਦੇ ਐ ਸੋਚਦੇ ਵੀ ਅੰਦੋਲਨ ਲੰਬਾ ਹੋ ਗਿਆ, ਅਸੀਂ ਥੱਕ ਗਏ, ਹਾਰ ਗਏ। ਅਸਲ ਇਹ ਪੈਰ ਕੱਢ ਕੇ ਲੜਾਈ ਲੜਨ ਦੀ ਲੋੜ ਆ। ਇਹ ਤੋਂ ਸਾਡੇ ਪਿੱਛੇ 1 ਇੰਚ ਵੀ ਥਾਂ ਨਹੀਂ। ਮਤਲਬ ਤਿੰਨੋਂ ਹੀ ਕਾਨੂੰਨ ਆਪਸ ਵਿੱਚ ਇਹੋ ਜਿਹੇ ਉਲਝੇ ਆ ਕਿ ਇਹਨਾਂ ਦੇ ਵਿੱਚੋਂ ਜੇ ਕੋਈ ਇਹ ਸੋਚੇ ਕਿ ਇੱਕ ਕਾਨੂੰਨ ਨੂੰ ਵਾਪਸ ਕਰਵਾ ਲਈਏ, 2 ਜਿਹੜੇ ਮਨਵਾ ਲਈਏ, ਜਾਂ 2 ਨੂੰ ਉੱਥੇ ਹੋਲਡ ਕਰਵਾ ਲਈਏ, ਇੱਕ ਦੇ ਮੰਗ ਕੇ ਚੱਲ ਜਾਈਏ, ਇਹੋ ਜਿਹਾ ਕੁਝ ਨਹੀਂ ਹੋਣੇ ਵਾਲਾ। ਮਤਲਬ ਇਹ ਆ, ਐਡਾ ਵੱਡਾ ਅੰਦੋਲਨ ਦੁਬਾਰਾ ਨਹੀਂ ਖੜਾ ਕੀਤਾ ਜਾ ਸਕਦਾ ਇਤਿਹਾਸ ਦੇ ਵਿੱਚ। ਪਿੱਛੇ ਜਾਣ ਕੇ 100-150 ਸਾਲ ਦੇ ਵਿੱਚ ਕਿਤੇ ਇਹਦੀ ਆਧਾਰ ਨਹੀਂ। ਇਸ ਕਰਕੇ ਇਹਨੂੰ ਉੱਥੇ ਵੀ ਲੜਨਾ ਚਾਹੀਦਾ, ਇੱਥੇ ਵੀ ਲੜਨਾ ਚਾਹੀਦਾ। ਤੇ ਇਹਦੇ ਵਿੱਚੋਂ ਜਿਹੜੀ ਸਰਕਾਰ ਦਾ ਜਾਂ ਕੋਈ ਇਹ ਹਿੱਸਾ ਸੋਚੇ ਕਿ ਅਸੀਂ ਮਗਰ ਨੂੰ ਮੁੜ ਚਲੀਏ, ਮੋਦੀ ਇਹ ਜਿੱਤਿਆ, ਹਾਕਮ ਕੋਈ ਇਹੋ ਜਿਹਾ ਬੰਦਾ ਨਹੀਂ ਹੁੰਦਾ ਜਿਹੜਾ ਜਿੱਤ ਹੋਵੇ, ਕੋਈ ਹਾਕਮ ਜਿੱਤ ਨਹੀਂ ਹੁੰਦਾ। ਲੜਨ ਦਾ ਇਰਾਦਾ ਹੋਣਾ ਚਾਹੀਦਾ ਬੰਦਿਆਂ ਦਾ, ਲੜਨ ਦਾ ਇਰਾਦਾ। ਅੱਜ ਸਾਰੀਆਂ ਸਾਡੀਆਂ ਪੰਥਕ ਧਿਰਾਂ ਤੇ ਸਾਡੀਆਂ ਕਮਿਊਨਿਸਟ ਧਿਰਾਂ ਤੇ ਹੋਰ ਜਿਹੜੇ ਸਾਡੇ ਸਾਰੇ ਭਾਈਚਾਰੇ ਆ ਉਹ ਇਕੱਠੇ ਹੋ ਕੇ ਲੜ ਰਹੇ ਆ। ਨੌਜਵਾਨ ਇਸ ਦੇਸ਼ ਦਾ ਬਹੁਤ ਬੜਾ ਹਿੱਸਾ ਤੇ ਜੁਝਾਰੂ ਹਿੱਸਾ, ਉਹਨੂੰ ਨਾਲ ਲਾ ਕੇ ਤੇ ਮੂਹਰੇ ਰੱਖ ਕੇ ਸਾਨੂੰ ਤੁਰਨਾ ਚਾਹੀਦਾ। ਉਹਨੂੰ ਮਤਲਬ ਜੇ ਉਹ ਨਹੀਂ ਸਾਡੇ 'ਚ ਸ਼ਾਮਲ, ਉਹਨੂੰ ਕਦੇ ਵੀ ਜਾਣੀ ਕਿ ਅਸੀਂ ਕਹਿੰਦੇ ਵੀ ਇਹ ਜੰਗ ਆ ਜਿਹੜੀ ਲੜੀ ਜਾ ਰਹੀ ਆ, ਇਹ ਅਧੂਰੀ ਆ ਸਾਡੀ। ਇਸ ਕਰਕੇ ਇਹ ਨੌਜਵਾਨਾਂ ਨੂੰ, ਇਹਨਾਂ ਨੇ ਕੱਲ ਨੂੰ ਸਾਡਾ ਦੇਸ਼ ਕੰਟਰੋਲ ਕਰਨਾ, ਇਹਨਾਂ ਵਿੱਚੋਂ ਜਿਹੜੇ ਉੱਪਰ ਆਉਣੇ ਆ, ਇਹਨਾਂ ਨੇ ਤੈਅ ਕਰਨਾ ਕਿ ਸਾਡਾ ਮੁਲਕ ਜਿਹੜਾ ਬਾਬੇ ਨਾਨਕ ਦੇ ਰਾਹ ਤੇ ਚੱਲੇ, ਚਾਹੇ ਇਹ ਅਡਾਨੀਆਂ ਬਾਨੀਆਂ ਦੇ ਰਾਹ ਤੇ ਚੱਲੇ ਜਾਂ ਮੋਦੀ ਦੇ ਰਾਹ ਤੇ ਚੱਲੇ, ਕਾਰਪੋਰੇਟਾਂ ਨੂੰ ਸੰਭਾਲਤਾ ਜਾਵੇ, ਇਹ ਨੌਜਵਾਨਾਂ ਨੇ ਤੈਅ ਕਰਨਾ। ਇਸ ਕਰਕੇ ਨੌਜਵਾਨਾਂ ਦੀ ਭੂਮਿਕਾ ਜਿਹੜੀ ਬਹੁਤ ਜ਼ਰੂਰੀ ਆ। ਜਥੇਬੰਦੀਆਂ 'ਚ ਵੀ ਨੌਜਵਾਨ, ਉਹਦੇ ਬਾਹਰ ਵੀ ਨੌਜਵਾਨ, ਨੌਜਵਾਨਾਂ ਨੂੰ ਉਹਨਾਂ ਦਾ ਬਣਦਾ ਰੋਲ ਆ ਜਿਹੜਾ ਉਹ ਦਿੱਤਾ ਜਾਣਾ ਚਾਹੀਦਾ। ਸਾਨੂੰ ਨੌਜਵਾਨ ਪੰਜਾਬ 'ਚੋਂ ਲੈ ਕੇ ਗਏ, ਅੱਜ ਵੀ ਸਾਡਾ ਹਿੱਸਾ ਬਣ। ਜਿਹੜੀਆਂ ਸਰਕਾਰ ਪਾੜਨ ਦੀਆਂ ਕੋਸ਼ਿਸ਼ਾਂ ਕਰਦੀ ਆ ਕਿ ਕਿਸਾਨ ਵਰਸਸ ਨੌਜਵਾਨ ਜਾਂ ਹੋਰ ਇਹੋ ਜਿਹੀਆਂ ਇਹ ਕੋਸ਼ਿਸ਼ਾਂ ਜਿਹੜੀਆਂ ਉਹਨਾਂ ਦੀਆਂ ਫੇਲ ਕਰਨੀਆਂ ਚਾਹੀਦੀਆਂ, ਸਾਨੂੰ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ।
ਸੋ ਅੱਜ ਕਾਫੀ ਗਿਣਤੀ 'ਚ ਨੌਜਵਾਨ ਪਹੁੰਚੇ ਨੇ, ਤੁਸੀਂ ਕਿੰਨਾ ਕੁ ਸੰਤੁਸ਼ਟ ਹੋਏ ਇਸ ਇਕੱਠ ਤੋਂ? ਦੇਖੋ ਜੀ ਇਹਦੀ ਡਾਇਰੈਕਸ਼ਨ ਸੈੱਟ ਹੋਈ ਆ ਦੁਬਾਰਾ, ਜਿਹੜੀ ਬਹੁਤ ਹੀ ਵਧੀਆ, ਨੌਜਵਾਨ ਬਹੁਤ ਵੱਡੇ ਸ਼ਾਮਲ ਹੋਇਆ। ਇਹ ਮੈਂ ਜਿੱਦਾਂ ਪਹਿਲਾਂ ਕਹਿ ਕੇ ਹਟਿਆ, ਮੈਂ ਨੌਜਵਾਨਾਂ ਦੇ ਉੱਤੇ ਇਹ ਭਵਿੱਖਿਆ, ਇਹ ਜਿਹੜਾ ਹੈਗਾ ਇਹਨਾਂ ਨੂੰ ਮੂਹਰੇ ਲੱਗਣਾ ਚਾਹੀਦਾ, ਨਾਲ ਲੈਣਾ ਚਾਹੀਦਾ। ਮਤਲਬ ਇਹਨਾਂ ਦਾ ਜੋਸ਼ ਆ ਤੇ ਜਿਹੜਾ ਸਾਡਾ ਤਜਰਬਾ, ਉਹ ਮਿਲ ਕੇ ਲੜਾਈ ਲੜਨੀ ਚਾਹੀਦੀ। ਬਿਲਕੁਲ, ਇਹ ਜੋਸ਼ ਤੇ ਹੋਸ਼ ਦਾ ਇੱਕ ਸੁਮੇਲ ਹੋਏਗਾ, ਕਿਉਂਕਿ ਸਰਕਾਰਾਂ ਨਾਲ ਟੱਕਰਾਂ ਨੇ, ਸੰਘਾਰਾਂ ਨਾਲ ਸੰਘਰਸ਼ ਕੀਤਾ ਜਾ ਰਿਹਾ, ਤੇ ਇਹਦੇ ਵਾਸਤੇ ਦੋਨੋਂ ਚੀਜ਼ਾਂ ਹੀ ਜ਼ਰੂਰੀ ਹੁੰਦੀਆਂ ਨੇ। ਸੋ ਸੰਘਾ ਸਾਹਿਬ ਨੇ ਬੜੇ ਸੋਹਣੇ ਢੰਗ ਦੇ ਨਾਲ, ਬੜੇ ਵਿਸਤਾਰ ਦੇ ਵਿੱਚ ਅੱਜ ਦੇ ਦਿਹਾੜੇ ਦੀ ਗੱਲ ਤੇ ਅੱਜ ਦਾ ਸੰਘਰਸ਼ ਦੀ ਰੂਪਰੇਖਾ ਸਾਡੇ ਨਾਲ ਸਾਂਝੀ ਕੀਤੀ ਆ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, वाहिगुरु जी की फतेह। यूके यूरोप की संगत इस वक्त आपको सुन रही है। हमारे साथ हरियाणा के हमारे भाई हैं। आपका नाम जी? अभिमन्यु कोहाट जी। कहाँ से हैं आप? मैं हरियाणा के सोनीपत जिले से। सोनीपत जिले से। सोनीपत जिला जिथे असीं बैठे हैं, सीधी गल ਸਿੰਘੂ ਬਾਰਡਰ ਤੇ ਉਹ ਸਾਰਾ ਏਰੀਆ बड़ खालसा वाला, सो उस एरिए तो ये साडे भरा आए ने। सो कैसा लगा आपको आज इस मोर्चे में पहुंच के? देखिए, ये तो हमारा सौभाग्य है कि शहीद आजम भगत सिंह की माटी को नमन करने का मौका हमें मिला। ये तो हिंदुस्तान के हर नौजवान की चाहत है कि जीवन में कम से कम एक बार उस शहीद आजम की मिट्टी को जरूर नमन करे, जिन शहीद आजम ने, राजगुरु सुखदेव ने देश को आजाद कराने के लिए अपनी कुर्बानी दी थी। ये तो हमारा सौभाग्य है। तो आज का जो प्रभाव क्या जाएगा सरकार को इस कट्टरता का? देखिए, मैं एक बात ये सरकार तक हम पहुंचाना चाहते हैं। सरकार एक बार कहलवा ले, 1 लाख बार कहलवा ले, 1 करोड़ बार कहलवा ले, जब तक हमारी मांगे पूरी नहीं होंगी तब तक आंदोलन जारी रहेगा। जब तक 3 कानून वापस नहीं होंगे, MSP गारंटी कानून लागू नहीं होगा, तब तक किसान दिल्ली के बॉर्डरों से वापस नहीं आने वाला है। यदि सरकार को कोई गलत फहमी है कि भाई फसल काटने के समय किसान चला जाएगा, तो आने वाले समय में सरकार की इस गलत फहमी को भी दूर कर देंगे। ये किसान ना झुकेगा, ना डरेगा, ना पीछे हटेगा, ना दबेगा, ना बिकेगा। ये किसान अपने हक और हुकूक की लड़ाई लड़ता रहेगा। और उससे भी बड़ी बात ये है कि अब ये आंदोलन 2 मांगों से भी आगे बढ़ गया है। ये आंदोलन किसान समाज के मान सम्मान, स्वाभिमान, पगड़ी की लड़ाई बन गया है और अब किसान इसे उस हद तक लड़ रहा है। तो किसान के पास एक ही विकल्प है कि वो किसान लड़े और जीते। ये हमारी आगे की नस्लों को बचाने की लड़ाई है, तो हम आगे की नस्लों को बचाने के लिए लड़ रहे हैं। क्या कितना अभी तक आप इस कामयाब समझते हैं? अभी तक 6 महीने में कहाँ तक हम पहुंचे? देखिए, आज पूरे देश में सभी की जुबान पे एक ही नाम है, किसान। किसान पहले कहीं चर्चा में नहीं था। अभी केरल भी जाके आए हमारे लीडर, बंगाल भी जाके आए, कर्नाटक में भी रैलियां हुई बहुत बड़ी बड़ी, महाराष्ट्र में हुई, नॉर्थ इंडिया और सेंट्रल इंडिया में चली रही हैं। अभी गुजरात में कार्यक्रम है 4 और 5 तारीख को। तो पूरे देश में किसान आंदोलन फैल गया। इससे बड़ी कामयाबी और क्या होगी? भाई, पिछले 25 सालों में 20 लाख किसानों ने आत्महत्या की, लेकिन बड़ा दुख होता था कि हमारे किसान किसी एक स्टेज पे इकट्ठे होकर नहीं आ पाते थे। आज सभी जत्थेबंदियां, लाखों करोड़ों किसान एक मंच पे इकट्ठा हो रखे हैं, एकजुट हो रखे हैं। इससे ज्यादा खुशी की बात और क्या हो सकती है? हमारा किसान किसान बन गया। अब वो जाति और धर्म के चुंगल से बाहर निकल रहा है। वो ये नहीं कहता कि मैं हिंदू, सिख, ईसाई या मुसलमान हूं ना, वो कहता है सबसे पहले मैं भारत का किसान हूं और किसान बन के लड़ूंगा। यही आंदोलन की सबसे बड़ी कामयाबी है। यदि किसान किसान बन के लड़ने लग जाए तो इन सभी राजनीतिक पार्टियों की मजबूरी हो जाएगी किसानों की बातें सुनना। क्या इस संघर्ष के बाद भी कुछ बदलाव आ पाएगा या सरकारों की सोचने की वही नीति रहेगी पहले वाली? देखिए, जो किसानों का यह आंदोलन देख के मुझे एक बात लगती है कि कम से कम अगले 25 साल तक कोई भी सरकार आए, वो इस तरह के किसान विरोधी कानून बनाने से पहले 1 लाख बार सोचेगी। अब की बार किसानों ने ये करके दिखा दिया है और पूरा देश इस बात को समझता है। ये आंदोलन तो जीतेंगे, उसके बाद हमारी पुरानी मांगे तो भी बाकी है ना। स्वामीनाथन आयोग का C2+50% का फार्मूला, कर्ज मुक्ति, फल सब्जी दूध का MSP, किसान भाइयों को 60 वर्ष से ऊपर होने के बाद पेंशन, ये मांगे तो भी हमने पीछे रख रखी है। पहले जो आज का आंदोलन चल रहा है, इसमें 3 काले कानून वापस करा ले और MSP गारंटी कानून बनवा ले। उसके बाद बाकी मांगों पे तो लड़ाई होगी ही, आंदोलन तो चलता रहेगा। और इस सृष्टि का नियम आप कभी से उठा के देख लीजिए, हमेशा सच बनाम झूठ की लड़ाई चली है, न्याय बनाम अन्याय की लड़ाई चली है, सही बनाम गलत की लड़ाई चली है। तो लड़ाइयां तो आगे भी चलती रहेंगी। और आज जो ये आंदोलन है, यदि आप इसे सही मायनों में देखें तो ये आंदोलन देश को बचाने वाले किसानों, जवानों, नौजवानों बनाम देश को बेचने वाले राजनेताओं का आंदोलन है। ये निर्णायक लड़ाई है देश में। बहुत सारे लोगों के मन में है भाई ऐसा चल रहा है कि डेमोक्रेसी खत्म हो चुकी है, कुछ पूंजीपतियों के हाथ में सारी गेम आ चुकी है। आप क्या समझते हैं? देखिए, ये बात तो बिल्कुल सही है।
भाई ये कानून कहाँ से आए? अंबानी अडानी के बड़े बड़े सीए ने बनाए, उनके बड़े बड़े इकोनॉमिस्ट ने बनाए, जो दलाल, जो सरकारी दरबारी अर्थशास्त्री उन्होंने बनाए, और इन हमारे पूरे देश के किसानों के ऊपर थोप दिए गए। तो आप देखिए आज भारतीय किसानों का टोटल कर्जा कितना है? 10 लाख करोड़ का। और OECD ICRER की रिपोर्ट क्या कहती है कि पिछले 17 सालों में जिस MSP का वादा बीजेपी कांग्रेस की सरकारों ने किया था वो MSP नहीं मिला, इसलिए किसानों को 45 लाख करोड़ का नुकसान हुआ। तो 45 लाख करोड़ हमसे छीन लिए गए, उसकी कोई बात नहीं, लेकिन जो 10 लाख करोड़ का कर्ज हम सरकार की गलत नीतियों के कारण नहीं चुका पा रहे, उसके ऊपर हमें फांसी का फंदा डाला जा रहा है। दूसरी तरफ अंबानी अडानी का 10 लाख करोड़ से अधिक का NPA माफ कर दिया गया। तो भाई चल उन्हीं की रही है, एक ये सिस्टम चल गया हमारे देश में। आप देखिए पूरी एक ये कॉन्स्पिरेसी है कि जब चुनाव आते हैं तो इनके इलेक्टोरल बॉन्ड्स बिकते हैं, यही अंबानी अडानी इनको पैसा देते हैं, ये चुनाव लड़ते हैं, चुनाव जीत के आ जाते हैं, जिन्होंने इनको पैसा दिया फिर ये उनका लालच पूरा कराते हैं, उनको लाभ दिलाते हैं, यही सिस्टम चल रहा है। क्या वोटर जाग पाएगा? किसान तो जाग के, सर किसान के अलावा भी बहुत सारे लोग हैं जो वोटर हैं, आप क्या समझते हैं वोटर जाग? किसान और नौजवान जाग जाए, हमारी माताएं बहनें जाग जाए, ये बहुत है, मोर देन इनफ है, और जग रहे हैं। समय लगता है हर चीज में, जन जागरण में थोड़ा समय लगता है, किसान भी जाग रहे हैं। आप देखिए उत्तर भारत में, आप एक चीज देखिए, पंजाब के अंदर कोई बीजेपी का नेता सभा नहीं कर सकता, हरियाणा के अंदर तो मुख्यमंत्री का हेलीकॉप्टर नहीं उतरने दिया। मेरे अनुसार, जहां तक मेरी जानकारी, आप बड़े हैं, आप ज्यादा बेहतर बता पाएंगे, आजादी के बाद से पहली बार किसी मुख्यमंत्री की इतनी बड़ी बेइज्जती हुई होगी कि जिस राज्य का वो मुख्यमंत्री है वहां वो चुनौती देता है एक दिन पहले कि भाई हम पंचायत करेंगे, और किसानों ने उसका हेलीकॉप्टर नहीं उतरने दिया। बीजेपी वालों ने गुंडे बुलाए, किसानों के ऊपर लठ चलवाए, उसके बावजूद किसान शांतिपूर्वक तरीके से बैठे रहे और हेलीकॉप्टर नहीं उतरने दिया, सभा नहीं होने दी। अभी कुछ दिन पहले जो उल्टे सीधे जो बयानबाजी कर रहे थे भाजपा के मंत्री हरियाणा में, सबका इलाज कर दिया है। अब पश्चिमी उत्तर प्रदेश में देखिए संजीव बाल्याण जो केंद्र में एक मिनिस्टर है, मोदी साहब के चहेते सांसद हैं, वो गुंडागर्दी कर रहे थे गांव में घुसने के लिए, गांव वालों ने घुसने नहीं दिया, उनका बाइकआउट कर दिया। सोरम गांव की घटना की बात कर रहा हूं। अब तो इन लोगों का इतना बड़ा बहिष्कार हो रहा है, इनको गांव में नहीं घुसने दिया जा रहा। मतलब आप देखिए इनके खिलाफ किस लेवल का गुस्सा, इसका अंदाजा इसी बात से लगाया जा सकता है कि इनको गांव में नहीं घुसने दे रहे। उत्तर भारत में ये स्थिति है, और धीरे धीरे ये स्थिति दक्षिण भारत में भी बनने वाली है इनके लिए, सेंट्रल इंडिया में भी, मध्य भारत में भी बनने लग रही है। तो इनका पक्का इलाज करेंगे किसान और नौजवान, पीछे नहीं हटेंगे। यदि देखो, मैं तो एक ये विनती करता हूं परमात्मा से कि इस मोदी सरकार को थोड़ी सद्बुद्धि दे, क्योंकि हम पढ़ते आए थे कि जब किसी का विनाश होना होता है ना, सबसे पहले उसकी बुद्धि भ्रष्ट हो जाती है। तो मुझे लगता है बीजेपी RSS वालों की बुद्धि भ्रष्ट हो गई है, इसीलिए किसानों नौजवानों से पंगा ले रहे हैं। ये किसान वो कौम है, जैसे हमारे हरियाणा में बोलते हैं बरसम, तो बरसम जितनी कटती है उतनी अच्छी फूटती है। तो इसको जितना दबाओगे ना, ये 10 गुना प्रेशर से निकल के आएगा। ये दबने वाला नहीं है, डरने वाला नहीं है। ये बात जितनी जल्दी सरकार समझ जाएगी, सरकार के लिए भी बढ़िया रहेगा, हमारे लिए भी बढ़िया रहेगा। पीछे हटने वाले हम है नहीं, सरकार को पीछे हटना पड़ेगा, ये बात तय है। सो बीजेपी का क्या फ्यूचर देखते हैं इस संघर्ष के बाद? देखो, ये तो एक राजनीतिक सवाल हो गया, तो इस पे तो टिप्पणी करना कोई हमारे लिए तो उचित नहीं है, क्योंकि हम राजनीतिक लोग नहीं हैं, हम तो आंदोलनकारी लोग हैं। तो वो तो राजनेता देखेंगे, हमारा काम आंदोलन है। सो अंदोलनकारी लगे ने, बड़े जोर शोर दे नाल लगे हुए ने ते बड़े जज्बे दे नाल लगे ने। इस संघर्ष का बहुत जबरदस्त प्रभाव जिहड़ा सानूं देखण नूं मिल रहा है।